हाँ जी दोस्तों 24 मार्च ਨੂੰ ਯਾਨੀ ਕਿ ਕਲਾਸ 12ਵੀਂ ਦਾ ਹੈਗਾ ਜਰਨਲ ਇੰਗਲਿਸ਼ ਦਾ ਪੇਪਰ। ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਸਾਡੇ ਕੋਲ ਇੱਕ ਇਹ ਪੇਪਰ ਪਹੁੰਚਿਆ ਵਾ ਵਿਦ ਇਹ ਸੋਲੂਸ਼ਨ ਆ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ। ਠੀਕ ਹੈ ਜੀ, ਆਹ ਸਾਰਾ ਕੁਝ ਪਹਿਲਾਂ ਹੀ ਸੋਲਵ ਆ। ਤਾਂ ਤੁਹਾਡੀ ਚੰਗੀ ਤਰ੍ਹਾਂ ਦੋਸਤੋ ਇਹਨਾਂ ਦੀ ਇਹ ਕੁਐਸਚਨਾਂ ਦੀ ਤਿਆਰੀ ਕਰਾ ਦਿੰਦੇ ਆ, ਕਿਉਂਕਿ ਦੋਸਤੋ ਜਿਹੜਾ ਤੁਹਾਡਾ ਪੇਪਰ ਸੀਗਾ ਉਹ ਪਹਿਲਾਂ ਲੀਕ ਹੋ ਗਿਆ ਸੀਗਾ, ਇਸ ਲਈ ਹੁਣ ਉਹ 24 ਤਰੀਕ ਨੂੰ ਹੋਣ ਜਾ ਰਿਹਾ ਵਾ। ਤਾਂ ਦੋਸਤੋ ਹੁਣ ਹੋ ਸਕਦਾ ਕਿ ਪੇਪਰ ਥੋੜਾ ਜਿਹਾ ਔਖਾ ਆਵੇ। ਤਾਂ ਦੋਸਤੋ ਆਹ ਵਾਲਾ ਜਿਹੜਾ ਪੇਪਰ ਆ ਨਾ ਜਿਹੜਾ ਸਾਡੇ ਕੋਲ ਪਹੁੰਚਿਆ ਵਾ, ਇਹ ਪੰਜਾਬ ਬੋਰਡ ਨੇ ਆਪਣੀ ਸਾਈਟ ਤੇ ਵੀ ਜਾਰੀ ਕੀਤਾ ਹੋਇਆ ਵਾ, ਜਿਵੇਂ ਕਿ ਤੁਸੀਂ ਆਹ ਜਿਹੜਾ ਹੈਗਾ ਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ। ਪੀਐਸਬੀ ਦੀ ਇਹ ਸਾਈਟ ਤੇ ਇਹ ਵਾਲਾ ਜਿਹੜਾ ਪੇਪਰ ਆ ਪਿਆ ਹੋਇਆ ਵਾ। ਠੀਕ ਹੈ ਜੀ, ਤਾਂ ਅਸੀਂ ਇਸ ਨੂੰ ਹੀ ਰਿਵੀਜ਼ਨ ਕਰਾ ਦਿੰਦੇ ਹਾਂ। ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਉੱਤਰ ਹੈਗੇ ਆ। ਤਾਂ ਦੋਸਤੋ ਦੇਖੋ, ਸਭ ਤੋਂ ਪਹਿਲਾਂ ਦੇਖ ਸਕਦੇ ਹੋ ਕਿ 80 ਨੰਬਰ ਦਾ ਪੇਪਰ ਆਏਗਾ ਤੁਹਾਨੂੰ। ਠੀਕ ਹੈ ਜੀ, ਤੇ 3 ਘੰਟੇ ਦਾ ਸਮਾਂ ਮਿਲੇਗਾ। ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਸੈਕਸ਼ਨ ਏ ਦੇਖ ਲੈਂਦੇ ਆ। ठीक है जी, तो देख सकते हो दोस्तों सब तो पहला की है रीड अ गिवन पैसेज एंड आंसर द क्वेश्चन गिवन बिलो। ठीक है, आह जो पैरा दिता होया वा तुसी आह पैरे नूं पढ़ के फिर ਜਿਹੜੇ थले प्रश्न ने उन्हां दे उत्तर देने हैं। तो दोस्तों 2 मिनट ਲਈ ਸਕਰੀਨ ਨੂੰ ਰੋਕੋ, ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹ ਲਓ, ਜਦ ਤੱਕ ਮੈਂ ਵੀ ਪੜ੍ਹ ਲੈਣਾ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ। तो दोस्तों तुसीं पढ़ लिया होना, ਇਹਦੇ ਵਿੱਚ मतलब ਇਹਦੇ कैटरैक्ट बारे ही लिखिया होया है। कैटरैक्ट की हुंदा दोस्तों? मोतियाबिंद। ठीक है, मोतियाबिंद की हुंदा दोस्तों? ਜਦੋਂ ਉਮਰ ਦੇ मतलब ਵਧਣ ਦੇ ਨਾਲ ਦੋਸਤੋ ਅੱਖਾਂ ਦੀ ਆਪਣੀ ਰੋਸ਼ਨੀ ਜਿਹੜੀ ਕਮਜ਼ੋਰ ਹੋਈ ਜਾਂਦੀ ਹੈ। ਠੀਕ ਹੈ ਜੀ, ਉਹਨੂੰ ਹੀ कैटरैक्ट ਕਹਿੰਦੇ ਆ। ਠੀਕ ਹੈ ਜੀ, ਤਾਂ ਦੇਖੋ ਦੋਸਤੋ कैटरैक्ट इज द मेजर काउज ऑफ ब्लाइंडनेस विच इज काउज्ड बाय अ डैमेज टू द कोर्निया। ठीक है जी, यानी कि दोस्तों मोतियाबिंद ਅੰਨੇਪਨ ਦਾ ਮੁੱਖ ਕਾਰਨ ਹੈ, ਜੋ ਕਿ ਦੋਸਤੋ ਕੋਰਨੀਆ ਨੂੰ ਨੁਕਸਾਨ ਪਹੁੰਚਾਉਣ ਕਾਰਨ ਹੁੰਦਾ ਹੈ। ਠੀਕ ਹੈ ਜੀ, ਤੇ ਇਹ ਦੋਸਤੋ ਕੀ ਹੈ, ਇਟ ਅਕਰਸ ਮੋਰ ਆਫਟਨ ਇਨ ਅ 올ਡ ਏਜ। ਠੀਕ ਹੈ ਜੀ, ਤਾਂ ਇਹ ਬੁਢਾਪੇ ਵਿੱਚ ਅਕਸਰ ਜਿਹੜਾ ਹੈਗਾ ਹੁੰਦਾ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ। ਐਜ਼ ਅ ਵਨ ਸਟਾਰਟ ਗਰੋਇੰਗ 올ਡ ਦ ਲੈਂਸ ਆਫ ਦ ਆਈ ਹਾਰਡਨਸ, ਲੋਜ਼ਿਸ ਇਟਸ ਟ੍ਰਾਂਸਪੇਰੈਂਸੀ ਐਂਡ ਬਿਕਮ ਓਪੇਕ, ਇਟ ਓਬਸਟਰਕਟ ਦ ਲਾਈਟ ਰੇਜ਼ ਫਰੋਮ ਦ ਐਂਟਰਿੰਗ ਦ ਆਈ। ਠੀਕ ਹੈ ਜੀ, ਯਾਨੀ ਕਿ ਦੋਸਤੋ ਜਿਵੇਂ ਹੀ ਕੋਈ ਜਿਹੜਾ ਹੈਗਾ ਬੁੱਢਾ ਹੋਣਾ ਸ਼ੁਰੂ ਹੁੰਦਾ ਹੈ ਤਾਂ ਅੱਖਾਂ ਦਾ ਲੈਂਸ ਸਖਤ ਜਿਹੜਾ ਹੈਗਾ ਹੋ ਜਾਂਦਾ ਹੈ। ਠੀਕ ਹੈ ਜੀ, ਤੇ ਆਪਣੀ ਪਾਰਦਰਸ਼ਤਾ ਜਿਹੜਾ ਹੈਗਾ ਉਹ ਗਵਾ ਲੈਂਦਾ ਹੈ, ਅਤੇ ਦੋਸਤੋ ਜਿਹੜਾ ਹੈਗਾ ਧੁੰਦਲਾ ਹੋ ਜਾਂਦਾ ਹੈ। ਇਹ ਰੋਸ਼ਨੀ ਦੀਆਂ ਕਿਰਨਾਂ ਨੂੰ ਅੱਖ ਵਿੱਚ ਜਿਹੜਾ ਹੈਗਾ ਦਾਖਲ ਹੋਣ ਤੋਂ ਰੋਕਦਾ ਹੈ। ਠੀਕ ਹੈ ਜੀ, ਤਾਂ ਇਸ ਦਾ ਇਹ ਮਤਲਬ ਆ। ਦੂਸਰੇ ਦੇ ਵਿੱਚ ਦੇਖੋ, ਮਤਲਬ ਮੈਂ ਤੁਹਾਨੂੰ ਨਾ ਮੋਟਾ ਮੋਟੀ ਦੱਸ ਦਿਨਾਂ ਦੇ ਵਿੱਚ ਹੋਰ ਕੀ ਲਿਖਿਆ ਇੱਥੋਂ ਕਿ ਮੋਤੀਆਬਿੰਦ ਦੀ ਸ਼ੁਰੂਆਤ ਨਜ਼ਰ ਨੂੰ ਦੋਸਤੋ ਧੁੰਦਲਾ ਕਰ ਦਿੰਦੀ ਹੈ। ਕਈ ਵਾਰੀ ਮੋਤੀਆਬਿੰਦ ਦਾ ਮਰੀਜ਼ ਇੱਕ ਵਸਤੂ ਦੇ ਚਿੱਤਰ ਦੀ ਬਜਾਏ ਦੋਸਤੋ ਕਈ ਚਿੱਤਰ ਦੇਖਦਾ ਹੈ। ਮੋਤੀਆਬਿੰਦ ਦੇ ਹੌਲੀ ਹੌਲੀ ਵਿਕਾਸ ਦੇ ਕਾਰਨ ਦੋਸਤੋ ਪੀੜਤ ਵਿਅਕਤੀ ਆਪਣੀ ਨਜ਼ਰ ਗਵਾ ਲੈਂਦਾ ਹੈ, ਉਸ ਲਈ ਦੋਸਤੋ ਸੰਸਾਰ ਹਨੇਰਾ ਜਿਹੜਾ ਹੈਗਾ ਹੋ ਜਾਂਦਾ ਹੈ। ਠੀਕ ਹੈ, ਤੇ ਇਹਦੇ ਵਿੱਚ ਲਿਖਿਆ ਹੋਇਆ ਦੋਸਤੋ ਕਿ ਮੋਤੀਆਬਿੰਦ ਦਾ ਵਿਕਾਸ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਹਾਲਾਂਕਿ ਹੇਠ ਦਿੱਤੇ ਕਾਰਕਾਂ ਇਸ ਦੇ ਗਠਨ ਲਈ ਜ਼ਿੰਮੇਵਾਰ ਹੋ ਸਕਦੇ ਹਨ। ਮੋਤੀਆਬਿੰਦ ਆਮ ਤੌਰ ਤੇ ਦੋਸਤੋ ਬੁਢਾਪੇ ਵਿੱਚ ਵਿਕਸਿਤ ਹੁੰਦਾ ਹੈ, ਪਰ ਕਈ ਵਾਰੀ ਬੱਚੇ ਖਾਨਦਾਨੀ ਨੁਕਸ ਕਾਰਨ ਮੋਤੀਆਬਿੰਦ ਨਾਲ ਪੈਦਾ ਹੁੰਦੇ ਹਨ। ਅੱਖਾਂ ਦੀਆਂ ਸੱਟਾਂ ਵੀ ਮੋਤੀਆਬਿੰਦ ਦਾ ਕਾਰਨ ਬਣ ਸਕਦਾ ਹੈ। ਤੇ ਇਹਦੇ ਵਿੱਚ ਲਿਖਿਆ ਹੋਇਆ ਆਪਣਾ ਕਿ ਲੰਬੇ ਸਮੇਂ ਤੱਕ ਜਿਹੜਾ ਹੈਗਾ ਸੂਰਜ ਦੀਆਂ ਕਿਰਨਾਂ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਦੋਸਤੋ ਦੂਜਿਆਂ ਨਾਲੋਂ ਜਿਹੜਾ ਹੈਗਾ ਪਹਿਲਾਂ ਮੋਤੀਆ ਦਾ ਜਿਹੜਾ ਹੈਗਾ ਸ਼ਿਕਾਰ ਹੋ ਜਾਂਦੇ ਹਨ। ਠੀਕ ਹੈ ਜੀ, ਤੇ ਮੋਤੀਆ ਦਾ ਦੋਸਤੋ ਵਿਕਾਸ ਹੁੰਦਾ ਹੈ। ਠੀਕ ਹੈ ਜੀ, ਇਹਦੇ ਵਿੱਚ ਆ ਲਿਖਿਆ ਹੋਇਆ ਵਾ ਕਿ ਬਈ ਲੋਕਾਂ ਨੂੰ ਨਾ ਦੂਜਿਆਂ ਨਾਲੋਂ ਪਹਿਲਾਂ ਮੋਤੀਆ ਦਾ ਜਿਹੜਾ ਹੈਗਾ ਵਿਕਾਸ ਹੁੰਦਾ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਜਿਹੜਾ ਹੈਗਾ ਆਪਣਾ ਸਿਗਰੋਨੋਟੇਸ਼ੀ ਦੇ ਦੌਰਾਨ ਦੋਸਤੋ ਸਾਹ ਲੈਣ ਵਾਲਾ ਧੂੰਆਂ ਅੱਖ ਨੂੰ ਜਿਹੜਾ ਹੈਗਾ ਅੰਦਰੂਨੀ ਤੌਰ 'ਤੇ ਨੁਕਸਾਨ ਪਹੁੰਚਾਉਂਦਾ ਹੈ। ਠੀਕ ਹੈ ਜੀ, ਤੇ ਅੱਗੇ ਲਿਖਿਆ ਹੋਇਆ ਦੋਸਤੋ ਇਹਦੇ ਵਿੱਚ ਕਿ ਅਲਟਰਾਵਾਇਲਟ ਰੇਡੀਏਸ਼ਨ ਮਨੁੱਖੀ ਅੱਖ ਲਈ ਦੋਸਤੋ ਅਦਿੱਖ ਚਮੜੀ ਦੇ ਕੈਂਸਰ ਨਾਲ ਜੁੜਿਆ ਹੋਇਆ ਹੈ। ਪੀੜਤ ਵਿਅਕਤੀ ਦ੍ਰਿਸ਼ਟੀ ਗਵਾ ਲੈਂਦਾ ਹੈ ਅਤੇ ਸੰਸਾਰ ਉਸ ਲਈ ਜਿਹੜਾ ਹੈਗਾ ਹਨੇਰਾ ਹੋ ਜਾਂਦਾ ਹੈ। ਤੇ ਹੁਣ ਦੋਸਤੋ ਸਹੀ ਵਿਕਲਪ ਚੁਣੋ। ਪ੍ਰਸ਼ਨਾਂ ਦੇ ਉੱਤਰ ਦੇਖਦੇ ਹਾਂ ਦੋਸਤੋ। ਸਭ ਤੋਂ ਪਹਿਲਾਂ ਆਪਣਾ ਪ੍ਰਸ਼ਨ ਹੈ ਕਿ ਵਟ ਇਜ਼ ਦਾ ਮੇਜਰ ਕਾਊਜ਼ ਆਫ ਬਲਾਈਂਡਨੈਸ। ਠੀਕ ਹੈ, ਅੰਨੇਪਨ ਦਾ ਮੁੱਖ ਕਾਰਨ ਕੀ ਹੈ? ਤਾਂ ਸਿੰਪਲ ਜੀ ਗੱਲ ਆ ਦੋਸਤੋ, ਇਹਦਾ ਬੀ ਆਪਸ਼ਨ ਕਰੈਕਟ ਹੋਏਗਾ, ਯਾਨੀ ਕਿ ਕੈਟਰੈਕਟ। ਠੀਕ ਹੈ ਜੀ, ਅਗਲਾ ਪ੍ਰਸ਼ਨ ਹੈ ਦੋਸਤੋ ਕੈਟਰੈਕਟ ਅਫੈਕਟਸ ਦਾ ਡੈਸ਼। ਠੀਕ ਹੈ ਜੀ, ਤਾਂ ਮੋਤੀਆਬਿੰਦ ਅੱਖਾਂ ਨੂੰ ਜਿਹੜਾ ਹੈਗਾ ਦੋਸਤੋ ਪ੍ਰਭਾਵਿਤ ਕਰਦਾ ਹੈ, ਤਾਂ ਆਈਜ਼ ਇਜ਼ ਦਾ ਆंसर आ जाएगा। आगे है दोस्तों अपना अगला प्रश्न कि भाई फाइंड द एंटोनियम्स ऑफ द वर्ड ऑब्स्ट्रक्ट फ्रॉम द पैसेज। यानी कि दोस्तों कि ਜਿਹੜਾ ਇਹ ਪੈਸੇਜ ਤੁਹਾਡਾ ਦਿੱਤਾ ਹੋਇਆ ਵਾ ਉਹਦੇ ਵਿੱਚ ऑब्स्ट्रक्ट शब्द ਦਾ ਨਾ ਵਿਪਰੀਤ ਸ਼ਬਦ। ਠੀਕ ਹੈ ਜੀ, ਇੱਥੇ ਵਿਪਰੀਤ ਐਂਟੋਨੀਮ ਮਤਲਬ ਕੀ ਹੁੰਦਾ ਦੋਸਤੋ? ਵਿਪਰੀਤ ਸ਼ਬਦ ਦੱਸੋ। ਤਾਂ ऑब्स्ट्रक्ट ਦਾ ਦੋਸਤੋ ਕੀ ਹੁੰਦਾ ਵਾ ਇੱਥੇ? ऑब्स्ट्रक्ट ਦਾ ਦੋਸਤੋ ਆ ਜਾਏਗਾ ਇੱਥੇ ਆਪਣਾ ਕਲੀਅਰ ਆंसर ਆ ਜਾਏਗਾ, ਯਾਨੀ ਕਿ ਸਾਫ਼। ਠੀਕ ਹੈ ਜੀ, ਤੇ ਅਗਲਾ ਪ੍ਰਸ਼ਨ ਦੋਸਤੋ ਕੀ ਹੈ? ਵਿਚ ਫੈਕਟਰ ਆਰ ਰਿਸਪੋਂਸੀਬਲ ਫॉर द ਫੋਰਮੇਸ਼ਨ ਆਫ ਅ ਕਟਰੈਕਟ, ਯਾਨੀ ਕਿ ਮੋਤੀਆਬਿੰਦ ਦੇ ਗਠਨ ਲਈ ਕਿਹੜੇ ਕਾਰਕ ਜਿਹੜੇ ਹੈਗੇ ਜ਼ਿੰਮੇਵਾਰ ਹਨ? ਤਾਂ ਦੋਸਤੋ ਇਹਦਾ ਆंसर ਆ ਜਾਏਗਾ ਹੈਰੀਡਿਟਰੀ ਡਿਫੈਕਟ, ਆਈ ਇੰਜਰੀਜ਼ ਐਂਡ 올ਡ ਏਜ। ਇਹ ਮੈਨੂੰ ਲੱਗਦਾ ਕਿ ਇਹ ਵਾਲਾ ਆंसर ਆਏਗਾ। ਅਗਰ ਤੁਹਾਨੂੰ ਲੱਗਦਾ ਕਿ ਕੋਈ ਹੋਰ ਆਉਣਾ ਚਾਹੀਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ। ਜਿੱਥੇ ਤੱਕ ਮੈਨੂੰ ਲੱਗਦਾ ਕਿ ਆਹੀ ਪਹਿਲਾ ਵਾਲਾ ਆਪਸ਼ਨ ਆਏਗਾ। ਠੀਕ ਹੈ ਜੀ, ਤੇ ਦੂਸਰਾ ਦੋਸਤੋ ਹੁਣ ਅਗਲਾ ਦੇਖੋ ਕੀ ਹੈ। ਅਗਲਾ ਹੈ ਇੱਥੇ ਆਪਣਾ हाँ जी दोस्तों, तो अगला प्रश्न देखो की है कि विच टाइप ऑफ कैंसर इज काउज्ड बाय अल्ट्रावायलेट रेडिएशन। ठीक है जी, मतलब दोस्तों अल्ट्रावायलेट जड़ियाँ किरणा कारण किस किस्म का जोड़ा है कैंसर होंदा है? तो दोस्तों इसका आंसर आएगा स्किन कैंसर, चमड़ी का कैंसर। अगला है दोस्तों फाइंड द वर्ड
फ्रॉम द पैसेज दैट मीन दैट थ्रो विच लाइट कैन नॉट एंटर। ठीक है, यानी कि दोस्तों ਜਿਹੜਾ ਇਹ ਪੈਸੇਜ ਤੁਹਾਡਾ ਦਿੱਤਾ ਹੋਇਆ ਵਾ ਉਹਦੇ ਮਤਲਬ ਉਹਦੇ ਵਿੱਚ ਦੱਸੋ ਕਿ ਬਈ ਜਿਸ ਦਾ ਅਰਥ ਹੈ ਕਿ ਮਤਲਬ ਸ਼ਬਦ ਲੱਭੋ ਜਿਹੜਾ ਹੈ ਜਿਸ ਦਾ ਅਰਥ ਜਿਸ ਰਾਹੀਂ ਦੋਸਤੋ ਪ੍ਰਕਾਸ਼ ਪ੍ਰਵੇਸ਼ ਨਹੀਂ ਕਰ ਸਕਦਾ। ਤਾਂ ਦੋਸਤੋ ਇਹਦਾ ਆ ਜਾਏਗਾ ਆਪਣਾ ਓਪੇਕ। ਠੀਕ ਹੈ, ਓਪੇਕ ਮਤਲਬ ਦੋਸਤੋ ਕੀ ਹੁੰਦਾ ਵਾ, ਧੁੰਦਲਾ। ਠੀਕ ਹੈ ਜੀ, ਤੇ ਹੁਣ ਦੋਸਤੋ ਅਗਲਾ ਪ੍ਰਸ਼ਨ ਦੇਖੋ ਇੱਥੇ ਕੀ ਹੈ ਕਿ ਵਾਈ ਡਸ ਦਾ ਲੈਂਸ ਆਫ ਦਾ ਆਈ ਬਿਕਮ ਓਪੇਕ ਇਨ 올ਡ ਏਜ। ਠੀਕ ਹੈ ਜੀ, ਯਾਨੀ ਕਿ ਬੁਢਾਪੇ ਵਿੱਚ ਜਿਹੜਾ ਹੈਗਾ ਅੱਖਾਂ ਦਾ ਲੈਂਜ ਧੁੰਦਲਾ ਕਿਉਂ ਹੋ ਜਾਂਦਾ ਹੈ। ਠੀਕ ਹੈ ਜੀ, ਤਾਂ ਦੋਸਤੋ ਇਹਦਾ ਆਨਸਰ ਤੁਸੀਂ ਦੇਖ ਸਕਦੇ ਹੋ ਕਿ ਕੀ ਆ। ਇਹਦਾ ਲਿਖਿਆ ਹੋਇਆ ਇਹਨਾਂ ਨੇ ਆਨਸਰ ਲੈਂਸ ਆਫ ਹਾਰਡਨੈਸ ਐਂਡ ਦਾ ਲੂਜ਼ਿਸ ਇਟਸ ਟ੍ਰਾਂਸਪੇਰੈਂਸੀ। ਠੀਕ ਹੈ ਜੀ, ਤਾਂ ਦੋਸਤੋ ਮਤਲਬ ਕਿ ਜਿਹੜਾ ਹੈਗਾ ਵਾ ਅੱਖ ਦੇ ਲੈਂਸ ਜਿਹੜੇ ਹੈਗੇ ਸਖਤ ਹੋ ਜਾਂਦੇ ਹਨ ਅਤੇ ਆਪਣੀ ਪਾਰਦਰਸ਼ਤਾ ਜਿਹੜੀ ਹੈਗੀ ਆ ਗਵਾ ਦਿੰਦੇ ਹਨ। ਠੀਕ ਹੈ ਜੀ, ਤਾਂ ਇਹਦਾ ਆਨਸਰ ਇਹ ਵਾਲਾ ਹੋ ਜਾਏਗਾ ਲੈਂਸ ਆਫ ਹਾਰਡਨਸ ਐਂਡ ਲੂਜ਼ਿਸ ਇਟਸ ਟ੍ਰਾਂਸਪੇਰੈਂਸੀ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਹੋ ਗਿਆ। ਅਗਲਾ ਦੇਖੋ ਦੋਸਤੋ ਪ੍ਰਸ਼ਨ ਕੀ ਹੈ ਕਿ ਹਾਊ ਡਜ਼ ਕੈਟਰੈਕਟ ਅਫੈਕਟ ਇਟਸ ਵਿਕਟਮ ਅਲਟੀਮੇਟਲੀ। ਠੀਕ ਹੈ, ਆਖਿਰਕਾਰ ਮੋਤੀਆਬਿੰਦ ਆਪਣੇ ਪੀੜਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਤਾਂ ਦੋਸਤੋ ਇਹਦਾ ਆਨਸਰ ਦੇਖੋ ਮੇ ਲੀਡ ਟੂ ਕੰਪਲੀਟ ਲੋਸ ਆਫ ਵਿਜ਼ਨ। ठीक है जी, यानी कि दोस्तों बस ਇਹਦਾ आंसर ਇੰਨਾ ਹੀ ਆ मे लीड टू कंप्लीट लॉस ऑफ विजन्स। यानी कि दोस्तों ਜਿਹੜਾ ਹੈਗਾ ਦੋਸਤੋ ਉਹ ਆਪਣਾ ਪੂਰਾ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਹੈ ਦਰਸ਼ਨ ਦਾ। ਠੀਕ ਹੈ ਜੀ, ਤਾਂ ਉਸਦਾ ਜਿਹੜਾ ਹੈਗਾ ਦਰਸ਼ਨ ਦਾ ਜਿਹੜਾ ਹੈਗਾ ਪੂਰਾ ਨੁਕਸਾਨ ਹੋ ਸਕਦਾ ਹੈ। ਠੀਕ ਹੈ ਜੀ, ਤੇ ਅੱਗੇ ਦੋਸਤੋ ਦੇਖੋ ਕੀ ਲਿਖਿਆ ਹੋਇਆ ਇਹਨਾਂ ਨੇ ਇੱਥੇ ਅੱਗੇ। अगला प्रश्न है दोस्तों कि विच पार्ट ऑफ द आई इज़ डैमेज्ड ड्यू टू कैटरैक्ट। यानी कि बई मोतियाबिंद कारण अखां का किहड़ा हिस्सा जिहड़ा हैगा नुकसानिया जाता है। तो इसका आंसर आ जाएगा दोस्तों कोर्निया। ठीक है जी, कोर्निया जिहड़ा हैगा वा नुकसानिया जाता है। अगला प्रश्न दोस्तों की है, हाँ जी, अगला है दोस्तों हाउ इज़ स्मोकिंग रिस्पॉन्सिबल फॉर द डेवलपमेंट ऑफ की लिखा है दोस्तों फॉर द डेवलपमेंट ऑफ कैटरैक्ट। ठीक है जी, यानी कि दोस्तों ਜਿਹੜਾ ਇਹ ਸਿਗਰਟ ਆ, ਠੀਕ ਹੈ ਜੀ, ਸਮੋਕਿੰਗ ਹੈ ਨਾ, ਸਿਗਰਟ ਜਿਹੜਾ ਆਪਾਂ ਪੀਂਦੇ। ਠੀਕ ਹੈ, ਤਾਂ ਦੋਸਤੋ ਸਿਗਰਟ ਜਿਹੜਾ ਹੈਗਾ ਕਿਸ ਤਰ੍ਹਾਂ ਲਈ ਜਿਹੜਾ ਹੈਗਾ ਜ਼ਿੰਮੇਵਾਰ ਹੈ ਮੋਤੀਆਬਿੰਦ ਦੇ ਵਿਕਾਸ ਦੇ ਵਿੱਚ। ਤਾਂ ਦੇਖੋ ਦੋਸਤੋ ਇਹਦਾ ਆਨਸਰ ਲਿਖਿਆ ਹੋਇਆ ਇਹਨਾਂ ਨੇ ਸਮੋਕ ਵੈਨ ਇਨਹੇਲਡ ਕੈਰੀਜ਼ ਅ ਸਬਸਟੈਂਸ ਦੈਟ ਡੈਮੇਜ ਆਈ ਐਂਡ ਕਾਊਜ਼ਿਸ ਇਨ हाँ जी की लिखा है इंटरनल हार्म। ठीक है जी टू द आई। मतलब दोस्तों ये यही है कि धुआं जो साह अंदर लिया जाता है तो ठीक है जी वह पदार्थ जो अखां नूं नुकसान पहुँचाउंदा है इसका जिहड़ा हैगा कारण बनता है अख नूं जिहड़ा हैगा अंदरूनी नुकसान पहुँचाउंदा है। तो इसका आंसर ये हैगा वा। तो हुण दोस्तों अगला की है तुहाडा रीड द फॉलोइंग पैसेज एंड आंसर द गिवन बिलो। ठीक है जी, आ भी तुहाडा हुण दिता होया वा, इसनूं भी तुसीं पढ़ना वा, फिर जिहड़े कि थल्ले प्रश्नां दे उत्तर देने हैं। तो दोस्तों 2 मिनट ਲਈ ਜਿਹੜਾ ਹੈਗਾ ਸਕਰੀਨ ਨੂੰ ਰੋਕੋ, ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹ ਲਓ ਜਦ ਤੱਕ ਮੈਂ ਵੀ ਪੜ੍ਹ ਲਿਆ। ਤਾਂ ਦੋਸਤੋ ਦੇਖੋ ਇਹਦੇ ਵਿੱਚ ਕੀ ਲਿਖਿਆ ਹੋਇਆ ਤੁਹਾਨੂੰ ਮੈਂ ਮੋਟਾ ਮੋਟੀ ਦੱਸ ਦੇਣਾ। ਇਹਦੇ ਵਿੱਚ ਆਹੀ ਲਿਖਿਆ ਹੋਇਆ ਨਾ ਕਿ ਕਿਤੇ ਹੋਰ ਨਿਯਮਾਂ ਦੇ ਉਲਟ ਭਾਰਤ ਵਿੱਚ ਨੀਤੀ ਨਿਰਮਾਤਾ ਅਤੇ ਅਰਥ ਸ਼ਾਸਤਰੀ ਆਸ਼ਾਵਾਦੀ ਬਣ ਗਏ ਹਨ, ਜਦੋਂ ਕਿ ਬੋਸਿਸ ਚਿੰਤਾਜਨਕ ਕਰਦੇ ਹਨ ਕਿ ਦੇਸ਼ ਦੇ ਜਿਹੜੇ ਹੈਗਾ ਕੇਂਦਰੀ ਬੈਂਕ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ ਦੀ ਅਰਥ ਵਿਵਸਥਾ 20-30 ਸਾਲਾਂ ਦੌਰਾਨ 2 ਅੰਕਾਂ ਦੀ ਦਰ ਨਾਲ ਜਿਹੜਾ ਹੈਗਾ ਵਧਣ ਦੀ ਸੰਭਾਵਨਾ ਹੈ। ਭਾਰਤ ਕੋਲ ਆਪਣੀ ਜਿਹੜੀ ਹੈਗੀ ਵਿਸ਼ਾਲ ਮਿਹਨਤ ਅਤੇ ਪ੍ਰਸ਼ੰਸਾਯੋਗ ਉਦਮੀ ਭਾਵਨਾ ਨਾਲ ਸਮਰੱਥਾ ਹੈ। ਪਰ ਪ੍ਰਾਈਵੇਟ ਸੈਕਟਰ ਜਿਸ ਨੂੰ ਦੋਸਤੋ ਜਿਹੜਾ ਹੈਗਾ 2030 ਤੱਕ 10ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਤੋਂ ਤੀਜੀ ਸਭ ਤੋਂ ਵੱਡੀ ਜਿਹੜੀ ਹੈਗੀ ਆ ਅਰਥ ਵਿਵਸਥਾ ਵੱਲ ਮੋੜਨ ਵਾਲੀ ਭਾਰੀ ਲਿਫਟਿੰਗ ਕਰਨਾ ਹੈ। ਠੀਕ ਹੈ ਜੀ, ਤੇ ਇਹ ਇਸ ਦੇ ਵਿੱਚ ਲਿਖਿਆ ਹੋਇਆ ਵਾ। ਤੇ ਅੱਗੇ ਲਿਖਿਆ ਹੋਇਆ ਵਾ ਕਿ ਬਈ ਕਾਰੋਬਾਰੀ ਲੋਕ ਅਕਸਰ ਜਿਹੜਾ ਹੈਗਾ ਭਾਰਤ ਦੀਆਂ ਮੁਸ਼ਕਿਲਾਂ ਬਾਰੇ ਜਿਹੜੀ ਹੈਗੀ ਆ ਗੱਲ ਜਿਹੜੇ ਹੈਗੇ ਕਰਦੇ ਹਨ। ਠੀਕ ਹੈ ਜੀ, ਤੇ ਗੱਲ ਤਾਂ ਕਰਦੇ ਹਨ ਪਰ ਇਸ ਵਾਰ ਉਹਨਾਂ ਦੀ ਜਿਹੜੀ ਹੈਗੀ ਆ ਨਕਲ ਨੇ ਜਿਹੜਾ ਹੈਗਾ ਘਬਰਾਹਟ ਕੀਤੀ ਹੈ। ਠੀਕ ਹੈ ਜੀ, 2011 ਦੀ ਪਹਿਲੀ ਤਿਮਾਹੀ ਵਿੱਚ GDP 7.8%। ਠੀਕ ਹੈ, 7.8% ਦੀ ਸਾਲਾਨਾ ਦਰ ਨਾਲ ਦੋਸਤੋ 2015-17 ਵਿੱਚ ਇਹ 6-7% ਜਿਹੜੀ ਹੈਗੀ ਹੈ ਦੋਸਤੋ ਤੇ ਕਾਮਯਾਬ ਰਿਹਾ। ਠੀਕ ਹੈ, ਅਰਥ ਵਿਵਸਥਾ ਕੁਦਰਤੀ ਤੌਰ 'ਤੇ ਦੋਸਤੋ ਹੌਲੀ ਹੋ ਸਕਦੀ ਹੈ ਕਿਉਂਕਿ ਘੱਟ ਵਿਆਜ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ ਖਾਦ ਪਦਾਰਥ ਦੀਆਂ ਬੇਤਹਾਸ਼ਾ ਕੀਮਤਾਂ ਕਾਰਨ ਮਹਿੰਗਾਈ ਵਿੱਚ ਵਾਧਾ ਹੋਰ ਵਿਆਪਕ ਤੌਰ 'ਤੇ ਫੈਲ ਗਿਆ ਹੈ, ਜਿਸ ਨਾਲ ਠੀਕ ਹੈ ਸ਼ੱਕ ਪੈਦਾ ਹੋ ਗਿਆ ਹੈ ਕਿ ਭਾਰਤ ਮੱਧਮ ਮਿਆਦ ਵਿੱਚ ਜਿਹੜਾ ਹੈਗਾ ਬਿਨਾਂ ਓਵਰ ਹੀਟਿੰਗ ਦੇ 8-10% ਦੀ ਦਰ ਨਾਲ ਵਿਕਾਸ ਕਰ ਸਕਦਾ ਹੈ। ਠੀਕ ਹੈ ਜੀ, ਤੇ ਇਹ ਜਿਹੜਾ ਹੈਗਾ ਦੋਸਤੋ ਲਿਖਿਆ ਹੋਇਆ ਵਾ। ਹੁਣ ਚਲੋ ਇਹਦਾ ਪ੍ਰਸ਼ਨ ਦੇ ਉੱਤਰ ਦੇਖ ਲੈਂਦੇ ਆ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ, ਵਟ ਰੇਟ ਆਫ ਗਰੋਥ ਡਜ਼ ਦ ਸੈਂਟਰਲ ਬੈਂਕ ਠੀਕ ਹੈ ਜੀ ਪ੍ਰੈਡਿਕਟ ਫॉर द इंडियन इकोनॉमी। ठीक है जी, मतलब दोस्तों ये यही आएगा कि भाई केंद्री बैंक ਜਿਹੜਾ ਹੈਗਾ ਭਾਰਤੀ ਲਈ ਠੀਕ ਹੈ ਕੇਂਦਰੀ ਬੈਂਕ ਨੇ ਭਾਰਤੀ ਲਈ ਦੋਸਤੋ ਵਿਕਾਸ ਦਰ ਦੀ ਭਵਿੱਖਬਾਣੀ ਕਰਦਾ ਹੈ ਅਗਲੇ 20-30 ਸਾਲਾਂ ਲਈ। ਤਾਂ ਉਹ ਕੀ ਹੈ, ਠੀਕ ਹੈ ਜੀ, ਤਾਂ ਉਹ ਹੈਗਾ ਦੋਸਤੋ ਡਬਲ ਡਿਜਿਟ। ਠੀਕ ਹੈ, ਯਾਨੀ ਕਿ ਦੋਹਰੇ ਅੰਕ ਦਾ ਪ੍ਰਤੀਸ਼ਤ। ਤਾਂ ਇਸ ਦਾ ਆਨਸਰ ਇਹ ਵਾਲਾ ਆ ਜਾਏਗਾ C ਆਪਸ਼ਨ। ਠੀਕ ਹੈ ਜੀ, ਤੇ ਹੁਣ ਦੋਸਤੋ ਅਗਲਾ ਪ੍ਰਸ਼ਨ ਕੀ ਹੈ ਕਿ ਹੂ ਇਜ਼ ਸਪੋਜ਼ਡ
ਟੂ ਦ ਹੈਵੀ ਲਿਫਟਿੰਗ ਟੂ ਟਰਨ ਇੰਡੀਆ ਇਨਟੂ ਥਰਡ ਦਾ ਲਾਰਜੈਸਟ ਇਕਨੋਮੀ। ਠੀਕ ਹੈ ਜੀ, ਯਾਨੀ ਕਿ ਦੋਸਤੋ ਭਾਰਤ ਨੂੰ ਤੀਜੇ ਸਭ ਤੋਂ ਵੱਡੇ ਦੇਸ਼ ਵਿੱਚ ਬਦਲਣ ਲਈ ਭਾਰੀ ਲਿਫਟਿੰਗ ਕਿਸ ਨੂੰ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਤਾਂ ਇਹਦਾ ਆਨਸਰ ਆ ਜਾਏਗਾ ਦੋਸਤੋ ਆਪਣਾ ਪ੍ਰਾਈਵੇਟ ਸੈਕਟਰ। ਠੀਕ ਹੈ ਜੀ, ਯਾਨੀ ਕਿ ਦੋਸਤੋ ਜਿਹੜੇ ਆਪਣੇ ਨਿੱਜੀ ਖੇਤਰ ਹੁੰਦੇ ਆ। ਅਗਲਾ ਪ੍ਰਸ਼ਨ ਦੋਸਤੋ ਕੀ ਹੈ ਕਿ ਤੀਸਰਾ ਪ੍ਰਸ਼ਨ, ਵਟ ਇਜ਼ ਇੰਡੀਆ ਕੈਪੇਬਿਲਿਟੀ ਟੂ ਗਰੋ ਬੇਸਡ ਔਨ। ਠੀਕ ਹੈ ਜੀ, ਯਾਨੀ ਕਿ ਦੋਸਤੋ ਭਾਰਤ ਦੀ ਵਿਕਾਸ ਕਰਨ ਦੀ ਸਮਰੱਥਾ ਕਿਸ ਆਧਾਰ ਤੇ ਹੈ। ਤਾਂ ਇਹਦਾ ਆਨਸਰ ਹੈ ਦੋਸਤੋ ਇਟ ਇਜ਼ ਬੇਸਡ ਔਨ ਆਵਰ ਵਾਸਟ ਲੇਬਰ ਐਂਡ ਲਾਊਡਡ ਐਂਟਰਪ੍ਰੇਨਿਓਰੀਅਲ ਸਪਿਰਿਟ। ਮਤਲਬ ਦੋਸਤੋ ਇਹ ਸਾਡੀ ਜਿਹੜੀ ਹੈਗੀ ਆ ਵੱਡੀ ਕਿਰਤ ਸ਼ਕਤੀ ਅਤੇ ਸਾਡੀ ਉਦਮੀ ਭਾਵਨਾ ਤੇ ਆਧਾਰਿਤ ਹੈ। ਠੀਕ ਹੈ, ਅਗਲਾ ਪ੍ਰਸ਼ਨ ਦੋਸਤੋ ਦੇਖੋ ਕੀ ਹੈ, ਵਟ ਇਜ਼ ਕਾਸਟਿੰਗ ਡਾਊਟ ਓਵਰ ਇੰਡੀਆ ਗਰੋਥ ਰੇਟ। ਠੀਕ ਹੈ ਜੀ, ਯਾਨੀ ਕਿ ਹਵਾਲੇ ਵਿੱਚ ਕਿਸੇ ਜਿਹੜੇ ਹੈਗੇ ਆ ਦੋਸਤੋ ਇਹਦੇ ਵਿੱਚ ਕੀ ਲਿਖਿਆ ਵਾ, ਹਾਂਜੀ ਤਾਂ ਦੋਸਤੋ ਇਹ ਨਹੀਂ, ਇਹ ਲਿਖਿਆ ਹੋਇਆ ਦੋਸਤੋ ਇਹਦੇ ਵਿੱਚ ਕਿ ਮਤਲਬ ਦੋਸਤੋ ਸ਼ੱਕ ਦੇ ਜਿਹੜੇ ਹੈਗੇ ਆ ਦੋ ਮੁੱਖ ਕਾਰਨ ਕੀ ਨੇ। ਠੀਕ ਹੈ ਜੀ, ਤਾਂ ਇਹਦੇ ਮਤਲਬ ਦੋ ਮੁੱਖ ਕਾਰਨ ਨੇ। ਠੀਕ ਹੈ ਜੀ, ਇੱਕ ਤਾਂ ਇਹੀ ਆ ਦੇਖੋ ਇਹਨਾਂ ਨੇ ਦੋ ਲਿਖਿਆ ਨਾ ਇੱਥੇ, ਦੋ ਮੁੱਖ ਕਾਰਨ ਨੇ। ਠੀਕ ਹੈ ਜੀ, ਸ਼ੱਕ ਦੇ ਕੀ ਨੇ ਮਤਲਬ ਜਿਹੜਾ ਹੈਗਾ ਵਾ ਇੰਡੀਆ ਗਰੋਥ ਰੇਟ ਦੇ। ਤਾਂ ਦੋਸਤੋ ਦੇਖੋ ਇਹਨੂੰ ਮਤਲਬ ਦੋਸਤੋ ਇਹਦੇ ਵਿੱਚ ਆਹੀ ਆ ਕਿ ਬਈ ਭਾਰਤ ਦੀ ਵਿਕਾਸ ਦਰ ਤੇ ਜਿਹੜਾ ਹੈਗਾ ਸ਼ੱਕ ਕੀ ਹੈ। ਠੀਕ ਹੈ, ਤਾਂ ਦੋ ਮੇਨ ਰੀਜ਼ਨ ਨੇ ਇਹਦੇ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਰੀਜ਼ਨ ਤੁਸੀਂ ਦੇਖ ਸਕਦੇ ਹੋ ਕੀ ਲਿਖਿਆ ਇਹਨਾਂ ਨੇ, ਵਿਦਡਰਾਅਲ। ਠੀਕ ਹੈ ਜੀ, ਆਫ ਲੋ ਇੰਟਰਸਟ ਰੇਟਸ ਐਂਡ ਪਬਲਿਕ ਸਪੈਂਡਿੰਗ। ਠੀਕ ਹੈ ਜੀ, ਮਤਲਬ ਦੋਸਤੋ ਇਹਦੇ ਵਿੱਚ ਪਹਿਲੇ ਦੇ ਵਿੱਚ ਆਹੀ ਹੈ ਕਿ ਘੱਟ ਵਿਆਜ ਦਰਾਂ ਅਤੇ ਜਨਤਕ ਖਰਚਿਆਂ ਨੂੰ ਵਾਪਸ ਲੈਣਾ। ਠੀਕ ਹੈ, ਵਿਦਡਰਾਅਲ। ਠੀਕ ਹੈ, ਵਿਦਡਰਾਅਲ ਮਤਲਬ ਦੋਸਤੋ ਹੁੰਦਾ ਵਾਪਸ ਲੈਣਾ। ਠੀਕ ਹੈ ਜੀ, ਤੇ ਹੁਣ ਅੱਗੇ ਦੋਸਤੋ ਇਹਦੇ ਵਿੱਚ ਲਿਖਿਆ ਹੋਇਆ ਵਾ ਆਪਣਾ दूसरा पॉइंट, और सर्ज इन इन्फ्लेशन अबाउट बाय एक्सट्रीमली हाई फूड प्राइस। ठीक है जी, यानी कि दोस्तों महंगाई विच जिहड़ा हैगा वाधा बहुत जिहड़ा हैगा बहुत महंगाई विच वाधा बहुत उच्च भोजन कीमतां। ठीक है जी, तो इसका ये मतलब है। ठीक है, तो यही इसका आंसर हो गया। दूसरा हुण दोस्तों अगे देखते हैं अगे की है, फिलिंग द ब्लैंक्स विद सुटेबल वर्ड फ्रॉम द पैसेज। ठीक है जी, ही सफर्ड फ्रॉम अ ब्रेक डाउन। ठीक है जी, ही सफर्ड फ्रॉम अ डैश ब्रेक डाउन। तो नर्वस इत्थे आंसर आ जाएगा दोस्तों, नर्वस ब्रेक डाउन। ठीक है जी, तो वह दोस्तों जो हैगा वा ये इत्थे दोस्तों नर्वस ब्रेक डाउन आ जाएगा। अगे है दोस्तों अगला प्रश्न, मतलब घबराहट। नर्वस मतलब दोस्तों की होंदा घबराहट। ठीक है जी, वह टुटण की जिहड़ी है पीड़ित सी, यानी कि वह घबराहट की जिहड़ी हैगी पीड़ित सी। ठीक है जी, तो अगे है दोस्तों अपना मैथ का कॉलम है। मैथ का कॉलम के देखो दोस्तों पहला की है क्राइसिस। ठीक है जी, तो क्राइसिस का जिहड़ा हैगा दोस्तों डिफिकल्ट फेस हो जाएगा। ठीक है जी, तो डिफिकल्ट फेस हो जाएगा इसका। तो दोस्तों ऑप्टीमिस्ट का जिहड़ा हैगा वा हो जाएगा, तुसीं देख सकते हो ऑप्टीमिस्ट का हो जाएगा दोस्तों अपना वन वू लुक फॉरवर्ड अ पॉजिटिव आउटकम। तो दोस्तों क्राइसिस का मतलब की हुंदा वा संकट। ठीक है जी, तो यदा डिफिकल्ट फेस मतलब क्यों लाया वा, मुश्किल पड़ा। ठीक है, ऑप्टिमिस्ट का मतलब दोस्तों आशावादी हुंदा वा। तो यदा दोस्तों वन हू लुक्स फॉरवर्ड अ पॉजिटिव आउटकम मतलब एक जो जिहड़ा हैगा पॉजिटिव नतीजे की उम्मीद करता है। ठीक है जी, तो हुण दोस्तों तुहाडा राइटिंग स्किल्स ने। ठीक है जी, तो ये की है सब तो पहला देख लो सैक्शन बी राइटिंग स्किल्स ग्रामर एंड ट्रांसलेशन। तो सब तो पहला दोस्तों ये तुहानूं जिहड़ा हैगा प्रैस ही करनी है। ठीक है जी, तो प्रैस दे विच दोस्तों कुछ औखा नहीं हुंदा वा, बस तुसीं जिहड़ियां इहदियां लाइनां ने इंपॉर्टेंट वो लिखनी होंगी है, तो एक मेन जी हैडिंग आ वो लिखनी होंगी है। ठीक है, जिहड़ियां मतलब बार बार जो वर्ड घूम रहा होगा जिसमें कि ये कल्चर ऑफ पंजाब के बारे गल हो रही है। जिमें कि देखो दोस्तों ये लिखा ना, पंजाब इज़ लैंड ऑफ 5 रिवर्स, मतलब पंजाब जो है 5 दरियावां की धरती है। ठीक है जी, तो इट इज़ कल्चर इज़ ऑन वन ऑफ ओल्डेस्ट एंड द रिचेस्ट इन इंडिया एज वैल एज द इंटायर वर्ल्ड। ठीक है जी, यानी कि दोस्तों इसकी संस्कृति भारत के नाल पूरी दुनिया में जिहड़ा हैगा सब तो पुरानी और सब तो अमीर है। ठीक है, इट इज़ इन एपरेंट इन वाइब्रेंट डांस फोक सॉन्ग पोएट्री पेंटिंग आर्कीटैक्चर ट्रेडिशन वैल्यू। ठीक है, क्विज़न्स फोक गेम एक्सैक्ट्रा। ठीक है जी, तो इसके जोड़े है जीवंत नाचा लोक गीता कविता चित्रकारी आर्कीटैक्चर परंपरावां कदरां कीमतां पकवाना लोक खेडां आदि विच जिहड़ी हैगी आ दोस्तों ज़ाहिर हुंदा है। ठीक है, तो दोस्तों इसका आंसर आप सीधा देख लें कि इसका आंसर किस तरह बनेगा। दोस्तों इसका टाइटल सब तो पहला बन जाएगा कल्चर ऑफ पंजाब। ठीक है जी, तो इसका टाइटल जो है कल्चर ऑफ पंजाब बन जाएगा। ठीक है, तो यदा हुण दोस्तों प्रैसी भी लिखनी आ। ठीक है जी, तो प्रैसी दोस्तों चलो मैं ये लभ ही लिया वा पूरा। आ देखो दोस्तों आही तुहाडा प्रश्न है ना। ठीक है जी, पंजाब इज़ द लैंड ऑफ 5 रिवर। इसका सोल्यूशन देखो दोस्तों, टाइटल सब तो पहला कल्चर ऑफ पंजाब तुसी इसका लिख देना वा। तो उस तो बाद दोस्तों इसकी प्रैसी जिहड़ियां ने आह जिहड़ियां 3-4 लाइनां लिखियां हुई ने ना दोस्तों ऊपर तो ही चक्कियां हुई ने, मतलब आह वाली लाइनां कल्चर ऑफ पंजाब। ठीक है जी, ऊपर तो ही चक्कियां हुई ने, तुसी इहदे विचों ही लिख देना वा। तो देखो दोस्तों की लिखिया होया वा इहदे विच, कल्चर ऑफ पंजाब इज़ वन ऑफ द ओल्डेस्ट एंड द रिचेस्ट इन द वर्ल्ड। ठीक है जी, जो कि तुहानूं ऊपर असीं पढ़िया सीगा कि बई पंजाब दी सभ्याचार दुनिया के सब तो पुराने तो अमीर सभ्याचार विचों एक है। ठीक है जी, तो
ਇਨਕਲੂਡਸ ਵਾਈਬ੍ਰੈਂਟ ਡਾਂਸ, ਫੋਕ ਸੌਂਗ, ਪੋਇਟਰੀ, ਪੇਂਟਿੰਗ ਐਂਡ ਆਰਕੀਟੈਕਚਰ, ਟ੍ਰੈਡੀਸ਼ਨਲ ਵੈਲਿਊ, ਕੁਇਜ਼ਨਸ ਐਂਡ ਫੋਕ ਗੇਮਸ। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ, ਇਹ ਜਿਹੜੀ ਹੈਗੀ ਜੀਵੰਤ ਡਾਂਸ, ਲੋਕ ਗੀਤ, ਕਵਿਤਰੀ, ਚਿੱਤਰਕਾਰੀ, ਆਰਕੀਟੈਕਚਰ, ਪਰੰਪਰਾ, ਕਦਰਾਂ ਕੀਮਤਾਂ, ਪਕਵਾਨ ਅਤੇ ਲੋਕ ਖੇਡਾਂ ਸ਼ਾਮਿਲ ਨੇ ਇਹਦੇ ਵਿੱਚ। ਠੀਕ ਹੈ ਜੀ। ਗਿੱਧਾ ਐਂਡ ਭੰਗੜਾ, ਮੇਕ ਐਵਰੀਵਨ ਡਾਂਸ ਟੂ ਇਟ ਟਿਊਨਸ, ਯਾਨੀ ਕਿ ਦੋਸਤੋ ਭੰਗੜਾ ਅਤੇ ਜਿਹੜਾ ਹੈਗਾ ਗਿੱਧਾ ਹਰ ਕਿਸੇ ਨੂੰ ਇਸ ਦੀਆਂ ਧੁਨਾਂ 'ਤੇ ਨੱਚਣ ਨੂੰ ਮਜਬੂਰ ਕਰ ਦਿੰਦੇ ਹਨ। ਫੁਲਕਾਰੀ ਇਜ਼ ਦਾ ਫੇਮਸ ਐम्ब्रॉयडरी ਆਫ ਪੰਜਾਬ। ਠੀਕ ਹੈ ਜੀ। ਫੁਲਕਾਰੀ ਪੰਜਾਬ ਦੀ ਮਸ਼ਹੂਰ ਕਢਾਈ ਹੈ। ਫੈਸਟੀਵਲ ਐਂਡ ਟ੍ਰੈਡੀਸ਼ਨ ਆਰ ਸੈਲੀਬ੍ਰੇਟਡ ਵਿਦ ਫੁੱਲ ਸਪਿਰਿਟ, ਪੰਜਾਬ ਹੈਵ ਟੇਕਨ ਦੇਅਰ ਕਲਚਰ ਟੂ ਇੰਟਾਇਰ ਦਾ ਵਰਲਡ। ਠੀਕ ਹੈ ਜੀ। ਯਾਨੀ ਕਿ ਦੋਸਤੋ ਤਿਉਹਾਰਾਂ ਅਤੇ ਪਰੰਪਰਾਵਾਂ ਨੂੰ ਪੂਰੀ ਜਿਹੜੀ ਹੈਗੀ ਭਾਵਨਾ ਨਾਲ ਮਨਾਇਆ ਜਾਂਦਾ ਹੈ। ਪੰਜਾਬੀਆਂ ਨੇ ਆਪਣੀ ਸੱਭਿਆਚਾਰ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਹੈ। ਠੀਕ ਹੈ ਜੀ। ਤਾਂ ਇਸ ਦਾ ਆਂਸਰ ਤੁਸੀਂ ਇਸ ਪ੍ਰਕਾਰ ਕੁਛ ਲਿਖ ਸਕਦੇ ਹੋ। ਤੇ ਹੁਣ ਦੋਸਤੋ ਅੱਗੇ ਹੈ, ਦੇਖੋ ਕੀ ਹੈ ਤੁਹਾਡਾ ਅੱਗੇ ਦੋਸਤੋ ਤੁਹਾਡੀ ਹੈਗੀ ਹੈ ਲੈਟਰ ਆ। ਠੀਕ ਹੈ। ਅਟੈਂਪਟ ਐਨੀ ਵਨ ਆਫ ਦਾ ਫੋਲੋਇੰਗ। ਯੂ ਆਰ ਮੀਨਾ, ਯੂ ਲਿਵ ਐਟ 209 ਸੈਕਟਰ 69 ਮੋਹਾਲੀ। ਰਾਈਟ ਅ ਲੈਟਰ ਟੂ ਡਿਪਟੀ ਕਮਿਸ਼ਨਰ ਆਫ ਯੂਰ ਡਿਸਟ੍ਰਿਕਟ ਰਿਕੁਐਸਟਿੰਗ ਫॉर ਅ ਪਾਰਕ ਚਿਲਡਰਨ ਇਨ ਯੂਰ ਸਿਟੀ। ਠੀਕ ਹੈ ਜੀ। ਮਤਲਬ ਉਹੀ ਆ ਕਿ ਬਈ ਆਪਣੇ ਜਿਹੜੇ ਹੈਗੇ ਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣੇ ਸ਼ਹਿਰ ਵਿੱਚ ਬੱਚਿਆਂ ਲਈ ਪਾਰਕ ਬਣਾਉਣ ਲਈ ਇੱਕ ਪੱਤਰ ਲਿਖੋ। ਤਾਂ ਦੋਸਤੋ ਚਲੋ ਇਸਦਾ ਆਂਸਰ ਦੇਖ ਲੈਂਦੇ ਆ। ਆਹੀ ਆਪਣਾ ਵਾ। ਠੀਕ ਹੈ ਜੀ। ਪਾਰਕ ਫॉर ਅ ਚਿਲਡਰਨ ਇਨ ਯੂਰ ਸਿਟੀ, ਤਾਂ ਆਹੀ ਸੇਮ ਆ। ਠੀਕ ਹੈ ਜੀ। ਤਾਂ ਦੇਖੋ ਦੋਸਤੋ ਇਹ ਲਿਖਣਾ ਕਿਵੇਂ, 38 ਸੈਕਟਰ 72 ਕਰਨਾਲ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਸਤੰਬਰ 4 2023 ਤੁਸੀਂ ਇੱਥੇ ਪਾ ਲਿਓ ਦਾ ਡਿਪਟੀ ਕਮਿਸ਼ਨਰ ਕਰਨਾਲ, ਸਬਜੈਕਟ ਲੇਇੰਗ ਆਊਟ ਆਫ ਅ ਪਾਰਕ। ਠੀਕ ਹੈ ਜੀ। ਯਾਨੀ ਕਿ ਦੋਸਤੋ ਪਾਰਕ ਦੇ ਬਾਹਰ ਜਿਹੜਾ ਹੈਗਾ ਲੇਟਣ ਲਈ ਪਾਰਕ ਬਣਾਉਣਾ ਜਾਂ ਬੱਚਿਆਂ ਲਈ, ਤੁਸੀਂ ਇੱਥੇ ਕੁਛ ਵੀ ਆਹ ਲਿਖ ਦਿਓ ਬਸ। ਠੀਕ ਹੈ ਜੀ। ਤਾਂ ਦੇਖੋ ਦੋਸਤੋ ਅੱਗੇ ਕੀ ਲਿਖਿਆ ਇਹਨਾਂ ਨੇ ਕਿ ਸਰ ਆਈ ਵਾਂਟ ਟੂ ਡਰਾ ਯੂਅਰ ਅਟੈਂਸ਼ਨ ਟੂ ਦਾ ਅਰਜੈਂਟ ਨੀਡ ਆਫ ਲਿੰਗ ਪਾਰਕ ਆਊਟ ਆ ਪਾਰਕ ਫॉर ਦਾ ਚਿਲਡਰਨ ਇਨ ਦਾ ਸਿਟੀ। ਠੀਕ ਹੈ ਜੀ। ਮਤਲਬ ਕਿ ਮੈਂ ਤੁਹਾਡਾ ਧਿਆਨ ਸ਼ਹਿਰ ਵਿੱਚ ਬੱਚਿਆਂ ਲਈ ਪਾਰਕ ਬਣਾਉਣ ਦੀ ਫੌਰੀ ਲੋੜ ਵੱਲ ਖਿੱਚਣਾ ਚਾਹੁੰਦਾ ਹਾਂ। ਠੀਕ ਹੈ ਜੀ। ਤੇ ਇਨ ਦਾ ਐਬਸੈਂਸ ਆਫ ਪਾਰਕ, ਠੀਕ ਹੈ, ਪਾਰਕ ਨਾ ਹੋਣ ਕਾਰਨ ਜਿਹੜਾ ਹੈਗਾ ਬੱਚੇ ਜਿਹੜੇ ਹੈਗੇ ਸੜਕ ਦੇ ਕਿਨਾਰੇ ਖੇਡਦੇ ਹਨ। ਠੀਕ ਹੈ ਜੀ। ਤੇ ਅੱਗੇ ਲਿਖਿਆ ਹੈ ਕਿ ਮਤਲਬ ਉਹੀ ਦਾ ਚਿਲਡਰਨ ਪਲੇ ਦਾ ਰੋਡ ਸਾਈਡ। ਠੀਕ ਹੈ। ਦੇ ਰਨ ਟੂ ਕਲੈਕਟ ਦਾ ਬੋਲ ਵਿਦਾਊਟ ਕੇਅਰਿੰਗ ਫॉर ਦਾ ਟ੍ਰੈਫਿਕ ਔਨ ਦਾ ਰੋਡ। ਠੀਕ ਹੈ ਜੀ। ਤਾਂ ਉਹ ਸੜਕ 'ਤੇ ਆਵਾਜਾਈ ਦੀ ਪਰਵਾਹ ਕੀਤੇ ਬਿਨਾਂ ਗੇਂਦ ਨੂੰ ਇਕੱਠਾ ਕਰਨ ਲਈ ਜਿਹੜੇ ਹੈਗੇ ਦੌੜਦੇ ਹਨ। ਦੇ ਮੀਟ ਵਿਦ ਐਨ ਐਕਸੀਡੈਂਟ, ਦੁਰਘਟਨਾ ਦਾ ਸਾਹਮਣਾ ਕਰ ਰਹੇ ਹਨ। ਠੀਕ ਹੈ ਜੀ। ਉਹ ਦੁਰਘਟਨਾ ਦਾ ਸਾਹਮਣਾ ਕਰ ਰਹੇ ਹਨ ਸੌਰੀ। ਓਨਲੀ ਲਾਸਟ month a child, ठीक है, only last month a child was run over by a car when he was attempting to catch a ball. If the children play in the street they break window panes. There is a great need of children park. The piece of land needed for the purpose is no problem. A big tract of government land is lying unused in our area. ठीक है जी। ਮਤਲਬ ਦੋਸਤੋ ਇਹ ਹੈ ਕਿ ਪਿਛਲੇ ਮਹੀਨੇ ਇੱਕ ਜਿਹੜੀ ਹੈਗੀ ਆ ਬਾਲ ਫੜਨ ਦੀ ਕੋਸ਼ਿਸ਼ ਕਰਨ ਵਿੱਚ ਇੱਕ ਬੱਚੇ ਨੂੰ ਜਿਹੜਾ ਹੈਗਾ ਇੱਕ ਕਾਰ ਨੇ ਜਿਹੜਾ ਭਜਾਇਆ ਸੀ, ਮਤਲਬ ਲਪੇਟ ਦੇ ਵਿੱਚ ਲੈ ਲਿਆ ਸੀਗਾ। ਜੇਕਰ ਬੱਚੇ ਗਲੀਆਂ ਵਿੱਚ ਖੇਡਦੇ ਹਨ ਤਾਂ ਉਹ ਖਿੜਕੀਆਂ ਦੇ ਜਿਹੜੇ ਹੈਗੇ ਆ ਦੋਸਤੋ ਕੀ ਆ ਖਿੜਕੀਆਂ ਤੋੜ ਦਿੰਦੇ ਹਨ। ਠੀਕ ਹੈ ਜੀ। ਤੇ ਚਿਲਡਰਨ ਜਿਹੜਾ ਹੈਗਾ ਪਾਰਕ ਦੀ ਬਹੁਤ ਹੀ ਜ਼ਿਆਦਾ ਲੋੜ ਹੈ। ਇਸ ਮੰਤਵ ਲਈ ਲੋੜੀਂਦੀ ਜ਼ਮੀਨ ਜਿਹੜੀ ਹੈਗੀ ਟੁਕੜਾ ਵੀ, ਅਸੀਂ ਜ਼ਮੀਨ ਦਾ ਟੁਕੜਾ ਵੀ ਜਿਹੜਾ ਹੈਗਾ ਸਮੱਸਿਆ ਨਹੀਂ ਹੈ, ਅਸੀਂ ਜ਼ਮੀਨ ਦਾ ਟੁਕੜਾ ਜਿਹੜਾ ਹੈਗਾ ਉਹ ਵੀ ਮਿਲ ਜਾਏਗਾ। ਸਾਡੇ ਇਲਾਕੇ ਵਿੱਚ ਨਾ ਸਰਕਾਰੀ ਜ਼ਮੀਨਾਂ ਦਾ ਇੱਕ ਵੱਡਾ ਜਿਹੜਾ ਹੈਗਾ ਜਿਹੜਾ ਜ਼ਮੀਨ ਆ, ਠੀਕ ਹੈ ਜੀ, ਉਹ ਅਣਵਰਤਿਆ ਪਿਆ ਹੈ। ਠੀਕ ਹੈ। ਤੇ ਯੂ ਆਰ ਰਿਕੁਐਸਟਡ ਟੂ ਟੇਕ ਪਰਸਨਲ ਇੰਟਰਸਟ ਐਂਡ ਫੁਲਫਿਲ ਦਾ ਲੌਂਗ ਸਟੈਂਡਿੰਗ ਨੀਡ ਆਫ ਦਾ ਸਿਟੀ। ਠੀਕ ਹੈ ਜੀ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੂੰ ਬੇਨਤੀ ਹੈ ਕਿ ਨਿੱਜੀ ਦਿਲਚਸਪੀ ਨੂੰ ਲੈ ਕੇ ਸ਼ਹਿਰ ਦੀ ਜਿਹੜੀ ਹੈਗੀ ਆ ਚਿਰਕੋਣੀ ਲੋੜ ਨੂੰ ਜਿਹੜਾ ਹੈਗਾ ਪੂਰਾ ਕੀਤਾ ਜਾਵੇ। ਠੀਕ ਹੈ ਜੀ। ਤੇ ਥੈਂਕਿੰਗ ਯੂਅਰ ਫੇਥਫੁਲੀ, ਯਾਨੀ ਕਿ ਤੁਹਾਡਾ ਵਫਾਦਾਰ, ਤੁਹਾਡਾ ਧੰਨਵਾਦ ਅਰਜੁਨ। ਠੀਕ ਹੈ ਜੀ। ਯਾਨੀ ਕਿ ਥੈਂਕ ਯੂ ਯੂਅਰ ਮਤਲਬ ਤੁਹਾਡਾ ਧੰਨਵਾਦ, ਫੇਥਫੁਲੀ ਮਤਲਬ ਦੋਸਤੋ ਤੁਹਾਡਾ ਵਫਾਦਾਰ ਅਰਜੁਨ। ਠੀਕ ਹੈ ਜੀ। ਅੱਗੇ ਦੋਸਤੋ ਦੇਖੋ ਤੁਹਾਡੀ ਦੂਸਰੀ ਲੈਟਰ ਹੈ ਯੂਅਰ ਸਰਿਤਾ। ਯੂਅਰ ਐਡਰੈਸ ਇਜ਼ 156 ਕਾਰਵਨ ਅਪਾਰਟਮੈਂਟ ਸੈਕਟਰ 11 ਪਾਨੀਪਤ। ਰਾਈਟ ਐਨ ਐਪਲੀਕੇਸ਼ਨ ਟੂ ਪ੍ਰਿੰਸੀਪਲ ਆਫ ਯੂਅਰ ਸਕੂਲ ਰਿਕੁਐਸਟਿੰਗ ਹਿਮ ਫॉर ਰਿਮਿਸ਼ਨ ਆਫ ਫਾਈਨ। ਠੀਕ ਹੈ ਜੀ। ਮਤਲਬ ਦੋਸਤੋ ਇਹੀ ਆ ਕਿ ਜੁਰਮਾਨੇ ਦੀ ਮਾਫੀ ਲਈ ਜਿਹੜਾ ਹੈਗਾ ਆਪਣੇ ਪ੍ਰਿੰਸੀਪਲ ਨੂੰ ਇੱਕ ਜਿਹੜਾ ਹੈਗਾ ਦੋਸਤੋ ਐਪਲੀਕੇਸ਼ਨ ਲਿਖੋ। ਤਾਂ ਦੋਸਤੋ ਇਹਦਾ ਆਂਸਰ ਦੇਖ ਲੈਂਦੇ। ਤਾਂ ਦੋਸਤੋ ਦੇਖੋ ਆਹੀ ਹੈ ਤੁਹਾਡੀ ਲੈਟਰ ਆ ਸੱਚ ਰਿਮਿਟ ਆਫ ਯੂਅਰ ਫਾਈਨ, ਯਾਨੀ ਕਿ ਰਿਮਿਸ਼ਨ ਆਫ ਫਾਈਨ। ਠੀਕ ਹੈ ਜੀ। ਤਾਂ ਦੇਖੋ ਦੋਸਤੋ ਕਿਸ ਤਰ੍ਹਾਂ ਲਿਖਣਾ ਵਾ, ਤੁਸੀਂ ਐਗਜ਼ਾਮੀਨੇਸ਼ਨ ਹਾਲ ਲੁਧਿਆਣਾ ਸਿਟੀ ਲਿਖ ਲਿਓ। ਇੱਥੇ ਮਾਰਚ 20 2023 ਇੱਥੇ ਮਾਰਚ ਜਿਹੜਾ ਹੈਗਾ ਤੁਸੀਂ ਉਸ ਦਿਨ ਵਾਲੀ ਡੇਟ ਪਾ ਦਿਓ ਜਿਸ ਦਿਨ ਐਗਜ਼ਾਮ ਦੋਗੇ। ਠੀਕ ਹੈ। ਤੇ ਇੱਥੇ ਲਿਖਿਆ ਹੋਇਆ ਅੱਗੇ ਦਾ ਪ੍ਰਿੰਸੀਪਲ ਗਵਰਨਮੈਂਟ ਸਕੂਲ ਕਪੂਰਥਲਾ। ਠੀਕ ਹੈ। ਤੇ ਅੱਗੇ ਦੋਸਤੋ ਦੇਖੋ ਸਬਜੈਕਟ ਰਿਮਿਸ਼ਨ ਆਫ ਫਾਈਨ। ਠੀਕ ਹੈ ਜੀ। ਤੇ ਸਰ ਆਈ ਐਮ ਸਟੂਡੈਂਟ ਆਫ +2 ਕਲਾਸ ਇਨ ਯੂਅਰ ਸਕੂਲ। ਠੀਕ ਹੈ। ਮੈਂ ਤੁਹਾਡੇ ਸਕੂਲ ਵਿੱਚ +2 ਕਲਾਸ ਦਾ ਵਿਦਿਆਰਥੀ ਹਾਂ। ਆਈ ਫੈਲ ਸੀਰੀਅਸਲੀ ਇਲ। ਠੀਕ ਹੈ। ਮੈਂ ਜਿਹੜਾ ਹੈਗਾ ਬੁਰੀ ਤਰ੍ਹਾਂ ਬਿਮਾਰ ਹੋ ਗਿਆ ਸੀ। ਠੀਕ ਹੈ ਜੀ। ਤੇ ਦੇਅਰਫੋਰ ਆਈ ਕੁਡ ਨਾਟ ਟੇਕ ਮਾਈ ਹਾਊਸ ਟੈਸਟ। ਮਾਈ ਫਾਦਰ ਵਾਜ਼ ਅਵੇ ਟੂ ਦਿੱਲੀ। ਆਈ ਕੁਡ ਨਾਟ ਅਪਲਾਈ ਫॉर ਲੀਵ ਇਨ ਟਾਈਮ। ਠੀਕ ਹੈ। ਤਾਂ
फिर की होया कि मैं बीमार हो गया सीगा, इसलिए मैं अपना हाउस टेस्ट जिहड़ा हैगा नहीं दे सकिया। मेरे पिता जी जिहड़े हैगे दिल्ली चले गए, मैं समय सिर छुट्टी लई अर्जी नहीं दे सकिया। नतीजे वजों यानी कि एज अ रिजल्ट आई हैव बीन फाइंड ₹50 आई अटैच विद दिस एप्लीकेशन माई मैडिकल सर्टिफिकेट। ठीक है जी। तो फिर की होया, नतीजे वजों जिहड़ा हैगा ₹50 ਦਾ ਜਿਹੜਾ ਹੈਗਾ जुर्माना मैनू किया गया है। मैं इस अर्जी ਦੇ ਨਾਲ अपना मैडिकल सर्टिफिकेट भी नथी करदा हाँ। It will be bear out the truth of my statement. Moreover, I had fully prepared myself for the test. I am ready to take a retest of any suitable date. In the light of all this, I humbly request to remit my fine. I shall feel obliged to for your act of kindness। ठीक है, मतलब ਇਹਦੇ ਵਿੱਚ ਇਹੀ ਹੈ ਕਿ ਇਹ ਮੇਰੇ ਬਿਆਨ ਦੀ ਸੱਚਾਈ ਦਰਸਾਏਗਾ। ਜਿਹੜਾ ਇਹ ਮੇਰਾ ਸਰਟੀਫਿਕੇਟ ਆ ਮੈਡੀਕਲ ਵਾਲਾ, ਇਸ ਤੋਂ ਇਲਾਵਾ ਮੈਂ ਜਿਹੜਾ ਹੈਗਾ ਆਪਣੇ ਟੈਸਟ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਤਿਆਰ ਕਰ ਲਿਆ ਸੀ। ਮੈਂ ਕਿਸੇ ਵੀ ਜਿਹੜੀ ਹੈਗੀ ਆ ਢੁਕਵੀਂ ਮਿਤੀ 'ਤੇ ਦੁਬਾਰਾ ਟੈਸਟ ਦੇਣ ਲਈ ਜਿਹੜਾ ਹੈਗਾ ਤਿਆਰ ਹਾਂ। ਇਸ ਸਭ ਦੇ ਮੱਦੇਨਜ਼ਰ ਮੈਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਮੇਰਾ ਜੁਰਮਾਨਾ ਮਾਫ ਕਰੋ। ਮੈਂ ਤੁਹਾਡੀ ਦਿਆਲਤਾ ਅਤੇ ਕੰਮ ਲਈ ਜਿਹੜਾ ਹੈਗਾ ਤੁਹਾਡੇ ਵੱਲ ਜਿਹੜਾ ਹੈਗਾ ਵਚਨਬੱਧ ਮਹਿਸੂਸ ਕਰਾਂਗਾ। ਠੀਕ ਹੈ, ਤੇ ਇੱਥੇ ਲਿਖਿਆ ਹੋਇਆ ਇਹਨਾਂ ਨੇ ਥੈਂਕਿੰਗ ਯੂ, ਯਾਨੀ ਕਿ ਤੁਹਾਡਾ ਧੰਨਵਾਦ, ਤੁਹਾਡਾ ਵਫਾਦਾਰ ਸੁਰਜੀਤ ਇੱਥੇ ਲਿਖਿਆ ਹੋਇਆ ਵਾ। ਤੇ ਦੋਸਤੋ ਅੱਗੇ ਹੈ ਤੁਹਾਡਾ ਅਟੈਂਪਟ ਐਨੀ ਵਨ ਫੋਲੋਇੰਗ। ਠੀਕ ਹੈ ਜੀ, ਐਕਸਪਲੇਨ ਦਾ ਫੋਲੋਇੰਗ ਨਿਊਜ਼ਪੇਪਰ ਹੈਡਲਾਈਨ ਇਨ 15 ਤੋਂ 20 ਵਰਡਸ। ਠੀਕ ਹੈ ਜੀ, ਯਾਨੀ ਕਿ ਤੁਹਾਡਾ ਹੈਗਾ ਜਿਹੜਾ ਹੈਗਾ ਅਖਬਾਰ ਦੀ ਸੁਰਖੀ ਨੂੰ 15 ਤੋਂ 20 ਸ਼ਬਦਾਂ ਦੇ ਵਿੱਚ ਸਮਝਾਓ। ਠੀਕ ਹੈ, ਤਾਂ ਦੇਖੋ ਇਹਦੇ ਵਿੱਚ ਕੀ ਹੈ, ਡਿਕਲੇਅਰਡ ਡੈਡ ਨਿਊ ਬੋਰਨ ਫਾਊਂਡ ਅਲਾਈਵ। ਠੀਕ ਹੈ ਜੀ, ਯਾਨੀ ਕਿ ਮ੍ਰਿਤਕ ਘੋਸ਼ਿਤ ਕੀਤਾ ਗਿਆ, ਨਵ ਜਮੇ ਜਿਹੜਾ ਹੈਗਾ ਦੋਸਤੋ ਜਿੰਦਾ ਮਿਲਿਆ। ਇਸ ਦਾ ਇਹ ਮਤਲਬ ਆਨਸਰ ਦੇਖੋ ਦੋਸਤੋ, ਐਕਸਪਲੇਨੇਸ਼ਨ ਸਪਸ਼ਟੀਕਰਨ ਕੀ ਇਹਦਾ ਕਿ ਅ ਪ੍ਰਮੇਚਰ ਬੇਬੀ। ਠੀਕ ਹੈ ਜੀ, who had been proclaimed still born by doctors in northern Malaysia turned out to be alive। ਠੀਕ ਹੈ ਜੀ, ਮਤਲਬ ਦੋਸਤੋ ਇਹਦਾ ਉੱਤਰ ਇਹ ਹੈ, ਮਲੇਸ਼ੀਆ ਵਿੱਚ ਡਾਕਟਰ ਦੁਆਰਾ ਇੱਕ ਜਿਹੜਾ ਹੈਗਾ ਅਚਨਚੇਤੀ ਬੱਚਾ ਜਿਸ ਨੂੰ ਮ੍ਰਿਤਕ ਐਲਾਨਿਆ ਗਿਆ ਸੀ, ਉਹ ਜਿਹੜਾ ਹੈਗਾ ਜਿੰਦਾ ਨਿਕਲਿਆ। ਠੀਕ ਹੈ ਜੀ, ਤਾਂ ਇਹ ਇਸ ਦਾ ਆਨਸਰ ਹੋ ਜਾਏਗਾ। ਅੱਗੇ ਹੈ ਦੋਸਤੋ ਤੁਹਾਡਾ ਅਗਲਾ ਕਿ ਯੂ ਆਰ ਰੋਸ਼ਨ ਰਾਈਟ ਐਨ ਈਮੇਲ ਟੂ ਯੋਰ ਫਰੈਂਡ ਸ਼ਾਮ ਇਨਵਾਈਟਿੰਗ ਹਿਮ ਫॉर द ਓਪਨਿੰਗ ਸੈਰਮਨੀ ਆਫ ਯੋਰ ਨਿਊ ਆਫਿਸ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਦੇਖ ਲੈਂਦੇ ਹਾਂ। ਤਾਂ ਦੋਸਤੋ ਦੇਖੋ ਆਹੀ ਵਾਲੀ ਹੈਗੀ ਨਾ ਤੁਹਾਡੀ ਕਿ ਓਪਨਿੰਗ ਸੈਰਮਨੀ। ਇੱਥੇ ਦੋਸਤੋ ਗੱਲ ਕਿਹੜੀ ਹੋ ਰਹੀ ਆ, ਇੱਥੇ ਦੋਸਤੋ ਓਪਨਿੰਗ ਸੈਰਮਨੀ ਆਫ ਯਰ ਨਿਊ ਆਫਿਸ। ਠੀਕ ਹੈ ਜੀ, ਅਤੇ ਇੱਥੇ ਦੋਸਤੋ ਉਹੀ ਗੱਲ ਆ, ਓਪਨਿੰਗ ਜਾਂ ਇਨੋਗ੍ਰੇਸ਼ਨ ਆਫ ਯਰ ਨਿਊ ਕੰਪਨੀ ਜਾਂ ਫਿਰ ਆਫਿਸ। ਗੱਲ ਇੱਕ ਹੀ ਹੈ ਦੋਸਤੋ, ਸੈਰਮਨੀ ਦੀ ਗੱਲ ਹੀ ਹੋ ਰਹੀ ਹੈ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ, ਇੱਥੇ ਸੈਰਮਨੀ ਲਿਖਿਆ ਵੀ ਹੋਇਆ ਸੀਗਾ ਕਿੱਥੇ। ਠੀਕ ਹੈ ਜੀ, ਇਨੋਗ੍ਰੇਸ਼ਨ ਸੈਰਮਨੀ। ਠੀਕ ਹੈ ਜੀ, ਜੋ ਕਿ ਨਵਾਂ ਅਸੀਂ ਖੋਲ੍ਹ ਰਹੇ ਹਾਂ, ਉਹਦੇ ਬਾਰੇ ਹੀ ਗੱਲ ਇਹਦੇ ਵਿੱਚ ਹੈਗੀ ਆ। ਤਾਂ ਦੋਸਤੋ ਦੇਖੋ ਕਿਵੇਂ ਤੁਸੀਂ ਲਿਖਣੀ ਆ, ਬਸ ਇੱਥੇ ਤੁਸੀਂ ਕੰਪਨੀ ਦੀ ਜਗ੍ਹਾ ਜਿਹੜਾ ਹੈਗਾ ਵਾ ਆਫਿਸ ਪਾ ਲੈਣਾ ਵਾ, ਨਿਊ ਆਫਿਸ। ਠੀਕ ਹੈ ਜੀ, ਤਾਂ ਅੱਗੇ ਹੈ ਦੋਸਤੋ ਦੇਖੋ ਕਿਸ ਤਰ੍ਹਾਂ ਸੈਂਡਡ ਸੇਵ ਡਰਾਫਟ ਰਿਸਕਾਰਡ, ਇਸ ਤਰ੍ਹਾਂ ਦਾ ਫਾਰਮੈਟ ਬਣਾਉਣਾ ਵਾ ਤੁਸੀਂ ਟੂ। ਠੀਕ ਹੈ ਜੀ, ਤਾਂ ਇਹਦੇ ਵਿੱਚ ਦੋਸਤੋ pavankumar@yahoo.com। ਠੀਕ ਹੈ ਜੀ, ਟੂ ਮਤਲਬ ਜਿਹਨੂੰ ਭੇਜਣੀ ਆ ਤੁਸੀਂ, ਫਰੋਮ ਜਿਹਦੇ ਦੁਆਰਾ ਭੇਜੀ ਜਾ ਰਹੀ ਆ ਮਤਲਬ ਤੁਹਾਡੀ। ਠੀਕ ਹੈ ਜੀ, ਜਿਵੇਂ ਕਿ ਇੱਥੇ ਲਿਖਿਆ ਹੈ ਵਿਕਾਸ ਸ਼ਰਮਾ @gmail.com। ਡੇਟ ਕਿੰਨੀ ਤਰੀਕ ਨੂੰ ਭੇਜ ਰਹੇ ਹੋ, ਅਕਤੂਬਰ 19 2020 22 ਜਿਹੜਾ ਹੈਗਾ ਤੁਸੀਂ ਪਾ ਲਿਓ, ਇੱਥੇ 2023 ਦਾ ਪਾ ਲਿਓ ਡੇਟ, 7 PM। ਸਬਜੈਕਟ ਕੀ ਹੈ ਦੋਸਤੋ, ਇਨਵੀਟੇਸ਼ਨ ਟੂ ਇਨੋਗ੍ਰੇਸ਼ਨ ਆਫ ਨਿਊ ਕੰਪਨੀ, ਅਟੈਚ ਫਾਈਲ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਡੀਅਰ ਪਵਨ ਵੀ ਆਰ ਲਾਂਚਿੰਗ ਅ ਨਿਊ ਕੰਪਨੀ। ਠੀਕ ਹੈ ਜੀ, ਅਸੀਂ ਜਿਹੜਾ ਹੈਗਾ ਵਾ ਔਨ 5 ਨਵੰਬਰ 2016 ਮਤਲਬ ਅਸੀਂ 5 ਨਵੰਬਰ 2016 ਨੂੰ ਇੱਕ ਨਵੀਂ ਕੰਪਨੀ ਲਾਂਚ ਕਰ ਰਹੇ ਹਾਂ। ਦਾ ਇਨੋਗ੍ਰੇਸ਼ਨ ਆਫ ਸੈਰਮਨੀ ਵਿਲ ਬੀ ਹੈਲਡ ਐਟ 11 AM ਐਟ 5 11 AM ਐਟ 4 250। ਠੀਕ ਹੈ ਜੀ, ਅਤੇ ਐਟ 4:25। ਠੀਕ ਹੈ ਜੀ, ਤਾਂ ਮਤਲਬ ਇੱਥੇ ਦੋਸਤੋ 11 ਐਟ 2:20 ਆਹ ਮਤਲਬ ਐਡਰੈਸ ਲਿਖਿਆ ਹੋਇਆ, 2 ਮਿੰਟ ਮੈਂ ਦੇਖਦਾ। ਹਾਂਜੀ ਦੋਸਤੋ ਇਹ ਐਡਰੈਸ ਲਿਖਿਆ ਹੋਇਆ ਵਾ 425 ਫੇਸ 1 ਇੰਡਸਟਰੀਅਲ ਏਰੀਆ। ਠੀਕ ਹੈ, ਮਤਲਬ ਦੋਸਤੋ ਇਹੀ ਹੈ। ਉਦਘਾਟਨ ਸਮਾਰੋਹ ਸਵੇਰੇ 11 ਵਜੇ ਜਿਹੜਾ ਹੈਗਾ 425 ਫੇਜ਼ ਉਦਯੋਗਿਕ ਖੇਤਰ ਜਿਹੜਾ ਹੈਗਾ ਦੋਸਤੋ ਫੇਜ਼ 1 ਉਦਯੋਗਿਕ ਖੇਤਰ ਵਿੱਚ ਹੋਵੇਗਾ। ਠੀਕ ਹੈ, ਅਤੇ ਦ ਸੈਰਮਨੀ ਵਿਲ ਬੀ ਫੋਲੋਡ ਬਾਈ ਲਾਂਚ ਪਾਰਟੀ। ਠੀਕ ਹੈ, ਯਾਨੀ ਕਿ ਦੋਸਤੋ ਸਮਾਰੋਹ ਤੋਂ ਬਾਅਦ ਜਿਹੜਾ ਹੈਗਾ ਦੁਪਹਿਰ ਦੇ ਖਾਣੇ ਦੀ ਪਾਰਟੀ ਹੋਵੇਗੀ। ਠੀਕ ਹੈ, ਯੂ ਆਰ ਕੋਰਡੀਲੀ ਇਨਵਾਈਟਡ ਟੂ ਗ੍ਰੇਸ ਓਕੇਸ਼ਨ ਐਂਡ ਓਬਲੀਗ ਅਸ। ਯੂ ਵਿਲ ਆਲਸੋ ਟੂ ਗੈਟ ਓਪਰਚੁਨਿਟੀ ਟੂ ਮੀਟ ਅ ਨੰਬਰ ਆਫ ਡਿਜਨਿਟਰੀਜ਼। ਠੀਕ ਹੈ ਜੀ, ਹੂ ਮੈਟਰ ਮੋਸਟ ਇਨ ਆਵਰ ਡੇਲੀ ਲਾਈਫ। ਠੀਕ ਹੈ ਜੀ, ਮਤਲਬ ਦੋਸਤੋ ਦੇ ਵਿੱਚ ਆਹੀ ਲਿਖਿਆ ਹੋਇਆ ਵਾ
ਕਿ ਬਈ ਤੁਹਾਨੂੰ ਇਸ ਮੌਕੇ ਦੀ ਕਿਰਪਾ ਕਰਨ ਲਈ ਜਿਹੜਾ ਹੈਗਾ ਸਾਡਾ ਧੰਨਵਾਦ ਕਰਨ ਲਈ ਜਿਹੜਾ ਹੈਗਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਤੁਹਾਨੂੰ ਬਹੁਤ ਸਾਰੇ ਜਿਹੜੀ ਹੈਗੀ ਹੈ ਦੋਸਤੋ ਪਤਵੰਤੀਆਂ ਨੂੰ ਮਿਲਣ ਦਾ ਜਿਹੜਾ ਹੈਗਾ ਮੌਕਾ ਮਿਲੇਗਾ, ਜੋ ਸਾਡੇ ਰੋਜ਼ਾਨਾ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਹਨ। ਵਿਦ ਰਿਗਾਰਡਸ ਯਾਨੀ ਕਿ ਦੋਸਤੋ ਆਦਰ ਸਹਿਤ, ਠੀਕ ਹੈ ਜੀ, ਵਿਕਾਸ ਸ਼ਰਮਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਤੁਸੀਂ ਇਸਦਾ ਆਂਸਰ ਲਿਖ ਦੇਣਾ ਵਾ। ਬਾਕੀ ਦੋਸਤੋ ਥੱਲੇ ਦੇਖ ਲਓ ਸੈਂਡ, ਸੇਵ ਡਰਾਫਟ ਤੇ ਡਿਸਕਾਰਡ, ਇਸ ਤਰ੍ਹਾਂ ਦਾ ਵੀ ਲਿਖ ਦਿਓ। ਤੇ ਹੁਣ ਦੋਸਤੋ ਅੱਗੇ ਦੇਖੋ ਕੀ ਹੈ, ਟਰਾਂਸਲੇਸ਼ਨ ਆ, ਠੀਕ ਹੈ ਜੀ। ਤਾਂ ਫੋਲੋਇੰਗ ਸੈਂਟੈਂਸ, ਇਸ ਨੂੰ ਜਿਹੜਾ ਹੈ ਤੁਹਾਡਾ ਲਿਖਿਆ ਹੋਇਆ, ਇਸ ਨੂੰ ਤੁਸੀਂ ਪੰਜਾਬੀ ਤੇ ਹਿੰਦੀ ਦੇ ਵਿੱਚ ਕਨਵਰਟ ਕਰਨਾ ਵਾ। ਤਾਂ ਪਹਿਲਾ ਹੈ ਦੋਸਤੋ ਆਪਣਾ ਸ਼ੀ ਫੋਰਗੇਟ ਹਰ ਪਰਸ ਐਟ ਹੋਮ, ਤਾਂ ਇਸ ਨੂੰ ਪੰਜਾਬੀ ਦੇ ਵਿੱਚ ਲਿਖਾਂਗੇ ਉਹ ਆਪਣਾ ਪਰਸ ਘਰ ਹੀ ਭੁੱਲ ਗਈ। ਤੇ ਹਿੰਦੀ ਦੇ ਵਿੱਚ ਲਿਖਾਂਗੇ ਉਹ ਆਪਣਾ ਪਰਸ ਜੋ ਹੈ ਘਰ ਪਰ ਹੀ ਭੁੱਲ ਗਈ ਥੀ, ਠੀਕ ਹੈ ਜੀ। ਤੇ ਦੂਸਰਾ ਹੈ ਦੋਸਤੋ डोंट किल एनिमल्स, ठीक है जी। तो जानवरों ਨੂੰ ना मारो, तो हिंदी में लिखेंगे जानवरों को मत मारो, ठीक है जी। अगला है दोस्तों इट वाज पिच डार्क आउटसाइड, ठीक है जी। पंजाबी ਦੇ ਵਿੱਚ बहुत बाहर कुप हनेरा सी, हिंदी च बहुत बाहर जो है घना अंधेरा था, ठीक है जी। बाहर जो है घना मतलब दोस्तों ਜਿਹੜਾ ਹੈਗਾ ਵਾ अंधेरा था। ਅੱਗੇ ਹੈ ਦੋਸਤੋ ਟਰਾਂਸਲੇਟ ਦਾ ਫੋਲੋਇੰਗ ਸੈਂਟੈਂਸ ਇਨਟੂ ਇੰਗਲਿਸ਼, ਠੀਕ ਹੈ ਜੀ। ਹੁਣ ਜਿਹੜਾ ਹੈਗਾ ਵਾ ਪੰਜਾਬੀ ਤੇ ਹਿੰਦੀ ਦੇ ਵਿੱਚ ਦਿੱਤਾ ਵਾ, ਤੁਸੀਂ ਇਸ ਨੂੰ ਇੰਗਲਿਸ਼ ਦੇ ਵਿੱਚ ਕਨਵਰਟ ਕਰਨਾ ਵਾ। ਜਿਵੇਂ ਕਿ ਕੀ ਤੁਸੀਂ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਹੋ, ਤਾਂ ਇਸ ਨੂੰ ਦੋਸਤੋ ਇੰਗਲਿਸ਼ ਦੇ ਵਿੱਚ ਲਿਖਾਂਗੇ ਹੈਵ ਯੂ ਲਾਈਵ ਇਨ ਅ ਰੈਂਟਡ ਹਾਊਸ, ਠੀਕ ਹੈ ਜੀ। ਅੱਗੇ ਗਰੀਬ ਦਾ ਮਜ਼ਾਕ ਨਾ ਉਡਾਓ, ਡੋਂਟ ਮੇਕ ਫਨ ਆਫ ਦਾ ਪੂਅਰ। ਅੱਗੇ ਦੋਸਤੋ ਉਹ ਟੇਢੀ ਖੀਰ ਹੈ, ਠੀਕ ਹੈ ਜੀ। ਤਾਂ ਹੀ ਇਜ਼ ਕਰੂਕਡ, ਠੀਕ ਹੈ ਜੀ। ਤਾਂ ਇਸ ਦਾ ਆਂਸਰ ਇਹ ਹੋ ਜਾਏਗਾ। ਅੱਗੇ ਹੈ ਦੋਸਤੋ ਡੂ ਐਜ਼ ਡਾਇਰੈਕਟਡ ਨੇ। ਤੇ ਪਹਿਲਾਂ ਦੇਖੋ ਦੋਸਤੋ ਇਹਦੇ ਵਿੱਚ ਕੀ ਆ, ਫਿਲਿੰਗ ਦਾ ਬਲੈਂਕ ਵਿਦ ਸੁਟੇਬਲ ਡਿਟਰਮੀਨਰਸ, ਠੀਕ ਹੈ ਜੀ। ਤਾਂ ਮਤਲਬ ਡਿਟਰਮੀਨਰਸ ਦਾ ਪ੍ਰਯੋਗ ਕਰਕੇ ਦੋਸਤੋ ਤੁਸੀਂ ਆਹ ਜਿਹੜੇ ਹੈਗੇ ਆ ਇਹ ਮਤਲਬ ਅਨੁਸਾਰ ਇਹਨਾਂ ਦਾ ਆਨਸਰ ਦੇਣੇ ਆ। ਤਾਂ ਦੇਖੋ ਦੋਸਤੋ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ, ਡੈਸ਼ ਮਦਰ ਇਜ਼ ਅ ਟੀਚਰ, ਠੀਕ ਹੈ। ਤਾਂ ਇੱਥੇ ਦੋਸਤੋ ਐਵਰੀ ਆ ਜਾਏਗਾ, ਯਾਨੀ ਕਿ ਜਿਹੜੀ ਕਿ ਹਰ ਮਾਂ ਇੱਕ ਅਧਿਆਪਕ ਹੈ। ਅੱਗੇ ਹੈ ਦੋਸਤੋ ਦ ਕੈਟ ਡਰੈਂਕ ਆਲ ਦਾ ਮਿਲਕ ਆਈ ਹੈਡ, ਠੀਕ ਹੈ ਜੀ। ਯਾਨੀ ਕਿ ਦੋਸਤੋ ਬਿੱਲੀ ਨੇ ਸਾਰਾ ਕੁਝ ਜਿਹੜਾ ਹੈਗਾ ਵਾ, ਸਾਰਾ ਦੁੱਧ ਜਿਹੜਾ ਹੈਗਾ ਪੀ ਲਿਆ ਜੋ ਮੇਰੇ ਕੋਲ ਸੀ, ਠੀਕ ਹੈ ਜੀ। ਤਾਂ ਇੱਥੇ ਦੋਸਤੋ ਮੇਰੇ ਹਿਸਾਬ ਨਾਲ ਤਾਂ ਦਾ ਆਉਣਾ ਵਾ, ਜਾਂ ਫਿਰ ਦੋਸਤੋ ਇੱਥੇ ਦਾ ਲਿਟਲ ਵੀ ਆ ਸਕਦਾ ਵਾ, ਠੀਕ ਹੈ। ਤਾਂ ਹੁਣ ਦੋਸਤੋ ਤੁਸੀਂ ਕਮੈਂਟ ਦੇ ਵਿੱਚ ਦੱਸੋ ਕਿ ਇੱਥੇ ਕੱਲਾ ਦਾ ਆਉਣਾ ਵਾ ਜਾਂ ਫਿਰ ਦਾ ਲਿਟਲ ਮਿਲਕ ਆਵੇਗਾ, ਠੀਕ ਹੈ। ਇਹ ਤੁਸੀਂ ਮੈਨੂੰ ਕਮੈਂਟ ਤੇ ਦੱਸ ਦਿਓ। ਤੇ ਅੱਗੇ ਹੈ ਦੋਸਤੋ ਹਾਊ ਡੈਸ਼ ਸਟੂਡੈਂਟਸ ਆਰ ਪ੍ਰੈਜ਼ੈਂਟ ਟੂਡੇ। ਤਾਂ ਇੱਥੇ ਦੋਸਤੋ ਮੈਨੀ ਆ ਜਾਏਗਾ, ਯਾਨੀ ਕਿ ਦੋਸਤੋ ਅੱਜ ਕਿੰਨੇ ਵਿਦਿਆਰਥੀ ਮੌਜੂਦ ਹਨ, ਠੀਕ ਹੈ। ਅੱਗੇ ਦੋਸਤੋ ਫਿਲਿੰਗ ਦਾ ਬਲੈਂਕਸ ਡਾਇਰੈਕਟਡ ਯੂਜ਼ ਦ ਵਰਡ ਗਿਵਨ ਇਨ ਦਾ ਬ੍ਰੈਕਟਸ। ਤਾਂ ਦੇਖੋ ਗਰਨਿਊਡ ਤੇ ਇਨਫਿਨਿਟਿਵ ਦਿੱਤਾ ਹੈ ਬਸ। ਸਭ ਤੋਂ ਪਹਿਲਾਂ ਹੈ ਦੋਸਤੋ ਆਪਣਾ ਡੈਸ਼ ਤੇ ਇਜ਼ ਮਾਈ ਪੈਸ਼ਨ, ਠੀਕ ਹੈ। ਤਾਂ ਡਾਂਸ ਇਹ ਦਿੱਤਾ ਵਾ, ਇਹਦਾ ਬਣ ਜਾਏਗਾ ਡਾਂਸਿੰਗ, ਠੀਕ ਹੈ ਜੀ। ਨੱਚਣਾ ਯਾਨੀ ਕਿ ਦੋਸਤੋ ਜਿਹੜਾ ਹੈਗਾ ਮੇਰਾ ਸ਼ੌਂਕ ਹੈ, ਠੀਕ ਹੈ। ਅੱਗੇ ਹੈ ਦੋਸਤੋ ਆਪਣਾ ਵੀ ਈਟ ਟੂ ਲਾਈਵ, ਠੀਕ ਹੈ। ਤਾਂ ਇੱਥੇ ਦੋਸਤੋ ਲਾਈਵ ਦਿੱਤਾ ਹੋਇਆ ਸੀਗਾ, ਤਾਂ ਟੂ ਲਾਈਵ ਇੱਥੇ ਆ ਜਾਏਗਾ, ਯਾਨੀ ਕਿ ਅਸੀਂ ਜਿਉਣ ਲਈ ਜਿਹੜਾ ਹੈਗਾ ਦੋਸਤੋ ਖਾਂਦੇ ਹਾਂ। ਅੱਗੇ ਹੈ ਦੋਸਤੋ ਰੀਰਾਈਟ ਦਾ ਗਿਵਨ ਸੈਂਟੈਂਸ, ਡੂ ਇਹ ਵੀ ਡਾਇਰੈਕਟਡ ਆ, ਠੀਕ ਹੈ ਜੀ। ਤਾਂ ਦੇਖੋ ਰੀਰਾਈਟ ਦਾ ਗਿਵਨ ਸੈਂਟੈਂਸ ਐਜ਼ ਡਾਇਰੈਕਟਡ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੈ, ਰੀਰਾਈਟ ਦਾ ਗਿਵਨ ਸੈਂਟੈਂਸ ਆਫਟਰ ਰਿਮੂਵਿੰਗ ਟੂ, ਠੀਕ ਹੈ। ਤਾਂ ਇਹਦੇ ਵਿੱਚ ਹੈ ਦੋਸਤੋ ਹੀ ਇਜ਼ ਟੂ ਯੰਗ ਟੂ ਟਰੈਵਲ ਅਲੋਨ, ਠੀਕ ਹੈ। ਤਾਂ ਇਹਦਾ ਬਣੇਗਾ ਦੋਸਤੋ ਹੀ ਇਜ਼ ਸੋ ਯੰਗ ਟੂ ਟਰੈਵਲ ਅਲੋਨ, ਜਾਂ ਫਿਰ ਦੋਸਤੋ ਇਹਦਾ ਇਹ ਵੀ ਬਣ ਸਕਦਾ ਹੈ ਹੀ ਇਜ਼ ਸੋ ਯੰਗ ਦੈਟ ਹੀ ਕੈਨ ਨਾਟ ਟਰੈਵਲ ਅਲੋਨ, ਠੀਕ ਹੈ। ਤਾਂ ਦੋਸਤੋ ਹੁਣ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵਾ ਇਹਦਾ ਇਹ ਵਾਲਾ ਆਏਗਾ ਜਾਂ ਫਿਰ ਇਹ ਵਾਲਾ ਆਏਗਾ, ਠੀਕ ਹੈ। ਤਾਂ ਦੋਸਤੋ ਦੋਨਾਂ ਦੇ ਵਿੱਚ ਕਿਹੜਾ ਸਹੀ ਹੈ, ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਿਹੜਾ ਹੈਗਾ ਦੱਸ ਦਿਓ, ਠੀਕ ਹੈ ਜੀ। ਯਾਨੀ ਕਿ ਦੋਸਤੋ ਉਹ ਇਕੱਲੇ ਸਫ਼ਰ ਕਰਨ ਲਈ ਜਿਹੜਾ ਹੈਗਾ ਬਹੁਤ ਛੋਟਾ ਹੈ, ਉਹ ਇਕੱਲੇ ਸਫ਼ਰ ਕਰਨ ਲਈ ਇੰਨਾ ਛੋਟਾ ਹੈ, ਠੀਕ ਹੈ ਜੀ, ਕਿ ਉਹ ਯਾਤਰਾ ਨਹੀਂ ਕਰ ਸਕਦਾ ਹੈ। ਕਿਹੜਾ ਇਹਦੇ ਵਿੱਚੋਂ ਸਹੀ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਿਹੜਾ ਹੈਗਾ ਵਾ ਹਜੇ ਦੱਸਣਾ ਵਾ, ਠੀਕ ਹੈ ਜੀ। ਬਿਲਕੁਲ ਹਜੇ ਕਮੈਂਟ ਕਰਕੇ ਦੱਸੋ ਮੈਨੂੰ। ਤੇ ਅਗਲਾ ਦੋਸਤੋ ਕੀ ਹੈ, ਚੇਂਜ ਦਾ ਡਿਗਰੀ, ਹਾਂਜੀ ਚੇਂਜ ਦਾ ਡਿਗਰੀ ਆਫ ਕੰਪੈਰੀਜ਼ਨ, ਠੀਕ ਹੈ ਜੀ। ਤਾਂ ਦੋਸਤੋ ਦੇਖੋ ਇਹਦੇ ਵਿੱਚ ਕੀ ਹੈ, ਰੋਜ਼ ਇਜ਼ ਮੋਸਟ ਬਿਊਟੀਫੁਲ ਫਲਾਵਰ, ਠੀਕ ਹੈ ਜੀ। ਯਾਨੀ ਕਿ ਦੋਸਤੋ ਜਿਹੜਾ ਆਪਣਾ ਇਹ ਗੁਲਾਬ ਆ, ਠੀਕ ਹੈ ਜੀ, ਗੁਲਾਬ ਸਭ ਤੋਂ ਸੁੰਦਰ ਫੁੱਲ ਹੈ, ਠੀਕ ਹੈ ਜੀ। ਤਾਂ ਇਹਦਾ ਦੋਸਤੋ ਕੀ ਬਣ ਕੇ ਆਏਗਾ ਦੋਸਤੋ, ਰੋਜ਼ ਇਜ਼ ਮੋਰ ਬਿਊਟੀਫੁਲ ਫਲਾਵਰ ਦੈਨ ਐਨੀ ਅਦਰ ਫਲਾਵਰ, ਠੀਕ ਹੈ ਜੀ। ਗੁਲਾਬ ਇਸ ਤੋਂ ਵੀ ਵੱਧ ਜਿਹੜਾ ਹੈਗਾ ਮਤਲਬ ਕਈ ਹੋਰਾਂ ਦੇ ਨਾਲੋਂ ਦੋਸਤੋ, ਠੀਕ ਹੈ ਜੀ, ਇਹ ਜਿਹੜਾ ਹੈਗਾ ਗੁਲਾਬ ਆਪਣਾ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਸੁੰਦਰ ਹੈ, ਠੀਕ ਹੈ। ਅੱਗੇ ਦੋਸਤੋ ਚੇਂਜ ਦਾ ਗਿਵਨ ਸੈਂਟੈਂਸ ਇਨਟੂ ਪੈਸਿਵ ਵੌਇਸ, ਠੀਕ ਹੈ। ਤਾਂ ਦੇਖੋ ਮਾਈ ਮਦਰ ਬੇਕ ਟੇਸਟੀ ਕੇਕਸ, ਠੀਕ ਹੈ ਜੀ, ਮੇਰੀ ਮਾਂ ਸਵਾਦਿਸ਼ਟ ਕੇਕ ਬਣਾਉਂਦੀ ਹੈ, ਠੀਕ ਹੈ ਜੀ। ਤਾਂ ਇਹਦਾ ਆ ਜਾਏਗਾ ਦੋਸਤੋ ਟੇਸਟੀ ਕੇਕਸ ਆਰ ਬੇਕਡ ਬਾਏ ਮਾਈ ਮਦਰ, ਠੀਕ ਹੈ ਜੀ। ਤਾਂ ਜਿਹੜਾ ਹੈਗਾ ਟੇਸਟੀ ਕੇਕ ਜਿਹੜਾ ਹੈਗਾ ਮੇਰੀ ਮਾਂ ਦੁਆਰਾ ਜਿਹੜਾ ਹੈਗਾ ਪਕਾਏ ਜਾਂਦੇ ਹਨ, ਠੀਕ ਹੈ। ਅੱਗੇ ਦੋਸਤੋ ਅਗਲਾ ਕਿ ਦੇ ਆਰ ਸਿੰਗਿੰਗ ਹਿੰਦੀ ਸੌਂਗ, ਠੀਕ ਹੈ ਜੀ, ਉਹ ਹਿੰਦੀ ਗੀਤ ਗਾ ਰਹੇ ਹਨ। ਤਾਂ ਇਹਦਾ ਆਏਗਾ ਦੋਸਤੋ ਹਿੰਦੀ ਸੌਂਗਸ ਆਰ ਬਿੰਗ ਸੰਗ ਬਾਏ ਦੈਮ, ਠੀਕ ਹੈ ਜੀ। ਯਾਨੀ ਕਿ ਦੋਸਤੋ ਹਿੰਦੀ ਗੀਤ ਜਿਹੜੇ ਹੈਗੇ ਆ
ਦੋਸਤੋ ਜਿਹੜੇ ਹੈਗੇ ਗਾਏ ਜਾ ਰਹੇ ਹਨ। ਠੀਕ ਹੈ, ਅੱਗੇ ਦੋਸਤੋ ਚੇਂਜ ਦਾ ਗਿਵਨ ਸੈਂਟੈਂਸ ਇਨਟੂ ਇਨਡਾਇਰੈਕਟ ਸਪੀਚ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਹੀ ਸੈਡ ਟੂ ਮੀ ਆਈ ਐਮ ਇਲ। ਠੀਕ ਹੈ, ਤਾਂ ਦੋਸਤੋ ਇਹਦਾ ਆ ਜਾਏਗਾ ਹੀ ਟੋਲਡ ਮੀ ਦੈਟ ਹੀ ਇਜ਼ ਇਲ। ਠੀਕ ਹੈ, ਉਸਨੇ ਮੈਨੂੰ ਦੱਸਿਆ ਕਿ ਉਹ ਬਿਮਾਰ ਹੈ। ਠੀਕ ਹੈ ਜੀ, ਤਾਂ ਇਹ ਇਜ਼ ਆਂਸਰ ਆ ਜਾਏਗਾ। ਅੱਗੇ ਦੋਸਤੋ ਦੇਖੋ ਅੱਗੇ ਕੀ ਹੈ ਤੁਹਾਡਾ, ਤਾਂ ਅੱਗੇ ਦੋਸਤੋ ਸੈਕਸ਼ਨ ਸੀ ਹੈ। ਠੀਕ ਹੈ, ਲਿਟਰੇਚਰ ਟੈਕਸਟ ਬੁੱਕਸ ਦੇ ਵਿੱਚ ਇਹ ਪ੍ਰਸ਼ਨ ਨੇ, ਤਾਂ ਦੇਖੋ ਓਬਜੈਕਟਿਵ ਟਾਈਪ ਪ੍ਰਸ਼ਨ ਨੇ ਇਹਦੇ ਵਿੱਚ। ਤੇ ਸਭ ਤੋਂ ਪਹਿਲਾਂ ਦੋਸਤੋ ਵੈਰੀ ਈਜ਼ੀ ਕੁਐਸਚਨ ਕਿ ਹਾਊ ਡਿਡ ਪੇਰੈਂਟ ਟੀਚਰ ਮੀਟਿੰਗ ਐਂਡ। ਠੀਕ ਹੈ ਜੀ, ਯਾਨੀ ਕਿ ਦੋਸਤੋ ਮਾਤਾ ਪਿਤਾ ਅਧਿਆਪਕ ਮੀਟਿੰਗ ਕਿਵੇਂ ਸਮਾਪਤ ਹੋਈ, ਤਾਂ ਦੋਸਤੋ ਦਾ ਮੀਟਿੰਗ, ਠੀਕ ਹੈ ਜੀ, ਆਂਸਰ ਦੇਖੋ ਇਹਦਾ ਦਾ ਮੀਟਿੰਗ ਐਂਡਡ ਫਰੂਟਲੈਸਲੀ। ਠੀਕ ਹੈ ਜੀ, ਯਾਨੀ ਕਿ ਦੋਸਤੋ ਇਹਦਾ ਜਿਹੜਾ ਹੈਗਾ ਮੀਟਿੰਗ ਜਿਹੜੀ ਹੈਗੀ ਫਰੂਟਲੈਸਲੀ ਜਿਹੜੀ ਹੈਗੀ ਖਤਮ ਹੋ ਗਈ, ਕੋਈ ਸਿੱਟਾ ਨਹੀਂ ਨਿਕਲ ਪਾਇਆ। ਅੱਗੇ ਹੈ ਦੋਸਤੋ दूसरा प्रश्न, नेम द राइटर ऑफ द चैप्टर इन द सेलिब्रेशन ऑफ बीइंग अलाइव। ठीक है जी, यानी कि दोस्तों इन सैलीब्रेशन ऑफ बीइंग अलाइव के लेखक का नाम दसो किने लिखी है, तो दोस्तों ये डॉक्टर क्रिश्चियन बर्नार्ड ने लिखी है। आगे है दोस्तों गदर पार्टी वाज फॉर्मड इन 1913, यानी कि गदर पार्टी 1913 ਦੇ ਵਿੱਚ ਬਣਾਈ ਗਈ ਸੀ, ਤਾਂ ਦੋਸਤੋ ਬਿਲਕੁਲ ਹਾਂਜੀ ਟਰੂ ਹੈ ਇਹ। ਠੀਕ ਹੈ ਜੀ, ਇਹ 1913 ਦੇ ਵਿੱਚ ਹੀ ਬਣੀ ਸੀ। ਅੱਗੇ ਦਾ ਵਾਸ਼ਿੰਗਟਨ ਪੋਸਟ ਵਾਜ਼ ਹੈ। ਠੀਕ ਹੈ, ਵਾਸ਼ਿੰਗਟਨ ਪੋਸਟ ਕੀ ਆ, ਤਾਂ ਦੋਸਤੋ ਇੱਕ ਉਹ ਨਿਊਜ਼ਪੇਪਰ ਆ, ਯਾਨੀ ਕਿ ਇੱਕ ਅਖਬਾਰ ਹੈਗਾ ਵਾ। ਅੱਗੇ ਦੋਸਤੋ ਹਾਊ ओल्ड वाज ਹੈਲਨ ਕੈਲਰ ਵੈਨ ਹਰ ਆਟੋਬਾਇਓਗ੍ਰਾਫੀ ਵਾਜ਼ ਪਬਲਿਸ਼ਡ। ਠੀਕ ਹੈ ਜੀ, ਯਾਨੀ ਕਿ ਦੋਸਤੋ ਜਦੋਂ ਹੈਲਨ ਕੈਲਰ ਦੀ ਆਤਮ ਕਥਾ ਪ੍ਰਕਾਸ਼ਿਤ ਹੋਈ ਸੀ ਤਾਂ ਉਸਦੀ ਉਮਰ ਕਿੰਨੀ ਸੀ, ਤਾਂ ਦੋਸਤੋ ਐਟ ਏਜ 2022। ਠੀਕ ਹੈ ਜੀ, ਯਾਨੀ ਕਿ ਦੋਸਤੋ 22 ਸਾਲ ਦੀ ਉਮਰ ਸੀ। ਠੀਕ ਹੈ, ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਹੈ ਹੂ ਵਾਜ਼ ਵॉकिंग आफ्टर ਅਚੁਮਲੋਵ। ਠੀਕ ਹੈ ਜੀ, ਵੈਰੀ ਕਨਫਿਊਜ਼ਿੰਗ ਕੁਐਸਚਨ ਕਿ ਅਚੁਮਲੋਵ ਮਤਲਬ ਦੋਸਤੋ ਦੇ ਵਿੱਚ ਲਿਖਿਆ ਅਚੁਮਲੋਵ ਤੋਂ ਬਾਅਦ ਕੌਣ ਚੱਲ ਰਿਹਾ ਸੀ। ਠੀਕ ਹੈ ਜੀ, ਤਾਂ ਦੋਸਤੋ ਇਹਦਾ ਨਾ ਇਹ ਆਏਗਾ ਆਪਸ਼ਨ ਯਲਰੀਨ। ਠੀਕ ਹੈ ਜੀ, ਯਲਰੀਨ ਦੋਸਤੋ ਕੌਣ ਸੀਗਾ, ਉਹ ਰੈੱਡ ਹੇਅਰ ਪੁਲਿਸਮੈਨ ਸੀਗਾ, ਸਿਪਾਹੀ ਸੀਗਾ ਕਿਹਦਾ। ਠੀਕ ਹੈ ਜੀ, ਉਹ ਵੀ ਪੁਲਿਸ ਦਾ ਸਿਪਾਹੀ ਸੀਗਾ। ਠੀਕ ਹੈ, ਅਚੁਮਲੋਵ ਤਾਂ ਦੋਸਤੋ ਸੁਪਰਡੈਂਟ ਸੀਗਾ, ਤੇ ਦੋਸਤੋ ਯਲਰੀਨ ਦੋਸਤੋ ਉਹ ਰੈੱਡ ਹੇਅਰ ਪੁਲਿਸਮੈਨ ਸੀਗਾ ਉਹ। ਠੀਕ ਹੈ ਜੀ, ਤੇ ਯਚੁਮਲੋਵ ਦੋਸਤੋ ਕੌਣ ਸੀਗਾ, ਉਹ ਐਸਪੀ ਸੀਗਾ, ਯਾਨੀ ਕਿ ਸੁਪਰਡੈਂਟ ਆਫ ਪੁਲਿਸ ਸੀਗਾ। ਬਟ ਦੋਸਤੋ ਇਹ ਯਲਰੀਨ ਦੋਸਤੋ ਇਹ ਰੈੱਡ ਹੇਅਰ ਪੁਲਿਸਮੈਨ ਸੀਗਾ, ਇਸ ਨੂੰ ਇੱਕ ਸਿਪਾਹੀ ਦੀ ਤਰ੍ਹਾਂ ਤੁਸੀਂ ਮੰਨ ਕੇ ਚੱਲਿਓ। ਤਾਂ ਉਹ ਜਿਹੜਾ ਹੈਗਾ ਉਹਦੇ ਜਿਹੜਾ ਹੈਗਾ ਦੋਸਤੋ ਕੀ ਹੈ, ਉਹਦੇ ਬਾਅਦ ਉਹ ਚੱਲ ਰਿਹਾ ਸੀਗਾ, ਯਲਰੀਨ ਉਸਦਾ ਨਾਮ ਸੀਗਾ। ਠੀਕ ਹੈ ਜੀ, ਤਾਂ ਅਗਰ ਤੁਹਾਨੂੰ ਲੱਗਦਾ ਕਿ ਇਹਦਾ ਕੋਈ ਹੋਰ ਆਨਸਰ ਆਉਣਾ ਚਾਹੀਦਾ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ, ਕਿਉਂਕਿ ਦੋਸਤੋ ਜਿੱਥੇ ਤੱਕ ਮੈਂ ਰਿਸਰਚ ਕੀਤੀ ਹੈ ਮੈਨੂੰ ਯਲਰੀਨ ਹੀ ਮਿਲਿਆ ਵਾ ਦੋਸਤੋ। ਅਗਲਾ ਪ੍ਰਸ਼ਨ ਦੇਖੋ ਦੋਸਤੋ ਕੀ ਹੈ ਆਪਣਾ ਕਿ ਡੈਸ਼ ਇਜ਼ ਦਾ ਰਾਈਟਰ ਆਫ ਦਾ ਚੈਪਟਰ ਦਾ ਬਾਰਬਰ ਟ੍ਰੇਡ ਯੂਨੀਅਨ। ਠੀਕ ਹੈ ਜੀ, ਤਾਂ ਮਤਲਬ ਦੋਸਤੋ ਇਹਦੇ ਵਿੱਚ ਇਹੀ ਆ ਕਿ ਜਿਹੜਾ ਇਹ ਚੈਪਟਰ ਆ ਤੁਹਾਡਾ ਦਾ ਬਾਰਬਰ ਟ੍ਰੇਡ ਯੂਨੀਅਨ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਹੈਗਾ ਰਾਈਟਰ ਕੌਣ ਹੈ, ਤਾਂ ਦੋਸਤੋ ਇਹਦਾ ਆਂਸਰ ਤੁਸੀਂ ਦੇਖ ਸਕਦੇ ਹੋ, ਇਹਦਾ ਹੈ ਦੋਸਤੋ ਆਪਣਾ ਮੁਲਕ ਰਾਜ ਆਨੰਦ ਇਸ ਦਾ ਰਾਈਟ ਆਂਸਰ ਆ ਜਾਏਗਾ। ਠੀਕ ਹੈ ਜੀ, ਤੇ ਅੱਗੇ ਹੈ ਦੋਸਤੋ ਦੇਖੋ ਅਗਲਾ ਪ੍ਰਸ਼ਨ ਕੀ ਹੈ, ਕਰਮ ਸਿੰਘ ਵਿਲੇਜ ਵਾਸ 3 ਮੀਲਸ ਫਰੋਮ ਤਰਨ। ਠੀਕ ਹੈ ਜੀ, ਤਾਂ ਦੋਸਤੋ ਮਤਲਬ ਕਿ ਕਰਮ ਸਿੰਘ ਦਾ ਜਿਹੜਾ ਹੈਗਾ ਪਿੰਡ ਤਰਨ ਤੋਂ 3 ਮੀਲ ਦੀ ਦੂਰੀ ਤੇ ਸੀਗਾ, ਤਾਂ ਦੋਸਤੋ ਨਹੀਂ ਇਹ ਫਾਲਸ ਆ। ਕਿਉਂ, ਕਿਉਂਕਿ ਦੋਸਤੋ 4 ਮੀਲ ਸੀਗਾ, ਜਿਵੇਂ ਕਿ ਤੁਹਾਨੂੰ ਦਿਖਾ ਵੀ ਦਿੰਦਾ। ਆ ਦੇਖੋ ਦੋਸਤੋ, ਆ ਦੇਖੋ ਇੱਥੇ ਲਿਖਿਆ ਹੋਇਆ ਨਾ ਦੋਸਤੋ 4 ਮੀਲ ਸੀਗਾ, ਨਾ ਕਿ ਦੋਸਤੋ 3 ਮੀਲ। ਤਾਂ ਇਹ ਵਾਲੀ ਜਿਹੜੀ ਹੈਗੀ ਆਪਣੀ ਸਟੇਟਮੈਂਟ ਗਲਤ ਹੈ, ਯਾਨੀ ਕਿ ਫਾਲਸ ਹੈ। ਠੀਕ ਹੈ ਜੀ, ਅਗਲਾ ਦੋਸਤੋ ਪ੍ਰਸ਼ਨ ਕੀ ਹੈ, ਹੂ ਵਾਜ਼ ਦਾ ਓਨਰ ਆਫ ਦਾ ਮਾਡਰਨ ਫਰੇਮ ਵਰਕਸ। ਠੀਕ ਹੈ ਜੀ, ਯਾਨੀ ਕਿ ਦੋਸਤੋ ਜਿਹੜਾ ਹੈਗਾ ਦਾ ਮਾਡਰਨ ਫਰੇਮ ਵਰਕਸ ਦਾ ਮਾਲਿਕ ਕੌਣ ਸੀ, ਤਾਂ ਦੋਸਤੋ ਆਂਸਰ ਇਸ ਦਾ ਹੈਗਾ ਮਿਸਟਰ ਦੱਤਾ ਜਿਹੜਾ ਹੈਗਾ ਮਾਲਿਕ ਸੀ। ਅੱਗੇ ਹੈ ਦੋਸਤੋ ਡੈਸ਼ ਵਾਜ਼ ਦਾ ਮੋਸਟ ਡਿਫਿਕਲਟ ਡੇ ਫॉर ਦਾ ਚਿਲਡਰਨ, ਤਾਂ ਦੋਸਤੋ ਦਾ ਬਲਾਈਂਡ ਡੇ ਵਾਜ਼ ਦਾ ਮੋਸਟ ਡਿਫਿਕਲਟ ਡੇ, ਜਿਵੇਂ ਤੁਸੀਂ ਆ ਇੱਥੇ ਦੇਖ ਵੀ ਸਕਦੇ ਹੋ। ਪਹਿਲਾਂ ਤਾਂ ਆ ਦੇਖ ਲਓ ਦੋਸਤੋ ਦਾ ਮਾਡਰਨ ਫਰੇਮਵਰਕ ਦਾ ਮਾਲਿਕ ਕੌਣ ਸੀਗਾ, ਮਿਸਟਰ ਦੱਤਾ। ਠੀਕ ਹੈ ਜੀ, ਤੇ ਡਿਫਿਕਲਟ ਡੇ ਦੋਸਤੋ ਕਿਹੜਾ ਸੀਗਾ, ਦਾ ਬਲਾਈਂਡ ਡੇ, ਯਾਨੀ ਕਿ ਦੋਸਤੋ ਅੰਨੇ ਵਾਲਾ ਜਿਹੜਾ ਹੈਗਾ ਦਿਨ ਬਹੁਤ ਹੀ ਜਿਹੜਾ ਹੈਗਾ ਵਾ ਕੀ ਹੁੰਦਾ ਸੀਗਾ ਦੋਸਤੋ, ਬਹੁਤ ਹੀ ਔਖਾ ਦਿਨ ਹੁੰਦਾ ਸੀਗਾ ਦਾ ਬਲਾਈਂਡ ਡੇ। ਤੇ ਹੁਣ ਦੋਸਤੋ ਅੱਗੇ ਦੇਖੋ ਕੀ ਹੈ, ਅੱਗੇ ਹੈ ਦੋਸਤੋ ਤੁਹਾਡਾ ਇਹ ਸਟੈਂਜਾ ਵਾ। ਠੀਕ ਹੈ ਜੀ, ਆਹ ਤੁਸੀਂ ਪੜ੍ਹ ਕੇ ਫਿਰ ਥੱਲੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਤਾਂ ਦੇਖੋ ਦੋਸਤੋ ਕੀ ਲਿਖਿਆ ਵਾ, ਟਿਲ ਦਾ ਲਿਟਲਸ ਵਨਸ ਵੇਰੀ no more can we marry, the sun does not descend and our supports have an end around the laps of their mother, many sister and brother like bird in their nest are ready for rest and supports no more seen on the darkening green। ਠੀਕ ਹੈ ਜੀ, ਮਤਲਬ ਦੋਸਤੋ ਇਹਦੇ ਵਿੱਚ ਆਹੀ ਲਿਖਿਆ ਕਿ ਛੋਟੇ ਬੱਚਿਆਂ ਤੱਕ ਥੱਕ ਗਏ ਹਨ, ਕੋਈ ਹੋਰ ਖੁਸ਼ ਹੋ ਸਕਦਾ ਹੈ, ਸੂਰਜ ਉਤਰਦਾ ਹੈ ਅਤੇ ਸਾਡੀਆਂ ਖੇਡਾਂ ਦਾ ਅੰਤ ਹੈ, ਆਪਣੀਆਂ ਮਾਵਾਂ ਦੀਆਂ ਗੋਦੀਆਂ ਨੂੰ ਗੋਲ ਬਹੁਤ ਸਾਰੀਆਂ ਭੈਣਾਂ ਅਤੇ ਭਰਾਵਾਂ ਆਪਣੇ ਆਲਣੇ ਵਿੱਚ ਪੰਛੀਆਂ ਵਾਂਗ ਆਰਾਮ ਲਈ ਤਿਆਰ ਹੈ ਅਤੇ ਖੇਡਾਂ ਨੂੰ ਹੋਰ ਨਹੀਂ ਦੇਖਿਆ ਗਿਆ ਹਨੇਰੇ ਹਰੇ ਤੇ। ਠੀਕ ਹੈ ਜੀ, ਤਾਂ ਇਹ ਇਸਦਾ ਮਤਲਬ ਆ। ਤੇ ਹੁਣ ਦੋਸਤੋ ਆਨਸਰ ਦੇਖ ਲੈਂਦੇ ਆ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਕੀ ਹੈ, ਨੇਮ ਦਾ ਪੋਇਮ ਐਂਡ ਦਾ ਪੋਇਟ। ਠੀਕ ਹੈ ਜੀ, ਯਾਨੀ ਕਿ ਦੋਸਤੋ ਕਵਿਤਾ ਅਤੇ ਕਵੀ ਦਾ ਨਾਮ ਲਿਖੋ। ਤਾਂ ਦੇਖੋ ਪੋਇਮ ਕਿਹੜੀ ਹੈ, ਇਹ ਹੈਗੀ ਦੋਸਤੋ ਇਹ ਵਾਲੇ ਜਿਹੜੇ ਵਰਡਸ ਨੇ ਇਹ ਇਹਦੇ ਵਿੱਚੋਂ ਲਿੱਤੇ ਗਏ ਹਨ ਦਾ ਐਕੁਇੰਗ ਗ੍ਰੀਨ ਦੇ ਵਿੱਚੋਂ। ਠੀਕ ਹੈ, ਤੇ ਪੋਇਟ ਕੌਣ ਨੇ, ਕਵੀ ਕੌਣ ਨੇ, ਵਿਲੀਅਮ ਬਲੇਕ ਇਸ ਦੇ ਜਿਹੜੇ ਹੈਗੇ ਆ ਦੋਸਤੋ ਆਪਣੇ ਪੋਇਟ ਨੇ। ਅੱਗੇ ਦੋਸਤੋ ਰਾਈਟ ਦਾ ਰਾਈਮ ਸਕੀਮ
ऑफ द फस्ट 4 लाइन गिवन इन द स्टैंजा। ठीक है जी, यानी कि दोस्तों दित्ती पौड़ी ਦੀਆਂ ਪਹਿਲੀਆਂ 4 ਤੁਕਾਂ ਦੀ ਤੁਕਬੰਦੀ ਲਿਖੋ। ਤਾਂ ਦੋਸਤੋ AA BB ਇਹ ਇਸੇ ਤਰ੍ਹਾਂ ਇਹਦਾ ਦੋਸਤੋ ਜਿਹੜਾ ਹੈਗਾ ਗਾਈਡ ਦੇ ਵਿੱਚ ਵੀ ਲਿਖਿਆ ਹੋਇਆ ਸੀਗਾ। ਠੀਕ ਹੈ ਜੀ, ਇਸੇ ਤਰ੍ਹਾਂ ਦੋਸਤੋ ਮੈਂ ਚੈੱਕ ਕੀਤਾ ਤਾਂ ਗਾਈਡ ਦੇ ਵਿੱਚ ਉਹਨਾਂ ਨੇ ਆਹੀ ਇਸੇ ਤਰ੍ਹਾਂ ਲਿਖਿਆ ਹੋਇਆ ਸੀਗਾ। ਤੁਹਾਨੂੰ ਦਿਖਾ ਵੀ ਦਿੰਦਾ ਮੈਂ, ਰੁਕੋ। ਆ ਦੇਖੋ ਦੋਸਤੋ ਲਿਖਿਆ ਨਾ, ਗਿਵ ਦਾ ਰਾਈਮ ਸਕੀਮ ਇਨ ਫਸਟ 4 ਲਾਈਨਸ ਦਾ ਆਫ ਦਾ ਪੈਸੇਜ। ਤਾਂ AA BB ਤਾਂ ਇਹਦਾ ਕੋਈ ਅਗਰ ਕੋਈ ਹੋਰ ਮੀਨਿੰਗ ਹੁੰਦਾ ਵਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਦੋਸਤੋ। ਇਹਦਾ ਕੁਛ ਹੋਰ ਮਤਲਬ ਜਾਂ ਕੋਈ ਤਾਂ ਨਹੀਂ ਗਾ, ਇਹਦਾ ਕੁਛ ਹੋਰ ਆਵੇਗਾ। ਠੀਕ ਹੈ ਜੀ, ਤਾਂ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ। ਤਾਂ ਦੋਸਤੋ ਅੱਗੇ ਦੇਖਦੇ ਹੁਣ ਅੱਗੇ ਕੀ ਹੈ ਆਪਣਾ। ਹਾਂਜੀ, ਤਾਂ ਅਗਲਾ ਪ੍ਰਸ਼ਨ ਦੋਸਤੋ ਤੁਹਾਡੇ ਸਾਹਮਣੇ ਹੈ। ਦੇਖੋ ਕੀ ਲਿਖਿਆ ਹੋਇਆ ਵਾ, ਵਾਈ ਹੈਜ਼ ਦਾ ਐਕੁਇੰਗ ਗ੍ਰੀਨ ਬਿਕਮ ਡਾਰਕਿੰਗ ਗ੍ਰੀਨ। ਠੀਕ ਹੈ ਜੀ, ਮਤਲਬ ਦੋਸਤੋ ਜਿਹੜਾ ਹੈਗਾ ਦੋਸਤੋ ਹਰਾ, ਜਿਹੜਾ ਆਪਣਾ ਇਹ ਹਰਾ ਗੂੜਾ ਹਰਾ ਕਿਉਂ ਬਣ ਗਿਆ ਹੈ। ਠੀਕ ਹੈ ਜੀ, ਤਾਂ ਇਹਦਾ ਦੋਸਤੋ ਆਨਸਰ ਰੁਕੋ ਦੱਸਦਾ, ਰੁਕੋ ਵੇਟ ਇੱਥੇ। ਮਤਲਬ ਦੋਸਤੋ ਇਹਦਾ ਇਹੀ ਆ ਕਿ ਜਿਹੜਾ ਆਪਣਾ ਐਕੁਇੰਗ ਗ੍ਰੀਨ ਆ, ਠੀਕ ਹੈ ਜੀ, ਉਹ ਡਾਰਕਿੰਗ ਗ੍ਰੀਨ ਕਿਉਂ ਜਿਹੜਾ ਹੈਗਾ ਦੋਸਤੋ ਬਣ ਗਿਆ ਹੈ। ਤਾਂ ਦੇਖੋ ਆਨਸਰ ਇਸ ਦਾ ਕੀ ਆਏਗਾ, ਦਾ ਸਨ ਸੈਟ ਨਾਈਟ ਫਾਲਸ ਐਂਡ ਦਾ ਐਕੁਇੰਗ ਗ੍ਰੀਨ ਬਿਕਮ ਦਾ ਡਾਰਕਿੰਗ ਗ੍ਰੀਨ। ਠੀਕ ਹੈ ਜੀ, ਉਹੀ ਦੋਸਤੋ ਸੂਰਜ ਡੁੱਬਣ ਅਤੇ ਰਾਤ ਜਿਹੜੀ ਹੋ ਗਈ ਵਾ, ਇਸ ਲਈ ਦੋਸਤੋ ਜਿਹੜਾ ਹੈਗਾ ਉਹ ਹਰਾ ਜਿਹੜਾ ਹੈਗਾ ਗੂੜਾ ਬਣ ਜਾਂਦਾ ਹੈ ਆਪਣਾ ਐਕੁਇੰਗ ਗ੍ਰੀਨ। ਠੀਕ ਹੈ, ਅਗਲਾ ਪ੍ਰਸ਼ਨ ਦੋਸਤੋ ਕੀ ਹੈ, ਨੇਮ ਦਾ ਫਿਗਰ ਆਫ ਦਾ ਸਪੀਚ ਯੂਜ਼ਡ ਇਨ ਦਾ ਲਾਈਨ। ਠੀਕ ਹੈ ਜੀ, ਯਾਨੀ ਕਿ ਦੋਸਤੋ ਜਿਹੜਾ ਹੈਗਾ ਇਹਦੇ ਵਿੱਚ ਦਿੱਤੀ ਹੋਈ ਆ ਕਿ ਵਰਤੀ ਗਈ ਜਿਹੜੀ ਹੈਗੀ ਆ ਬੋਲੀ ਦੇ ਚਿੱਤਰ ਦਾ ਨਾਮ ਦੱਸੋ। ਠੀਕ ਹੈ ਜੀ, ਇਹ ਲਾਈਨਾਂ ਦੇ ਵਿੱਚ ਜਿਹੜੀ ਹੈਗੀ ਵਰਤੀ ਗਈ ਬੋਲੀ ਦਾ ਚਿੱਤਰ ਦਾ ਨਾਮ ਦੱਸੋ। ਤਾਂ ਦੋਸਤੋ ਇਹਦਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਆਨਸਰ ਕੀ ਆ ਜਾਏਗਾ। ਇਹਦਾ ਹੈਗਾ ਦੋਸਤੋ ਆਪਣਾ ਆ ਜਿਹੜਾ ਦਿੱਤਾ ਹੋਇਆ ਨਾ ਤੁਹਾਡਾ, ਮੈਨੀ ਸਿਸਟਰਸ ਐਂਡ ਬ੍ਰਦਰ ਐਂਡ ਲਾਈਕ ਬਰਡਸ ਇਨ ਦੇਅਰ ਨੈਸਟ ਆਰ ਰੈਡੀ ਫॉर ਰੈਸਟ। ਤਾਂ ਇਹਦਾ ਦੋਸਤੋ ਆ ਜਾਏਗਾ ਲਾਈਕ ਬਰਡਸ ਸਮਾਈਲ। ਠੀਕ ਹੈ ਜੀ, ਸਮਾਈਲ ਇਜ਼ ਦਾ ਰਾਈਟ ਆਨਸਰ ਹੋ ਜਾਏਗਾ। ਸਮਾਨ ਇਹਦੇ ਵਿੱਚ ਕੁਝ ਕਹਿ ਸਕਦੇ ਹੋ ਤੁਸੀਂ। ਸਮਾਈਲ ਇੱਥੇ ਦੋਸਤੋ ਸਮਾਈਲ ਇਹ ਵਾਲਾ ਸਮਾਈਲ ਨਹੀਂ ਲਿਖਿਆ ਹੋਇਆ ਵਾ। ਠੀਕ ਹੈ ਜੀ, ਇਹਦਾ ਦੋਸਤੋ ਇੱਥੇ ਵੀ ਐਸ ਪਾਈ ਹੋਈ ਹੈ, ਸਮਾਈਲ। ਠੀਕ ਹੈ ਜੀ, ਤਾਂ ਇਹ ਇਸ ਦਾ ਆਨਸਰ ਹੈਗਾ ਵਾ। ਤੇ ਹੁਣ ਦੋਸਤੋ ਅਗਲਾ ਤੁਹਾਡਾ ਸਟੈਂਜਾ ਵਾ। ਠੀਕ ਹੈ, ਇਹਦੇ ਨਾਲ ਆਪਸ਼ਨ ਦੇ ਵਿੱਚ ਆ। ਤਾਂ ਇਹਦੇ ਵਿੱਚ ਦੇਖੋ ਦੋਸਤੋ ਕੀ ਲਿਖਿਆ ਆਪਣਾ ਇੱਥੇ, ਬਟ ਪੇਸ਼ੈਂਟ ਟੂ ਪ੍ਰੀਵੈਂਟ। ਠੀਕ ਹੈ ਜੀ, ਯਾਨੀ ਕਿ ਪਰ ਧੀਰਜ ਰੋਕਣ ਲਈ। ਠੀਕ ਹੈ ਜੀ, ਦੈਟ ਮਰਮਰ ਸੁਨ ਰਿਪਲਾਈ ਗੋਡ ਦੋਥ ਨੋਟ ਨੀਡ ਇਧਰ ਮੈਨ ਵਰਕ ਔਰ ਹੀਜ਼ ਔਨ ਗਿਫਟ ਹੂ ਵੈਸਟ ਬੇਅਰ ਇਜ਼ ਮਾਈਲਡ ਯੁਕ ਦੇ ਸਰਵ ਹਿਮ ਬੈਸਟ। ਠੀਕ ਹੈ ਜੀ, ਉਹ ਜਿਹੜਾ ਹੈਗਾ ਬੜਬੜਾਉਂਦਾ ਹੈ ਜਲਦੀ ਹੀ ਜਵਾਬ ਦਿੰਦਾ ਹੈ। ਰੱਬ ਨੂੰ ਨਾ ਤਾਂ ਮਨੁੱਖ ਦੇ ਕੰਮ ਦੀ ਲੋੜ ਹੈ, ਨਾ ਹੀ ਉਸ ਦੀਆਂ ਆਪਣੀਆਂ ਦਾਤਾਂ ਦੀ। ਜੋ ਉਸ ਦੇ ਹਲਕੇ ਜੁਲੇ ਨੂੰ ਜਿਹੜਾ ਹੈਗਾ ਦੋਸਤੋ ਸਭ ਤੋਂ ਵਧੀਆ ਸਹਿਣ ਕਰਦਾ ਹੈ, ਉਹ ਉਸ ਦਾ ਸਭ ਤੋਂ ਵਧੀਆ ਸੇਵਾ ਕਰਦੇ ਹਨ। ਠੀਕ ਹੈ ਜੀ, ਤਾਂ ਇਹ ਦੋਸਤੋ ਪੋਇਮ ਜਿਹੜੀ ਹੈਗੀ ਆ ਉਹ ਇਹਦੇ ਵਿੱਚੋਂ ਲਿੱਤੀ ਗਈ ਆ, ਔਨ ਹਿਸ ਬਲਾਈਂਡਨੈਸ ਦੇ ਵਿੱਚੋਂ, ਤੇ ਪੋਇਟ ਇਸ ਦੇ ਜੌਨ ਮਿਲਟਨ ਨੇ। ਠੀਕ ਹੈ, ਦੂਸਰਾ ਪ੍ਰਸ਼ਨ ਦੇਖੋ ਦੋਸਤੋ ਕੀ ਹੈ, ਆਇਡੈਂਟੀਫਾਈ ਦਾ ਫਿਗਰ ਆਫ ਸਪੀਚ ਇਨ ਦਾ ਲਾਈਨ ਬਟ ਪੇਸ਼ੈਂਟ ਟੂ ਪ੍ਰੀਵੈਂਟ ਦੈਟ ਮੁਰਮੁਰ ਸੁਨ ਰਿਪਲਾਈਜ਼। ਠੀਕ ਹੈ ਜੀ, ਯਾਨੀ ਕਿ ਦੋਸਤੋ ਲਾਈਨਾਂ ਵਿੱਚ ਭਾਸ਼ਣ ਦੇ ਜਿਹੜੇ ਹੈਗੇ ਚਿੱਤਰ ਨੂੰ ਪਛਾਣੋ ਪਰ ਧੀਰਜ ਇਸ ਨੂੰ ਰੋਕਣ ਲਈ ਜਿਹੜਾ ਹੈਗਾ ਵਾ ਡੈਸ਼ ਜਿਹੜਾ ਹੈਗਾ ਬੜਬੜਾਉਂਦਾ ਹੈ ਤਾਂ ਜਲਦੀ ਹੀ ਇਸ ਦਾ ਜਵਾਬ ਦਿੰਦਾ ਹੈ। ਆਨਸਰ ਦੇਖੋ ਦੋਸਤੋ ਕੀ ਹੈ ਇਸ ਦਾ, ਦਾ ਫਿਗਰ ਸਪੀਚ ਇਜ਼ ਪਰਸਨੀਫਿਕੇਸ਼ਨ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਦੋਸਤੋ ਜਿਹੜਾ ਹੈਗਾ ਪਰਸਨੀਫਿਕੇਸ਼ਨ ਆਵੇਗਾ। ਠੀਕ ਹੈ ਜੀ, ਅੱਗੇ ਦੋਸਤੋ ਵਟ ਡਜ਼ ਪੇਸ਼ੈਂਸ ਸੇ ਅਬਾਊਟ ਗੋਡ। ਠੀਕ ਹੈ ਜੀ, ਯਾਨੀ ਕਿ ਦੋਸਤੋ ਧੀਰਜ ਰੱਬ ਬਾਰੇ ਜਿਹੜਾ ਹੈਗਾ ਕੀ ਕਹਿੰਦਾ ਹੈ। ਤੇ ਦੋਸਤੋ ਇਹਦਾ ਆਨਸਰ ਹੈ ਪੇਸ਼ੈਂਸ ਸੇ ਦੈਟ ਗੋਡ ਡਜ਼ ਨੋਟ ਨੀਡ ਮੈਨ ਵਰਕਸ ਨਰ ਐਨੀ ਕੰਪਨਸੇਸ਼ਨ ਫॉर ਦਾ ਗਿਫਟ ਦੈਟ ਗੋਡ ਹੈਜ਼ ਗਿਵਨ ਟੂ ਮੈਨ। ਠੀਕ ਹੈ, ਮਤਲਬ ਇਹਦੇ ਵਿੱਚ ਇਹੀ ਆ ਕਿ ਧੀਰਜ ਦੱਸਦਾ ਹੈ ਕਿ ਰੱਬ ਨੂੰ ਮਨੁੱਖ ਦੇ ਕੰਮ ਦੀ ਲੋੜ ਨਹੀਂ ਹੈ, ਨਾ ਹੀ ਰੱਬ ਮਨੁੱਖ ਨੂੰ ਦਿੱਤੀਆਂ ਦਾਤਾਂ ਲਈ ਕਿਸੇ ਮੁਆਵਜ਼ੇ ਦੀ ਲੋੜ ਹੈ। ਠੀਕ ਹੈ ਜੀ, ਤੇ ਅੱਗੇ ਹੈ ਦੋਸਤੋ ਆਪਣਾ ਅਗਲਾ ਪ੍ਰਸ਼ਨ ਕਿ ਵਿਚ ਲਾਈਨ ਇਨ ਦਾ ਪੋਇਮ ਸੇ ਦੈਟ ਵਨ ਹੂ ਅਸੈਪਟ ਗੋਡ ਕੰਟਰੋਲ ਓਵਰ ਹਿਜ਼ ਔਨ ਐਕਸਿਸਟੈਂਸ ਇਨ ਦਾ ਬੈਸਟ ਸਰਵੈਂਟ ਆਫ ਗੋਡ। ਠੀਕ ਹੈ ਜੀ, ਮਤਲਬ ਦੋਸਤੋ ਕਵਿਤਾ ਦੀ ਕਿਹੜੀ ਪੰਕਤੀ ਕਹਿੰਦੀ ਹੈ ਕਿ ਜਿਹੜੇ ਰੱਬ ਦਾ ਆਪਣੇ ਓਟ ਉੱਤੇ ਕੰਟਰੋਲ ਸਵੀਕਾਰ ਕਰਦੇ ਹਨ। ਠੀਕ ਹੈ ਜੀ, ਰੱਬ ਮਤਲਬ ਹਾਂ ਮਤਲਬ ਇਹਦੇ ਵਿੱਚ ਇਹ ਲਿਖਿਆ ਵਾ ਕਰਦੇ ਹਨ ਤਾਂ ਰੱਬ ਦੇ ਸਭ ਤੋਂ ਵਧੀਆ ਉਹ ਸੇਵਕ ਹਨ। ਠੀਕ ਹੈ ਜੀ, ਤਾਂ ਕੌਣ? ਤਾਂ ਦੋਸਤੋ ਇਹਦਾ ਆਨਸਰ ਦੇਖ ਲਓ, ਸਭ ਤੋਂ ਹੈਗਾ ਹੂ ਵੈਸਟ ਵੇਅਰ ਹਿਜ਼ ਮਾਈਲਡ ਯੁਕ ਦੇ ਸਰਵ ਹਿਮ ਬੈਸਟ। ਠੀਕ ਹੈ ਜੀ, ਮਤਲਬ ਦੋਸਤੋ ਜੋ ਉਸ ਨੂੰ ਹਲਕੇ ਜੁੱਲੇ ਨੂੰ ਜਿਹੜਾ ਹੈਗਾ ਦੋਸਤੋ ਸਭ ਤੋਂ ਵਧੀਆ ਢੰਗ ਨਾਲ ਚੁੱਕਦੇ ਹਨ, ਉਹ ਉਸ ਦਾ ਜਿਹੜਾ ਹੈਗਾ ਸਭ ਤੋਂ ਵਧੀਆ ਸੇਵਾ ਜਿਹੜੇ ਹੈਗੇ ਆ ਕਰਦੇ ਹਨ। ਠੀਕ ਹੈ, ਤਾਂ ਇਸ ਦਾ ਆਨਸਰ ਇਹ ਹੋ ਜਾਏਗਾ। ਹੁਣ ਦੋਸਤੋ ਤੁਹਾਡਾ ਕੀ ਹੈ, ਗਿਵ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ। ਠੀਕ ਹੈ, ਦਾ ਰੋਡ ਨੋਟ ਟੇਕਨ ਦੇ ਪ੍ਰੇਅਰ ਆਫ ਦਾ ਵੁਡਸ। ਠੀਕ ਹੈ ਜੀ, ਤਾਂ ਆਪਾਂ ਦੋਨੋਂ ਹੀ ਕਰਾਂਗੇ। ਚਲੋ ਦੋਸਤੋ ਕਰਦੇ ਹਾਂ, ਸਭ ਤੋਂ ਪਹਿਲਾਂ ਦੇਖਦੇ ਹਾਂ ਆਪਾਂ ਦਾ ਰੋਡ ਨੋਟ ਟੇਕਨ, ਜੋ ਕਿ ਦੋਸਤੋ ਰੋਬਰਟ ਫਰੋਸਟ ਕਵੀ ਨੇ ਇਹਨਾਂ ਦੇ। ਤਾਂ ਦੇਖੋ ਦੋਸਤੋ ਇਹਦੇ ਵਿੱਚ ਕਿਵੇਂ ਹੈ, ਦਿਸ ਪੋਇਮ ਸੈਂਟਰਲ ਆਈਡੀਆ ਵਾ ਦੋਸਤੋ ਇਹ, ਦਿਸ ਪੋਇਮ ਇਜ਼ ਬੇਸਡ ਔਨ ਦਾ ਆਈਡੀਆ ਦੈਟ ਆਈਡੀਆ ਆਫ ਦਾ ਚੋਇਸ ਮੇਕਿੰਗ ਇਨ ਲਾਈਫ। ਮਤਲਬ ਇਹ ਕਵਿਤਾ ਸਾਨੂੰ ਜਿਹੜਾ ਹੈਗਾ ਦੋਸਤੋ
ਜੀਵਨ ਦੇ ਉਦੇਸ਼ ਦੇ ਚੁਣਾਵ ਤੇ ਆਧਾਰਿਤ ਹੈ, ਉਹਦੇ ਬਾਰੇ ਦੱਸਦੀ ਹੈ ਇਹ। ਚੁਆਇਸ ਆਫ ਵਨਸ ਏਮ ਇਜ਼ ਵੈਰੀ ਡਿਫਿਕਲਟ, ਠੀਕ ਹੈ ਜੀ। ਉਹ ਆਪਣੇ ਜਿਹੜੇ ਹੈਗਾ ਉਦੇਸ਼ ਦਾ ਚੁਣਾਵ ਕਰਨਾ ਬਹੁਤ ਹੀ ਜਿਹੜਾ ਹੈਗਾ ਮੁਸ਼ਕਿਲ ਹੁੰਦਾ ਹੈ। ਪੰਜਾਬੀ ਦੇ ਵਿੱਚ ਵੀ ਦਿੱਤਾ ਹੋਇਆ ਵਾ, ਥੱਲੇ ਦੇਖੀ ਚਲੋ, ਠੀਕ ਹੈ ਜੀ। ਇਟ ਹੈਜ਼ ਅ ਗ੍ਰੇਟ ਇਨਫਲੂਐਂਸ ਦਾ ਹੋਲ ਕੋਰਸ ਆਫ ਮੈਨ ਲਾਈਫ, ਠੀਕ ਹੈ ਜੀ। ਮਤਲਬ ਇਸ ਦਾ ਬਹੁਤ ਹੀ ਮਹੱਤਵ ਹੁੰਦਾ ਹੈ, ਇਹ ਜਿਹੜਾ ਹੈਗਾ ਆਦਮੀ ਦੀ ਸਾਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ। ਅਨਦਰ ਆਈਡੀਆ ਆਫ ਇਨ ਦਾ ਪੋਇਮ ਇਜ਼ ਦੈਟ ਵਨ ਕੈਨ ਨਾਟ ਅਚੀਵ ਐਕਸਟਰਨਲ ਆਰਡੀਨਰੀ ਥਿੰਗਸ ਬਾਈ ਟੇਕਿੰਗ ਆਰਡੀਨਰੀ ਕੋਰਸ, ਠੀਕ ਹੈ ਜੀ। ਤਾਂ ਮਤਲਬ ਕਵਿਤਾ ਵਿੱਚ ਇੱਕ ਵਿਚਾਰ ਇਹ ਵੀ ਦਿੱਤਾ ਹੈ ਕਿ ਸਧਾਰਨ ਰਸਤੇ 'ਤੇ ਚਲਤੇ ਕੋਈ ਆਦਮੀ ਜਿਹੜਾ ਹੈਗਾ ਅਸਾਧਾਰਨ ਉਪਲਬਧੀਆਂ ਹਾਸਿਲ ਨਹੀਂ ਕਰ ਸਕਦਾ ਹੈ, ਠੀਕ ਹੈ ਜੀ। ਤੇ ਅੱਗੇ ਲਿਖਿਆ ਹੈ ਦੋਸਤੋ, ਓਨਲੀ ਆਰਡੀਨਰੀ ਪੀਪਲ ਫੋਲੋ ਦਾ ਬਿਟਨ ਪਾਥ, ਗ੍ਰੇਟ ਸੋਲ ਆਲਵੇਜ਼ ਪ੍ਰੈਫਰ ਟੂ ਟ੍ਰੈਡ ਨਿਊ ਪਾਥ, ਠੀਕ ਹੈ ਜੀ। ਸਿਰਫ ਸਧਾਰਨ ਆਦਮੀ ਕਿਸੇ ਪਿਟੇ ਰਸਤੇ 'ਤੇ ਚੱਲਦੇ ਹਨ, ਮਹਾਨ ਆਤਮਾ ਸਦਾ ਨਵੇਂ ਰਸਤਿਆਂ 'ਤੇ ਚੱਲਣਾ ਪਸੰਦ ਕਰਦੀਆਂ ਹਨ, ਠੀਕ ਹੈ ਜੀ। ਤੇ ਅਗਲਾ ਦੋਸਤੋ ਇਹਦੇ ਨਾਲ ਸੀਗਾ ਪ੍ਰੇਅਰ ਆਫ ਦਾ ਵੁਡਸ, ਠੀਕ ਹੈ ਜੀ। ਤਾਂ ਦੇਖੋ ਪ੍ਰੇਅਰ ਆਫ ਦਾ ਵੁਡਸ ਜੋ ਕਿ ਦੋਸਤੋ ਅਨੋਨੀਮਸ ਯਾਨੀ ਕਿ ਕੁਝ ਪਤਾ ਨਹੀਂ ਕਿ ਕੌਣ ਕਿਹਨੇ ਲਿਖੀ ਹੈ ਇਹ ਕਵਿਤਾ। ਤਾਂ ਦੇਖੋ ਦੋਸਤੋ ਇਹਦਾ ਸੈਂਟਰਲ ਆਈਡੀਆ ਵੀ ਦੇਖੋ, ਪੰਜਾਬੀ ਦੇ ਵਿੱਚ ਵੀ ਦਿੱਤਾ ਹੈ, ਇੰਗਲਿਸ਼ ਦੇ ਵਿੱਚ ਵੀ ਆ। ਦਿਸ ਪੋਇਮ ਇਜ਼ ਬੇਸਡ ਔਨ ਦਾ ਆਈਡੀਆ ਦੈਟ ਟਰੀ ਸਰਵ ਮੈਨ ਇਨ ਦਾ ਵੇਰੀਅਸ ਵੇ, ਠੀਕ ਹੈ ਜੀ। ਯਾਨੀ ਕਿ ਇਹ ਕਵਿਤਾ ਇਸ ਵਿਚਾਰਧਾਰਾ 'ਤੇ ਆਧਾਰਿਤ ਹੈ ਕਿ ਦਰਖਤ ਮਨੁੱਖ ਨੂੰ ਵੱਖ-ਵੱਖ ਤਰੀਕੇ ਨਾਲ ਜਿਹੜਾ ਹੈਗਾ ਕੰਮ ਵਿੱਚ ਆਉਂਦਾ ਹੈ। ਦਾ ਵੁੱਡ ਫਰੋਮ ਟਰੀਜ਼ ਯੂਜ਼ਡ ਇਨ ਦਾ ਵਿੰਟਰ ਫੋਮ ਵਾਰਮਥ, ਯਾਨੀ ਕਿ ਦਰਖਤਾਂ ਤੋਂ ਪ੍ਰਾਪਤ ਲੱਕੜੀ ਨੂੰ ਸਰਦੀ ਦੇ ਮੌਸਮ ਵਿੱਚ ਗਰਮੀ ਪ੍ਰਾਪਤ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ, ਠੀਕ ਹੈ ਜੀ। ਤੇ ਟਰੀ ਪ੍ਰੋਵਾਈਡਸ ਸ਼ੇਡ ਇਨ ਸਮਰ ਐਂਡ ਜੂਸੀ ਫਰੂਟਸ ਟੂ ਟਰੈਵਲ ਟੂ ਸੈਟਿਸਫਾਈ ਥਰਸਟ, ਠੀਕ ਹੈ ਜੀ। ਯਾਨੀ ਕਿ ਦੋਸਤੋ ਗਰਮੀਆਂ ਵਿੱਚ ਦਰਖਤਾਂ ਤੋਂ ਛਾਂ ਮਿਲਦੀ ਹੈ ਅਤੇ ਮੁਸਾਫਿਰਾਂ ਨੂੰ ਜਿਹੜਾ ਹੈਗਾ ਰਸਦਾਰ ਫਲਾਂ ਨਾਲ ਪਿਆਸ ਬੁਝਾ ਕੇ ਤਸੱਲੀ ਹੁੰਦੀ ਹੈ। ਅੱਗੇ ਦੋਸਤੋ ਬਿਲਡਿੰਗ ਬੋਰਡਸ ਐਂਡ ਫਰਨੀਚਰ ਯੂਜ਼ ਵੁੱਡ ਇਜ਼ ਯੂਜ਼ਡ ਬਾਈ ਮੈਨ ਫਰੋਮ ਬਰਥ ਟੂ ਡੈਥ, ਠੀਕ ਹੈ ਜੀ। ਯਾਨੀ ਕਿ ਇਮਾਰਤਾਂ ਜਿਹੜੀਆਂ ਨੇ ਦੋਸਤੋ ਕਿਸ਼ਤੀਆਂ ਅਤੇ ਫਰਨੀਚਰ ਬਣਾਉਣ ਲਈ ਲੱਕੜੀ ਦਾ ਇਸਤੇਮਾਲ ਕੀਤੀ ਜਾਂਦੀ ਹੈ। ਜਨਮ ਤੋਂ ਲੈ ਕੇ ਦੋਸਤੋ ਮੌਤ ਤੱਕ ਆਦਮੀ ਦੇ ਕੰਮ ਆਉਂਦੀਆਂ ਹਨ ਇਹ, ਠੀਕ ਹੈ ਜੀ। ਤੇ ਅੱਗੇ ਲਿਖਿਆ ਦੋਸਤੋ ਆਪਣਾ ਟਰੀ ਆਲਸੋ ਟੀਚ ਅਸ ਦਾ ਵੈਲਿਊ ਆਫ ਕਾਈਂਡਨੈਸ ਐਂਡ ਬਿਊਟੀ, ਟਰੀ ਫੀਲਸ ਵੈਰੀ ਹੰਬਲ ਟੂ ਮੈਨ ਨਾਟ ਹਾਰਮ ਦੈਮ, ਠੀਕ ਹੈ ਜੀ। ਮਤਲਬ ਦੋਸਤੋ ਦਰਖਤ ਸਾਨੂੰ ਦਿਆਲਤਾ ਤੇ ਜਿਹੜਾ ਹੈਗਾ ਵਾ ਸੁੰਦਰਤਾ ਦਾ ਪਾਠ ਸਿਖਾਉਂਦੇ ਹਨ। ਦਰਖਤਾਂ ਬਹੁਤ ਜਿਹੜਾ ਹੈਗਾ ਨਿਮਰਤਾ ਨਾਲ ਮਨੁੱਖ ਨੂੰ ਅਪੀਲ ਕਰਦੇ ਹਨ ਕਿ ਉਹ ਦਰਖਤਾਂ ਨੂੰ ਜਿਹੜਾ ਹੈਗਾ ਦੋਸਤੋ ਕੋਈ ਨੁਕਸਾਨ ਨਾ ਪਹੁੰਚਾਉਣ, ਠੀਕ ਹੈ ਜੀ। ਤਾਂ ਇਹ ਇਸ ਦਾ ਆਨਸਰ ਹੋ ਗਿਆ। ਹੁਣ ਅਗਲਾ ਦੇਖੋ ਦੋਸਤੋ ਕੀ ਹੈ। ਤਾਂ ਦੋਸਤੋ ਪ੍ਰਸ਼ਨ ਇਹ ਆਪਣਾ ਕਿ ਬਈ ਵਾਈ ਵਾਜ਼ ਹਸਨ ਨਾਟ ਨੋਟਿਸਡ ਬਾਈ ਦਾ ਟੀਚਰ ਇਨ ਦਾ ਕਲਾਸ, ਠੀਕ ਹੈ ਜੀ। ਯਾਨੀ ਕਿ ਹਸਨ ਕਲਾਸ ਵਿੱਚ ਅਧਿਆਪਕ ਦੀ ਨਜ਼ਰ ਜਿਹੜੇ ਹੈਗੇ ਕਿਉਂ ਨਹੀਂ ਪੈਂਦਾ ਸੀ, ਠੀਕ ਹੈ ਜੀ। ਤੇ ਡਿਊਰਿੰਗ ਵਿਚ ਡੇਜ਼ ਵੁੱਡ ਹਸਨ ਸ਼ੋ ਅਪ ਇਨ ਦਾ ਕਲਾਸ, ਠੀਕ ਹੈ ਜੀ। ਤਾਂ ਕਿਹੜੇ ਦਿਨਾਂ ਦੇ ਦੌਰਾਨ ਹਸਨ ਜਿਹੜਾ ਹੈਗਾ ਅਕਸਰ ਸਕੂਲ ਵਿੱਚ ਵਿਖਾਈ ਦਿੰਦਾ ਸੀ। ਤਾਂ ਦੋਸਤੋ ਇਹਦਾ ਆਨਸਰ ਦੇਖ ਲੈਂਦੇ ਹਾਂ ਸਭ ਤੋਂ ਪਹਿਲਾਂ। ਤਾਂ ਦੇਖੋ ਆਹੀ ਆਪਣਾ ਪ੍ਰਸ਼ਨ ਹੈ ਨਾ, ਵਾਈ ਵਾਜ਼ ਹਸਨ ਨਾਟ ਨੋਟਿਸਡ। ਤਾਂ ਦੇਖੋ ਇਟ ਇਜ਼ ਬਿਕੋਜ਼ ਹੀ ਵਾਜ਼ ਹਾਰਡਲੀ ਐਵਰ ਪ੍ਰੈਜ਼ੈਂਟ ਇਨ ਦਾ ਕਲਾਸ, ਠੀਕ ਹੈ ਜੀ। ਇਹ ਇਸ ਲਈ ਸੀ ਕਿਉਂਕਿ ਉਹ ਕਲਾਸ ਵਿੱਚ ਮੁਸ਼ਕਿਲ ਹੀ ਨਾਲ ਜਿਹੜਾ ਕਦੇ ਹੀ ਹਾਜ਼ਰ ਹੁੰਦਾ ਸੀ, ਠੀਕ ਹੈ ਜੀ। ਤੇ ਇਹਦੇ ਨਾਲ ਹੀ ਆਪਣਾ ਅਗਲਾ ਇਹਦੇ ਵਿੱਚ ਆਹੀ ਪੁੱਛਿਆ ਹੋਇਆ ਸੀਗਾ ਕਿ ਡਿਊਰਿੰਗ ਵਿਚ ਡੇਜ਼ ਵੁੱਡ ਹਸਨ ਆਫਨ ਸ਼ੋ ਅਪ ਇਨ ਦਾ ਕਲਾਸ, ਯਾਨੀ ਕਿ ਦੋਸਤੋ ਕਿਹੜੇ ਦਿਨਾਂ ਦੌਰਾਨ ਜਿਹੜਾ ਹੈਗਾ ਹਸਨ ਅਕਸਰ ਸਕੂਲ ਵਿੱਚ ਵਿਖਾਈ ਦਿੰਦਾ ਸੀਗਾ। ਤਾਂ ਹਸਨ ਵੁੱਡ ਸ਼ੋ ਅਪ particularly if there was a class test or during examination, ਹਸਨ ਵਿਸ਼ੇਸ਼ ਤੌਰ 'ਤੇ ਕਲਾਸ ਵਿੱਚ ਜਿਹੜਾ ਹੈਗਾ ਟੈਸਟ ਜਾਂ ਫਿਰ ਪ੍ਰੀਖਿਆਵਾਂ ਦੇ ਦੌਰਾਨ ਵਿਖਾਈ ਵਿੰਦਾ ਸੀ, ਠੀਕ ਹੈ ਜੀ। ਤੇ ਅਗਲਾ ਦੋਸਤੋ ਆਪਣਾ ਪ੍ਰਸ਼ਨ ਹੈ ਕਿ ਵਟ ਵਾਜ਼ ਦਾ ਮਿਲੀਨੀਅਰ ਟ੍ਰਿਕ ਇਨ ਦਾ ਬੋਰਿੰਗ ਦਾ ਮਨੀ, ਠੀਕ ਹੈ ਜੀ। ਯਾਨੀ ਕਿ ਦੋਸਤੋ ਕਰਜ਼ਾ ਚੁੱਕਣ ਪਿੱਛੇ ਲੱਖਪਤੀ ਦੀ ਕੀ ਚਲਾਕੀ ਸੀ। ਤਾਂ ਦੋਸਤੋ ਆਨਸਰ ਦੇਖਦੇ ਹਾਂ ਇਸ ਦਾ। ਤਾਂ ਦੇਖੋ ਹਾਂ, ਹੀ ਬੋਰੋਡ ਅ ਲੋਨ ਆਫ $5,000 ਫਰੋਮ ਦਾ ਬੈਂਕ ਐਂਡ ਲੈਫਟ ਹਿਜ਼ ਫਰਾਰੀ ਐਜ਼ ਅ ਸਿਕਿਉਰਿਟੀ ਇਨ ਦਾ ਬੈਂਕ ਗੈਰਾਜ, ਠੀਕ ਹੈ ਜੀ। ਤਾਂ ਉਸਨੇ ਬੈਂਕ ਤੋਂ ਜਿਹੜਾ ਹੈਗਾ ਵਾ $5,000 ਦਾ ਕਰਜ਼ਾ ਲਿਆ ਅਤੇ ਜਾਮਣੀ ਵਜੋਂ ਯਾਨੀ ਸਿਕਿਉਰਿਟੀ ਵਜੋਂ ਫਰਾਰੀ ਬੈਂਕ ਦੇ ਗੈਰੇਜ ਵਿੱਚ ਰੱਖ ਦਿੱਤੀ, ਠੀਕ ਹੈ ਜੀ। ਤੇ ਅਗਲਾ ਪ੍ਰਸ਼ਨ ਦੋਸਤੋ ਦੇਖੋ ਕੀ ਹੈ। ਅਗਲਾ ਦੋਸਤੋ ਪ੍ਰਸ਼ਨ ਹੈ ਕਿ ਵਟ ਵਰ ਗੁੱਡ ਕੁਆਲਿਟੀਜ਼, ਠੀਕ ਹੈ ਜੀ, ਆਫ ਦਾ ਕੰਡਕਟਰ ਦੇ ਚੰਗੇ ਗੁਣ ਕੀ ਸਨ। ਤਾਂ ਦੋਸਤੋ ਦੇਖੋ ਆਨਸਰ ਇਸ ਦਾ। ਤਾਂ ਦੋਸਤੋ ਦਾ ਕੰਡਕਟਰ ਹੈਡ ਐਨ ਇਨਹੈਕਸਿਬਲ ਫੰਡ ਆਫ ਪੇਸ਼ੈਂਸ, ਠੀਕ ਹੈ ਜੀ। ਕੰਡਕਟਰ ਕੋਲ ਸਬਰ ਨਾ ਖਤਮ ਹੋਣ ਵਾਲਾ ਜਿਹੜਾ ਹੈਗਾ ਭੰਡਾਰ ਸੀ, ਠੀਕ ਹੈ ਜੀ। ਹੀ ਪੋਸਡ ਅ ਗਿਫਟ ਫॉर ਮੇਕਿੰਗ ਹਿਜ਼ ਪੈਸੇਂਜਰ ਕੰਫਰਟੇਬਲ, ਠੀਕ ਹੈ ਜੀ। ਉਸ ਕੋਲ ਮੁਸਾਫਰਾਂ ਨੂੰ ਆਰਾਮਦਾਇਕ ਬਣਾਉਣ ਦਾ ਜਿਹੜਾ ਹੈਗਾ ਇੱਕ ਤੋਹਫਾ ਸੀ, ਠੀਕ ਹੈ ਜੀ। ਵਿਦ ਓਲਡ ਪੀਪਲ ਹੀ ਵਾਜ਼ ਕੰਸੀਡਰੇਟਡ ਲਾਈਕ ਅ ਸਨ, ਵਿਦ ਚਿਲਡਰਨ ਹੀ ਵਾਜ਼ ਲਾਈਕ ਅ ਕੇਅਰਿੰਗ ਫਾਦਰ, ਹੀ ਟ੍ਰੀਟਡ ਪੈਸੇਂਜਰ ਆਫ ਹਿਜ਼ ਬੱਸ ਵਿਦ ਕਾਈਂਡਲੀਨੈਸ, ਅ ਜਰਨੀ ਵਿਦ ਹਿਮ ਵਾਜ਼ ਵੈਰੀ ਲੈਸਨ ਇਨ ਨੈਚੁਰਲ ਕੋਟੋਸੀ ਐਂਡ ਗੁੱਡ ਮੈਨਰ, ਠੀਕ ਹੈ ਜੀ। ਮਤਲਬ ਦੋਸਤੋ ਬਜ਼ੁਰਗ ਲੋਕਾਂ ਨਾਲ ਉਹ ਜਿਹੜਾ ਹੈਗਾ ਵਾ ਮਤਲਬ ਉਸ ਕੋਲ ਮੁਸਾਫਿਰਾਂ ਨੂੰ ਆਰਾਮਦਾਇਕ ਬਣਾਉਣ ਦਾ ਜਿਹੜਾ ਹੈਗਾ ਇੱਕ ਤੋਹਫਾ ਸੀ। ਬਜ਼ੁਰਗ ਲੋਕਾਂ ਨਾਲ ਉਹ ਇੱਕ ਪੁੱਤਰ ਦੀ ਤਰ੍ਹਾਂ, ਸੂਝਵਾਨ ਬੱਚਿਆਂ ਨਾਲ ਦੋਸਤੋ ਜਿਹੜਾ ਇੱਕ ਧਿਆਨ ਰੱਖਣ ਵਾਲੇ ਪਿਤਾ ਦੇ ਤਰ੍ਹਾਂ ਉਹ ਆਪਣੇ ਬੱਸ ਦੇ ਮੁਸਾਫਿਰਾਂ ਨਾਲ ਦਿਆਲਤਾ ਭਰਿਆ ਜਿਹੜਾ ਹੈਗਾ ਵਿਹਾਰ ਕਰਦਾ ਸੀ। ਉਸ ਨਾਲ ਇੱਕ ਸਫ਼ਰ ਚੰਗੇ ਸ਼ਿਸ਼ਟਾਚਾਰ ਅਤੇ ਕੁਦਰਤੀ ਨਿਮਰਤਾ ਵਾਲਾ ਸਬਕ ਸੀ, ਠੀਕ ਹੈ ਜੀ। ਤਾਂ ਇਹ ਇਸ ਦਾ ਆਨਸਰ ਹੋ ਗਿਆ। ਅਗਲਾ ਦੋਸਤੋ ਪ੍ਰਸ਼ਨ ਕੀ ਹੈ ਕਿ ਵਟ ਵਰ ਮੋਡ ਟੋਰਚਰਿੰਗ ਦਾ ਬਰੇਵ ਫਾਈਟਰਸ ਬਾਈ ਦਾ ਬ੍ਰਿਟਿਸ਼ਰ, ਯਾਨੀ ਕਿ ਅੰਗਰੇਜ਼ੀ ਸਰਕਾਰ ਦੁਆਰਾ ਬਹਾਦਰ ਯੋਧਿਆਂ ਨੂੰ ਤਸੀਹੇ ਦੇਣ ਦੇ ਕੀ
ਜਿਹੜੇ ਹੈਗੇ ਢੰਗ ਸਨ। ਤਾਂ ਦੋਸਤੋ ਦੇਖੋ ਆਹੀ ਆਪਣਾ ਪ੍ਰਸ਼ਨ ਆ, ਠੀਕ ਹੈ ਜੀ। ਤਾਂ ਦੇਖੋ ਦ ਬਰੇਵ ਫਾਈਟਰਸ ਵਰ ਫੋਰਸਡ ਟੂ ਵਰਕ ਇਨ ਦ ਆਇਲ ਮਿੱਲੀ ਟੂ ਐਕਸਟ੍ਰੈਕਟ ਐਟ ਲੀਸਟ 30 ਪਾਊਂਡਸ ਆਫ ਕੋਕੋਨਟ ਆਇਲ ਡੇਲੀ ਐਂਡ ਪਾਊਂਡ ਕੋਕੋਨਟ ਹਸਕ ਟੂ ਪ੍ਰੋਡਿਊਸ ਕੋਇਰ ਥ੍ਰੈਡਸ, ਠੀਕ ਹੈ ਜੀ। ਯਾਨੀ ਕਿ ਦੋਸਤੋ ਬਹਾਦਰ ਘੁਲਾਟੀਆਂ ਨੂੰ ਹਰ ਰੋਜ਼ ਘੱਟੋ ਘੱਟ 30 ਪਾਊਂਡ ਨਾਰੀਅਲ ਦਾ ਤੇਲ ਜਿਹੜਾ ਹੈਗਾ ਕੱਢਣ ਲਈ ਮਤਲਬ ਕੱਢਣ ਲਈ ਜਿਹੜਾ ਹੈਗਾ ਕੋਲੂ ਉੱਪਰ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਉਹਨਾਂ ਕੋਲ ਰੱਸੀਆਂ ਵੱਟਣ ਲਈ ਨਾਰੀਅਲ ਦਾ ਛਿਲਕਾ ਉਤਰਵਾਇਆ ਜਾਂਦਾ ਸੀ, ਠੀਕ ਹੈ। ਤਾਂ ਇਹ ਇਸਦਾ ਆਨਸਰ ਹੋ ਗਿਆ। ਅਗਲਾ ਪ੍ਰਸ਼ਨ ਦੋਸਤੋ ਦੇਖੋ ਕੀ ਹੈ, ਵੇਅਰ ਡਿਡ ਦ ਨਰੇਟਰ ਡਰਾਈਵ ਦ ਟੂ ਬॉयਜ਼, ਠੀਕ ਹੈ ਜੀ। ਯਾਨੀ ਕਿ ਦੋਸਤੋ ਕਿ ਕਥਾਕਾਰ ਨੇ ਦੋਨੋਂ ਲੜਕਿਆਂ ਨੂੰ ਸਵਾਰੀ ਤੇ ਕਿੱਥੇ ਲੈ ਗਿਆ। ਤਾਂ ਦੋਸਤੋ ਆਨਸਰ ਦੇਖੋ ਇਸ ਦਾ, ਠੀਕ ਹੈ ਜੀ। ਤਾਂ ਆਹੀ ਆਪਣਾ ਪ੍ਰਸ਼ਨ ਆ। ਤਾਂ ਦੇਖੋ ਦ ਨਰੇਟਰ ਡਰਵ ਦੈਮ ਦਾ ਟਿਨੀ ਵਿਲੇਜ ਸੈੱਟ ਹਾਈ ਅਪੋਨ ਦਾ ਹਿਲ ਸਾਈਡ, ਠੀਕ ਹੈ ਜੀ। ਕਥਾਕਾਰ ਉਹਨਾਂ ਨੂੰ ਇੱਕ ਛੋਟੇ ਪਿੰਡ ਲੈ ਗਿਆ ਜਿਹੜਾ ਪਹਾੜੀ ਦੇ ਉੱਪਰ ਉੱਚੀ ਥਾਂ ਉੱਪਰ ਸਥਿਤ ਸੀ, ਠੀਕ ਹੈ ਜੀ। ਤੇ ਆਪਣਾ ਅਗਲਾ ਪ੍ਰਸ਼ਨ ਦੇਖੋ ਦੋਸਤੋ ਕੀ ਹੈ, ਆਂਸਰ ਐਨੀ ਟੂ ਆਫ ਦਾ ਫੋਲੋਇੰਗ ਕੁਐਸਚਨ ਬੀ ਦ 30 ਬਰਡਸ, ਠੀਕ ਹੈ ਜੀ। ਤਾਂ ਦੇਖੋ ਤਾਂ ਦੋਸਤੋ ਦੇਖੋ ਪ੍ਰਸ਼ਨ ਕੀ ਆਪਣਾ ਇੱਥੇ, ਵਟ ਡਸ ਦਾ ਆਥਰ ਟੈਲ ਅਬਾਊਟ ਮਿਸ ਬੀਮ, ਕਿ ਬਈ ਲੇਖਕ ਸਾਨੂੰ ਮਿਸ ਬੀਮ ਬਾਰੇ ਕੀ ਦੱਸਦਾ ਹੈ। ਤਾਂ ਦੋਸਤੋ ਇਸ ਦਾ ਆਨਸਰ ਦੇਖਦੇ ਹਾਂ। ਇਸ ਦਾ ਆਨਸਰ ਹੈ ਦੋਸਤੋ, ਮਿਸ ਬੀਮ ਵਾਜ਼ ਆਲ that the author had expected. She was a middle-aged, authoritative, kindly and understanding woman. Her hair was beginning to turn grey. Her figure had fullness likely to be comforting टू अ होम सिक चाइल्ड, ठीक है। मतलब दोस्तों मिस बीम एक बिल्कुल ਜਿਹੜੀ ਹੈਗੀ ਉਂਝ ਸੀ ਜਿਵੇਂ ਲੇਖਕ ਨੇ ਆਸ ਕੀਤੀ ਸੀ। ਉਹ ਇੱਕ ਅਧਖੜ ਉਮਰ ਦੀ ਰੋਬ ਵਾਲੀ ਦਿਆਲੂ ਅਤੇ ਸਮਝਦਾਰ ਔਰਤ ਸੀ। ਉਸਦੇ ਵਾਲ ਸਫੇਦ ਹੋਣ ਲੱਗ ਪਏ ਸਨ। ਉਸਦੇ ਸਰੀਰ ਵਿੱਚ ਜਿਹੜੀ ਹੈਗੀ ਸੰਪੂਰਨਤਾ ਸੀ ਜੋ ਕਿ ਸੁਭਾਵਿਕ ਤੌਰ ਉੱਤੇ ਦੋਸਤੋ ਘਰ ਲਈ ਜਿਹੜਾ ਹੈਗਾ ਉਦੇਰਬੇ ਵਾਲੇ ਬੱਚੇ ਨੂੰ ਆਰਾਮ ਦਿੰਦੀ ਸੀ, ਠੀਕ ਹੈ ਜੀ। ਤਾਂ ਇਹ ਇਸਦਾ ਆਨਸਰ ਹੋ ਗਿਆ। ਅਗਲਾ ਪ੍ਰਸ਼ਨ ਦੋਸਤੋ ਕੀ ਹੈ, ਦੇਖੋ ਇੱਥੇ, ਵਾਈ ਡਿਡ ਭੋਲੀ ਰਿਫਿਊਜ਼ ਟੂ ਮੈਰੀ ਬਿਸ਼ੰਬਰ, ਯਾਨੀ ਕਿ ਭੋਲੀ ਨੇ ਬਿਸ਼ੰਬਰ ਨਾਲ ਸ਼ਾਦੀ ਕਰਨ ਤੋਂ ਇਨਕਾਰ ਕਿਉਂ ਕਰ ਦਿੱਤਾ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਆ। ਤਾਂ ਦੇਖੋ ਆਹੀ ਆਪਣਾ ਪ੍ਰਸ਼ਨ ਆ। ਤਾਂ ਦੇਖੋ ਦੋਸਤੋ, ਐਟ ਦਾ ਗਰਲੈਂਡਿੰਗ ਸਰਮਨੀ ਬਿਸ਼ੰਬਰ ਹੈਪਨ ਟੂ ਸੀ ਪੌਕ ਮਾਰਕਸ ਔਨ ਭੋਲੀ ਫੇਸ, ਠੀਕ ਹੈ ਜੀ। ਯਾਨੀ ਕਿ ਦੋਸਤੋ ਕਿ ਬਈ ਜਿਹੜਾ ਹੈਗਾ ਦੋਸਤੋ ਜੈਮਾਲਾ ਦੀ ਰਸਮ ਵੇਲੇ ਜਿਹੜਾ ਹੈਗਾ ਵਾ ਬਿਸ਼ੰਬਰ ਨੇ ਭੋਲੀ ਦੇ ਚਿਹਰੇ ਉੱਪਰ ਜਿਹੜੇ ਹੈਗੇ ਚੇਚਕ ਦੇ ਨਿਸ਼ਾਨ ਦੇਖ ਲਏ ਸਨ, ਠੀਕ ਹੈ ਜੀ। ਤੇ ਅੱਗੇ ਦੋਸਤੋ ਲਿਖਿਆ ਹੈ ਕਿ ਹੀ ਪਲੇਸ ਅ ਡਿਮਾਂਡ 5000 ਰੁਪਏ ਐਜ਼ ਅ ਡੋਰੀ, ਠੀਕ ਹੈ ਜੀ। ਯਾਨੀ ਕਿ ਦੋਸਤੋ ਉਸ ਨੇ ਜਿਹੜਾ ਹੈਗਾ 5000 ਰੁਪਏ ਦੀ ਦਾਜ ਦੇ ਰੂਪ ਵਿੱਚ ਮੰਗ ਰੱਖ ਦਿੱਤੀ, ਠੀਕ ਹੈ ਜੀ। ਅੱਗੇ ਲਿਖਿਆ ਦੋਸਤੋ, ਦਾ ਫੀਲਡ ਭੋਲੀ with cold contempt she refused to marry him because she did not want a mean greedy and contemptible coward as her husband, ਠੀਕ ਹੈ ਜੀ। ਤਾਂ ਇਹਦੇ ਵਿੱਚ ਮਤਲਬ ਦੋਸਤੋ ਇਹ ਹੈ ਕਿ ਇਸਨੇ ਭੋਲੀ ਨੂੰ ਜਿਹੜੇ ਹੈਗਾ ਬੇਇੱਜ਼ਤੀ ਦੀ ਭਾਵਨਾ ਨਾਲ ਭਰ ਦਿੱਤਾ। ਉਸਨੇ ਉਸ ਨਾਲ ਜਿਹੜਾ ਹੈਗਾ ਦੋਸਤੋ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਇੱਕ ਕਮੀਨਾ, ਲਾਲਚੀ ਅਤੇ ਨਫ਼ਰਤਯੋਗ ਡਰਪੋਕ ਪਤੀ ਆਪਣੇ ਪਤੀ ਦੇ ਰੂਪ ਵਿੱਚ ਨਹੀਂ ਚਾਹੁੰਦੀ ਸੀ, ਠੀਕ ਹੈ ਜੀ। ਤੇ ਅੱਗਾ ਦੇਖੋ ਦੋਸਤੋ, ਅਗਲਾ ਪ੍ਰਸ਼ਨ ਹੈ ਦੋਸਤੋ ਕਿ ਹੂ ਹਰ ਮਾਨ ਸਿੰਘ ਐਂਡ ਕਰਮ ਸਿੰਘ, ਵੇਅਰ ਡਿਡ ਮਾਨ ਸਿੰਘ ਗੋ ਵੈਨ ਗੋਟ ਅ ਫਿਊ ਡੇਜ਼ ਲਿਵ, ਠੀਕ ਹੈ ਜੀ। ਯਾਨੀ ਕਿ ਦੋਸਤੋ ਮਾਨ ਸਿੰਘ ਅਤੇ ਕਰਮ ਸਿੰਘ ਕੌਣ ਸਨ, ਠੀਕ ਹੈ ਜੀ। ਤੇ ਮਾਨ ਸਿੰਘ ਕਿੱਥੇ ਗਿਆ ਜਦੋਂ ਉਸ ਨੂੰ ਜਿਹੜਾ ਹੈਗਾ ਕੁਝ ਦਿਨਾਂ ਦੀ ਛੁੱਟੀ ਮਿਲੀ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਹਾਂ। ਚਲੋ ਤਾਂ ਦੇਖੋ ਦੋਸਤੋ ਆਹੀ ਆਪਣਾ ਪ੍ਰਸ਼ਨ, ਹੂ ਇਜ਼ ਮਾਨ ਸਿੰਘ ਐਂਡ ਕਰਮ ਸਿੰਘ। ਤਾਂ ਦੇਖੋ ਮਾਨ ਸਿੰਘ ਐਂਡ ਕਰਮ ਸਿੰਘ ਵੇਅਰ ਇਨ ਦਾ ਆਰਮੀ, ਠੀਕ ਹੈ ਜੀ। ਕਰਮ ਸਿੰਘ ਤੇ ਮਾਨ ਸਿੰਘ ਜਿਹੜੇ ਹੈਗੇ ਫੌਜ ਵਿੱਚ ਸਨ, ਠੀਕ ਹੈ ਜੀ। ਦੇ ਹੈਡ ਬੀਨ ਅ ਸੇਮ ਰੈਜੀਮੈਂਟਲ ਸੈਂਟਰ, ਠੀਕ ਹੈ ਜੀ। ਤਾਂ ਦੇ ਹੈ ਮਤਲਬ ਉਹ ਜਿਹੜੇ ਹੈਗੇ ਦੋਸਤੋ ਇੱਕੋ ਹੀ ਰੈਜੀਮੈਂਟਲ ਸੈਂਟਰ ਵਿੱਚ ਸਨ, ਠੀਕ ਹੈ ਜੀ। ਤੇ ਉਹ ਕੀ ਲਿਖਿਆ ਕਿ ਦੇ ਵਰ ਸਰਵਿੰਗ ਇਨ ਦਾ ਬਟਾਲੀਅਨ ਔਨ ਦਾ ਬਰਮਾ ਫਰੰਟ, ਠੀਕ ਹੈ ਜੀ। ਮਤਲਬ ਦੋਸਤੋ ਉਹ ਬਰਮਾ ਦੀ ਜਿਹੜੀ ਹੈਗੀ ਆ ਹੱਦ ਉੱਪਰ ਇੱਕ ਬਟਾਲੀਅਨ ਵਿੱਚ ਸੇਵਾ ਕਰ ਰਹੇ ਸਨ। ਕਰਮ ਸਿੰਘ ਹੈਡ ਜੁਆਇੰਡ ਅਪਰ ਅਰਲੀਅਰ ਐਂਡ ਵਾਜ਼ ਹਵਲਦਾਰ। ਮਾਨ ਸਿੰਘ ਹੈਡ ਜਸਟ ਗੋ ਟੂ ਦਾ ਨਾਇਕ ਰੈਂਕ, ਬੋਥ ਵਰ ਫਰੈਂਡਸ, ਠੀਕ ਹੈ ਜੀ। ਮਤਲਬ ਦੋਸਤੋ ਇਹੀ ਹੈ ਕਿ ਕਰਮ ਸਿੰਘ ਫੌਜ ਵਿੱਚ ਪਹਿਲਾਂ ਆਇਆ ਸੀ ਤਾਂ ਉਹ ਹਵਲਦਾਰ ਸੀ। ਮਾਨ ਸਿੰਘ ਹਲੇ ਹੁਣੇ ਨਾਇਕ ਦੇ ਅਹੁਦੇ 'ਤੇ ਆਇਆ ਸੀਗਾ। ਦੋਨੋਂ ਦੋਸਤ ਸਨ, ਠੀਕ ਹੈ ਜੀ। ਤੇ ਹੁਣ ਅਗਲਾ ਪ੍ਰਸ਼ਨ ਦੋਸਤੋ ਦੇਖ ਲੈਂਦੇ ਹਾਂ। ਅਗਲਾ ਪ੍ਰਸ਼ਨ ਕੀ ਹੈ ਇਹਦੇ ਵਿੱਚ, ਅਗਲਾ ਦੋਸਤੋ ਤੁਹਾਡਾ ਹੈਗਾ ਵਾ ਆਪਣਾ ਆਨਸਰ ਦਾ ਫੋਲੋਇੰਗ ਕੁਐਸਚਨ, ਠੀਕ ਹੈ ਜੀ। ਤੇ ਇਹਦੇ ਵਿੱਚ ਹੈਗਾ ਦੋਸਤੋ ਆਪਣਾ ਵਟ ਇਜ਼ ਦਾ ਥੀਮ ਆਫ ਦਾ ਲੈਸਨ ਦਾ ਸਟੋਰੀ ਆਫ ਮਾਈ ਲਾਈਫ। ਤਾਂ ਦੋਸਤੋ ਇਹਦਾ ਆਨਸਰ ਵੀ ਦੇਖ ਲੈਂਦੇ ਆਪਾਂ। ਸੌਰੀ ਇੱਕ ਚੀਜ਼ ਆਪਣਾ ਰਹਿ ਗਿਆ ਇਹਦੇ ਵਿੱਚ ਦੋਸਤੋ ਇੱਕ ਹੋਰ ਵੀ ਤਾਂ ਚੀਜ਼ ਪੁੱਛੀ ਹੋਈ ਸੀ। ਆਪਣਾ ਪਿਛਲਾ ਜਿਹੜਾ ਪ੍ਰਸ਼ਨ ਆ ਇਹਦੇ ਵਿੱਚ ਦੋਸਤੋ ਆ ਵੀ ਪੁੱਛਿਆ ਸੀਗਾ ਕਿ ਵੇਅਰ ਡਿਡ ਮਾਨ ਸਿੰਘ ਗੋ ਵੈਨ ਗੋਟ ਅ ਫਿਊ ਡੇਜ਼ ਲੀਵ, ਠੀਕ ਹੈ ਜੀ। ਮਤਲਬ ਆ ਦੇਖੋ ਇਹਦਾ ਆਨਸਰ ਦੋਸਤੋ ਇੱਥੇ ਸੀਗਾ, ਮੈਂ ਇਹ ਦੇਖਿਆ ਨਹੀਂ। ਤਾਂ ਦੇਖੋ ਦੋਸਤੋ ਇਹਦੇ ਵਿੱਚ ਇਹੀ ਆ ਮਤਲਬ ਕੁਐਸਚਨ ਦਾ ਕਿ ਬਈ ਜਿਹੜਾ ਹੈਗਾ ਮਾਨ ਸਿੰਘ ਕਿੱਥੇ ਗਿਆ ਜਦੋਂ ਉਸਨੇ ਜਿਹੜਾ ਹੈਗਾ ਕੁਝ ਦਿਨਾਂ ਦੀ ਛੁੱਟੀ ਮਿਲੀ ਸੀ। ਤਾਂ ਦੋਸਤੋ ਮਾਨ ਸਿੰਘ ਵੈਂਟ ਕਰਮ ਸਿੰਘ ਵਿਲੇਜ ਟੂਵਰਡਸ ਦਾ ਕਲੋਜ਼ ਆਫ ਹਿਸ ਹੌਲੀਡੇਜ਼, ਠੀਕ ਹੈ ਜੀ। ਮਤਲਬ ਦੋਸਤੋ ਕਿ ਜਿਹੜਾ ਹੈਗਾ ਛੁੱਟੀਆਂ ਦੇ ਅੰਤ ਵਿੱਚ ਮਾਨ ਸਿੰਘ ਕਰਮ ਸਿੰਘ ਦੇ ਜਿਹੜਾ ਹੈਗਾ ਪਿੰਡ ਗਿਆ ਸੀ, ਠੀਕ ਹੈ ਜੀ। ਤੇ ਦੋਸਤੋ ਚਲੋ ਹੁਣ ਅੱਗੇ ਦੇਖ ਲੈਂਦੇ ਹਾਂ ਅਗਲਾ ਆਪਣਾ ਕਿਹੜਾ ਪ੍ਰਸ਼ਨ ਸੀਗਾ।
हाँ जी, अगला तो सीगा थीम ऑफ द लेसन द स्टोरी ऑफ माई लाइफ। तो दोस्तों इसका आंसर देख तो दोस्तों देखो आही अपना प्रश्न है थीम ऑफ द चैप्टर द स्टोरी ऑफ माई लाइफ। तो देखो दिस लेसन इज बेस्ड ऑन द थीम दैट इवन अ ब्लाइंड एंड द डिफ कैन लीड अ फुलर एंड मोर एडवेंचरस लाइफ। ठीक है जी, यह पाठ इस विषय पर आधारित है कि जोड़ा है अंधे ਅਤੇ ਬੋਲੇ भी जोड़ा है पूरा जीवन जोड़ा है बिता सकते ਹਨ। ठीक है जी, तो अगे लिखा दोस्तों अ गिफ्टेड परसन इवन इफ हैंडीकैप्ड कैन मेक अ वर्थवाइल कंट्रीब्यूशन टू द सोसाइटी एंड टू द वर्ल्ड। ठीक है जी, तो जो कोई प्रभावशाली व्यक्ति अपंग भी होवे समाज ਅਤੇ संसार ਨੂੰ ਜਿਹੜਾ ਹੈ ਚੰਗਾ ਯੋਗਦਾਨ ਦੇ ਸਕਦਾ ਹੈ। ਠੀਕ ਹੈ ਜੀ, ਤੇ ਹੈਲਨ ਕੈਲਰ ਵਾਜ਼ ਅ ਸੱਚ ਅ ਪਰਸਨ। ਹੈਲਨ ਕੈਲਰ ਇੱਕ ਇਸ ਤਰ੍ਹਾਂ ਦੀ ਔਰਤ ਸੀ। ਠੀਕ ਹੈ ਜੀ, ਤੇ ਡਿਸਪਾਈਟ ਬੀਇੰਗ ਅ ਬਲਾਈਂਡ ਐਂਡ ਡਿਫ ਸ਼ੀ ਹੈਡ ਅ ਰਿਮਾਰਕੇਬਲ ਗਿਫਟ ਫॉर ਕਮਿਊਨੀਕੇਸ਼ਨ। ਠੀਕ ਹੈ ਜੀ, ਤਾਂ ਇਹਦੇ ਵਿੱਚ ਆਹੀ ਆ ਕਿ ਅੰਧੇ ਅਤੇ ਬੋਲੇ ਹੋਣ ਦੇ ਬਾਵਜੂਦ ਵੀ ਉਸਦੇ ਕੋਲ ਜਿਹੜਾ ਹੈਗਾ ਸੰਚਾਰ ਕਰਨ ਦਾ ਜਿਹੜਾ ਹੈਗਾ ਅਲੌਕਿਕ ਤੋਹਫਾ ਸੀ। ਠੀਕ ਹੈ ਜੀ, ਤੇ ਅ ਟੀਚਰ ਨੇਮਡ ਐਨੀ ਸੁਲੇਵਾਨ ਕਮ ਟੂ ਟੀਚ ਹਰ ਐਂਡ ਰਿਵੈਲ ਟੂ ਦ ਮਿਸਟਰੀ ਆਫ ਲੈਂਗੁਏਜ। ਹਰ टीचर बिगेन टू टीच द कम्युनिकेट बाय स्पेलिंग वर्ड इनटू हर हैंड। ठीक है जी, मतलब दोस्तों ये यही है अंधे होने के बावजूद भी दोस्तों उसने ਜਿਹੜਾ ਹੈਗਾ ਵਾ ਉਸਦੀ ਇੱਕ ਟੀਚਰ ਸੀਗੀ ਜਿਸ ਦਾ ਨਾਂ ਦੋਸਤੋ ਐਨੀ ਸੁਲੇਵਾਨ ਸੀ। ਹੈਲਨ ਕੈਲਰ ਨੂੰ ਪੜ੍ਹਾਉਣ ਅਤੇ ਉਸਦੀ ਜਿਹੜੀ ਹੈਗੀ ਆ ਦੋਸਤੋ ਉਸੇ ਦੇ ਲਈ ਦੋਸਤੋ ਉਸਨੇ ਭਾਸ਼ਾ ਦਾ ਜਿਹੜਾ ਹੈਗਾ ਭੇਦ ਖੋਲ੍ਹਣ ਲਈ ਉਸ ਕੋਲ ਜਿਹੜੀ ਆਈ ਸੀ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਦੋਸਤੋ ਕੀ ਲਿਖਿਆ ਉਹਨਾਂ ਨੇ ਉਸਨੇ ਇਸ ਤਰ੍ਹਾਂ ਜਿਹੜਾ ਹੈਗਾ ਉਸਦੇ ਹੱਥ ਤੇ ਕਿਸੇ ਸ਼ਬਦਾਂ ਦਾ ਸਪੈਲਿੰਗ ਕਰਕੇ ਜਿਹੜਾ ਹੈਗਾ ਕੀਤਾ। ਠੀਕ ਹੈ, ਤੇ ਉਸ ਤੋਂ ਬਾਅਦ ਦੋਸਤੋ ਲਿਖਿਆ ਇਹਨਾਂ ਨੇ ਆਪਣਾ ਇੱਥੇ शी रोट हर ऑटोबायोग्राफी द स्टोरी ऑफ माई लाइफ। ठीक है जी, बिफोर हर एजुकेशन शी वॉज लाइक अ शिप बट शिप शट इन द इन थिक फॉग। ठीक है जी, मतलब दोस्तों ये यही है हैलन कैलर सीगी जी उन्हें अपनी जीवन कथा लिखी। ठीक है जी, अपनी सिक्ख्या तो पहले हैलन कैलर एक जहाज़ की तरह से जोड़ा बहुत ही ज़्यादा धुंध हाँ जी धुंध विच जोड़ा हैगा बंद होवे। ठीक है जी, ਧੁੰਦ ਦੇ ਵਿੱਚ ਜਿਹੜਾ ਹੈਗਾ ਦੋਸਤੋ ਇਹ ਬੰਦ ਹੋਵੇ। ਤੇ ਅੱਗੇ ਦੋਸਤੋ ਇਹਨਾਂ ਨੇ ਲਿਖਿਆ ਹੋਇਆ ਬਣਾ ਕਿ ਹਰ ਟੀਚਰ ਐਫਰਟਸ ਐਂਡ ਹਰ ਓਨ ਵਿਲਿੰਗਨੈਸ ਟੂ ਲਰਨ ਰਿਵੈਲਡ ਟੂ ਹਰ ਮਿਸਟਰੀ ਆਫ ਲੈਂਗੁਏਜ ਹਰ ਲਾਈਫ ਪ੍ਰੂਵਸ ਦਾ ਸਟਰੈਂਥ ਆਫ ਪ੍ਰੂਵਲ ਦੈਟ ਦ ਵਾਈਂਡ ਐਂਡ ਦ ਵੈਦਰ ਆਰ ਆਲਵੇਜ਼ ਔਨ ਦ ਸਾਈਡ ਆਫ ਐਬਲੈਸਟ ਨੈਵੀਗੇਟਰ। ਠੀਕ ਹੈ ਜੀ, ਮਤਲਬ ਦੋਸਤੋ ਉਸਦੀ ਟੀਚਰ ਦੀਆਂ ਕੋਸ਼ਿਸ਼ਾਂ ਅਤੇ ਸਿੱਖਣ ਦੇ ਲਈ ਉਸਦੀ ਜਿਹੜੀ ਹੈਗੀ ਆ ਰਜ਼ਾਮੰਦੀ ਨੇ ਉਸ ਦੇ ਲਈ ਜਿਹੜਾ ਹੈਗਾ ਭਾਸ਼ਾ ਦਾ ਭੇਦ ਨੂੰ ਖੋਲ੍ਹ ਦਿੱਤਾ। ਉਸਦਾ ਜੀਵਨ ਇਸ ਕਹਾਵਤ ਦੀ ਸੱਚਾਈ ਨੂੰ ਸਿੱਧ ਕਰਦੀ ਹੈ ਕਿ ਹਵਾ ਅਤੇ ਮੌਸਮ ਸਾਰਿਆਂ ਤੋਂ ਕਾਬਿਲ ਜਹਾਜ਼ ਰਾਣੀ ਰਸਤਾ ਦਿਖਾਉਣ ਵਾਲੇ ਦੇ ਨਾਲ ਹੁੰਦਾ ਹੈ। ਠੀਕ ਹੈ ਜੀ, ਤਾਂ ਇਹ ਇਸ ਦਾ ਆਨਸਰ ਹੋ ਗਿਆ। ਅਗਲਾ ਪ੍ਰਸ਼ਨ ਦੋਸਤੋ ਦੇਖੋ ਕੀ ਆਪਣਾ ਇੱਥੇ ਹਾਂਜੀ ਅਗਲਾ ਹੈ ਦੋਸਤੋ ਡਰਾ ਬਰੀਫ ਕਰੈਕਟਰ ਸਕੈਚ ਆਫ ਜੌਨ ਫਿਲਿਪ ਸੋਸਾ। ਤਾਂ ਇਹਦਾ ਵੀ ਦੇਖ ਲੈਂਦੇ ਹਾਂ। ਤਾਂ ਦੋਸਤੋ ਦੇਖੋ ਆਹੀ ਆਪਣਾ ਪ੍ਰਸ਼ਨ ਹੈ ਰਾਈਟ ਅ ਬਰੀਫ ਕਰੈਕਟਰ ਸਕੈਚ ਆਫ ਜੌਨ ਫਿਲਿਪ ਸੋਸਾ। ਤਾਂ ਦੇਖੋ ਜੌਨ ਫਿਲਿਪ ਸੋਸਾ ਵਾਜ਼ ਅ ਯੰਗ ਬॉय। ਠੀਕ ਹੈ ਜੀ, ਯਾਨੀ ਕਿ ਦੋਸਤੋ ਜੌਨ ਫਿਲਿਪ ਸੋਸਾ ਇੱਕ ਛੋਟਾ ਜਿਹਾ ਮੁੰਡਾ ਸੀ। ਠੀਕ ਹੈ ਜੀ, ਤੇ ਹਿਜ਼ ਫਾਦਰ ਵਰਕਡ ਇਨ ਬ੍ਰਾਜ਼ ਸੈਕਸ਼ਨ ਆਫ ਦਾ ਯੂਨਾਈਟਿਡ ਸਟੇਟ ਮਰਾਈਨ ਬੈਂਡ। ਠੀਕ ਹੈ ਜੀ, ਯਾਨੀ ਕਿ ਉਸ ਦਾ ਜਿਹੜਾ ਹੈਗਾ ਦੋਸਤੋ ਜਿਹੜਾ ਪਿਤਾ ਸੀ ਨਾ ਠੀਕ ਹੈ ਜੀ, ਤਾਂ ਉਹ ਯੂਨਾਈਟਿਡ ਸਟੇਟ ਦੇ ਮਰਾਈਨ ਬੈਂਡ ਦੇ ਬ੍ਰਾਸ ਸੈਕਸ਼ਨ ਵਿੱਚ ਜਿਹੜਾ ਹੈਗਾ ਕੰਮ ਕਰਦਾ ਸੀ। ਠੀਕ ਹੈ ਜੀ, ਤੇ ਅੱਗੇ ਦੋਸਤੋ ਲਿਖਿਆ ਹੈ ਆਪਣਾ द कैपिटल सिटी ऑफ वाशिंगटन DC was full of band। ठीक है जी, फिलिप loved them, he wanted to become a musician। at the age of 7 he joined a school of music। he learned to play violin। he began to play very well। he loved to play baseball। ठीक है जी, ਤਾਂ ਵਾਸ਼ਿੰਗਟਨ ਜਿਹੜੀ ਹੈਗੀ ਦੋਸਤੋ DC ਦੀ ਰਾਜਧਾਨੀ ਬੈਂਡ ਦੇ ਨਾਲ ਭਰਪੂਰ ਸੀ। ਫਿਲਿਪ ਜਿਹੜਾ ਹੈਗਾ ਦੋਸਤੋ ਬੈਂਡ ਨੂੰ ਜਿਹੜਾ ਹੈਗਾ ਬਹੁਤ ਹੀ ਪਸੰਦ ਕਰਦਾ ਸੀ। ਉਸਨੇ ਸੰਗੀਤਕਾਰ ਬਣਨ ਦਾ ਜਿਹੜਾ ਹੈਗਾ ਇਰਾਦਾ ਕਰ ਲਿਆ। 7 ਸਾਲ ਦੀ ਉਮਰ ਵਿੱਚ ਉਸਨੇ ਸੰਗੀਤ ਦੀਆਂ ਸਕੂਲਾਂ ਜੁਆਇਨ ਕਰ ਲਿਆ। ਉਸਨੇ ਵਾਇਲਨ ਵਜਾਉਣਾ ਸਿੱਖ ਲਿਆ। ਠੀਕ ਹੈ ਜੀ, ਅੱਗੇ ਦੇਖੋ ਦੋਸਤੋ ਕੀ ਲਿਖਿਆ ਤੇ ਦੋਸਤੋ ਉਸਨੂੰ ਜਿਹੜਾ ਹੈਗਾ ਵਾ ਬੇਸਬਾਲ ਖੇਲਣਾ ਵੀ ਜਿਹੜਾ ਹੈਗਾ ਪਸੰਦ ਸੀਗਾ। ਠੀਕ ਹੈ, ਅੱਗੇ ਹੈ ਦੋਸਤੋ ਹੀ ਵਾਜ਼ ਚੂਜ਼ਨ ਟੂ ਪਲੇ ਵਾਇਲਨ ਸੋਲੋ ਫॉर द ਐਨੂਅਲ ਈਵਨਿੰਗ ਕਨਸਰਟ ਆਫ ਹਿਜ਼ ਸਕੂਲ। ਠੀਕ ਹੈ ਜੀ, ਤਾਂ ਦੋਸਤੋ ਕੀ ਹੋਇਆ ਬਈ ਜਿਹੜਾ ਹੈਗਾ ਦੋਸਤੋ ਮਤਲਬ ਜਿਹੜਾ ਆਪਣਾ ਉਹ ਸੀਗਾ ਨਾ ਆਪਣਾ ਫਿਲਿਪ ਠੀਕ ਹੈ ਜੀ, ਤਾਂ ਉਸਨੇ ਜਿਹੜਾ ਹੈਗਾ ਸਕੂਲ ਦੀ ਸਾਲਾਨਾ ਸੰਗੀਤ ਦੀ ਜਿਹੜੀ ਹੈਗੀ ਆ ਸੋਲੋ ਵਾਇਲਨ ਸ਼ੋਅ ਦੇ ਲਈ ਜਿਹੜਾ ਹੈਗਾ ਉਸਨੂੰ ਚੁਣਿਆ ਗਿਆ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਦੋਸਤੋ ਫਿਰ ਕੀ ਆ ਉੱਥੇ ਦੋਸਤੋ ਲਿਖਿਆ ਆਪਣਾ ਹਾਂਜੀ ਕਿੱਥੇ ਸੀਗਾ ਆਪਾਂ ਹੀ ਬੋਰਡ ਅ ਲਾਰਜ ਸ਼ਰਟ ਫਰੋਮ ਦਾ ਵਾਈਫ ਆਫ ਹਿਜ਼ ਮਿਊਜ਼ਿਕ ਟੀਚਰ। ਠੀਕ ਹੈ ਜੀ, ਉਸਨੇ ਵੱਡੇ ਸਾਈਜ਼ ਦੀ ਕਮੀਜ਼ ਆਪਣੇ ਸੰਗੀਤ ਦੇ ਅਧਿਆਪਕ ਦੀ ਪਤਨੀ ਤੋਂ ਲਈ। ਠੀਕ ਹੈ ਜੀ, ਦਾ ਵਾਈਫ ਆਫ ਦਾ ਮਿਊਜ਼ਿਕ ਟੀਚਰ ਫਿਟਡ ਇਟ ਔਨ ਫਲਿਪ ਵਿਦ ਦਾ ਹੈਲਪ ਆਫ ਪਿੰਸ। ਠੀਕ ਹੈ ਜੀ, ਤਾਂ ਇਹ ਕਮੀਜ਼ ਵੱਡੇ ਆਕਾਰ ਦੀ ਸੀ। ਠੀਕ ਹੈ ਜੀ, ਤੇ ਫਿਰ ਦੋਸਤੋ ਕੀ ਸੀਗੀ ਅਧਿਆਪਕ ਦੀ ਪਤਨੀ ਨੇ ਜਿਹੜਾ ਹੈਗਾ ਪਿੰਨ ਲਗਾ ਕੇ ਇਸ ਨੂੰ ਜਿਹੜਾ ਹੈਗਾ ਫਲਿਪ 'ਤੇ ਫਿੱਟ ਕਰ ਦਿੱਤਾ। ਠੀਕ ਹੈ, ਤੇ ਅੱਗੇ ਲਿਖਿਆ ਦਾ ਬਿਗ ਸ਼ਰਟ ਵਾਜ਼ ਪੁਲਡ ਲੂਜ਼ ਵੈਨ ਦਾ ਪਰਫੋਰਮੈਂਸ ਵਾਜ਼ ਗੋਇੰਗ ਔਨ। ਠੀਕ ਹੈ ਜੀ, ਤਾਂ ਇਹ ਕਮੀਜ਼ ਵੱਡੇ ਆਕਾਰ ਦੇ ਹੋਣ ਕਰਕੇ ਦੋਸਤੋ ਕੀ ਹੋਇਆ ਜਦੋਂ ਸੰਗੀਤ ਦਾ ਸ਼ੋਅ ਹੋ ਰਿਹਾ ਸੀ ਤਾਂ ਕਮੀਜ਼ ਦਾ ਕਲਰ ਤੋਂ ਨਿਕਲ ਕੇ ਥੱਲੇ ਡਿੱਗ ਗਿਆ। ਠੀਕ ਹੈ ਜੀ, ਤੇ ਉਸ
ਉਹ ਦੋਸਤੋ ਜਿਹੜਾ ਹੈਗਾ ਸਟੇਜ ਤੋਂ ਦੌੜ ਗਿਆ। ਠੀਕ ਹੈ ਜੀ, ਮਤਲਬ ਇੱਥੇ ਦੋਸਤੋ ਲਿਖਿਆ ਹੈ ਨਾ, ਹੀ ਰਨ ਅਵੇ ਫਰੋਮ ਦਾ ਸਟੇਜ। ਤੇ ਹੀ ਵਾਜ਼ ਸੈਂਟ to a bakery, ठीक है जी, he was sent to a bakery for 3 days. He did not like this work. Then again he went his to then again he went to his music teacher. He developed his skill in playing on the violin. मतलब दोस्तों ਇਹਦੇ ਵਿੱਚ ਇਹੀ ਆ ਕਿ ਜਿਹੜਾ ਹੈਗਾ ਉਹ ਸਟੇਜ ਤੋਂ ਦੌੜ ਗਿਆ ਸੀਗਾ। ਉਸਨੇ ਜਿਹੜਾ ਹੈਗਾ 3 ਦਿਨ ਜਿਹੜਾ ਹੈਗਾ ਕੰਮ ਕਰਨ ਲਈ ਜਿਹੜਾ ਹੈਗਾ ਬੇਕਰੀ ਜਾਣਾ ਪਿਆ। ਇਸ ਦੇ ਬਾਅਦ ਦੋਸਤੋ ਉਸਨੂੰ ਫਿਰ ਜਿਹੜੇ ਹੈਗਾ ਆਪਣੇ ਸੰਗੀਤ ਦੇ ਅਧਿਆਪਕ ਕੋਲ ਜਾਣਾ ਪਿਆ। ਉਸਨੇ ਜਿਹੜਾ ਹੈਗਾ ਵੈਲਨ ਵਜਾਉਣ ਦੀ ਕੁਸ਼ਲਤਾ ਹਾਸਲ ਕਰ ਲਈ। ਠੀਕ ਹੈ ਜੀ, ਫਿਰ ਵਨਸ ਅ ਸਰਕਸ ਬੈਂਡ ਲੀਡਰ। ਠੀਕ ਹੈ ਜੀ, ਤਾਂ ਸੰਗੀਤ ਹਾਂਜੀ, ਇੱਕ ਵਾਰ ਜਿਹੜਾ ਹੈਗਾ ਦੋਸਤੋ ਇੱਕ ਸਰਕਸ ਦਾ ਲੀਡਰ ਉਸਨੂੰ ਆਪਣੇ ਨਾਲ ਲੈ ਜਾਣਾ ਚਾਹੁੰਦਾ ਸੀਗਾ। ਠੀਕ ਹੈ ਜੀ, ਆਫਰਡ ਫਿਰ ਹਮ ਜੋਮ ਇਨ ਸਰਕਸ। ਠੀਕ ਹੈ ਜੀ, ਮਤਲਬ ਲੈ ਕੇ ਜਾਣਾ ਚਾਹੁੰਦਾ ਸੀਗਾ ਸਰਕਸ ਦੇ ਵਿੱਚ। ਤੇ ਹਿਜ਼ ਫਾਦਰ ਗੋ ਹਿਮ ਰਿਕਰੂਟਡ ਐਜ਼ ਅ ਟ੍ਰੇਨੀ ਇਨ ਦਾ ਮਰਾਈਨ ਬੈਂਡ। ਠੀਕ ਹੈ ਜੀ, ਤਾਂ ਇਹਦੇ ਵਿੱਚ ਮਤਲਬ ਦੋਸਤੋ ਉਸਨੇ ਜਿਹੜਾ ਹੈਗਾ ਵਾ ਸਰਕਸ ਦੇ ਵਿੱਚ ਲਿਜਾਣਾ ਚਾਹੁੰਦਾ ਸੀਗਾ ਉਸਨੂੰ ਆਪਣੇ ਨਾਲ। ਠੀਕ ਹੈ ਜੀ, ਅਤੇ ਉਹ ਉਸਨੂੰ ਸਰਕਸ ਵਿੱਚ ਚੰਗੀ ਨੌਕਰੀ ਦੇਣਾ ਚਾਹੁੰਦਾ ਸੀਗਾ। ਠੀਕ ਹੈ ਜੀ, ਜੋਬ ਦੇਣਾ ਚਾਹੁੰਦਾ ਸੀਗਾ। ਠੀਕ ਹੈ, ਬਟ ਦੋਸਤੋ ਜਿਹੜਾ ਉਸਦਾ ਪਿਤਾ ਸੀਗਾ, ਠੀਕ ਹੈ, ਉਸਨੂੰ ਮਰਾਈਨ ਬੈਂਡ ਦੇ ਵਿੱਚ ਉਹ ਭਰਤੀ ਕਰ ਦਿੰਦਾ ਹੈ। ਠੀਕ ਹੈ ਜੀ, ਅਤੇ ਉਹ ਬੈਂਡ ਦਾ ਜਿਹੜਾ ਹੈਗਾ ਦੋਸਤੋ ਉਹ ਲੀਡਰ ਬਣ ਗਿਆ। ਠੀਕ ਹੈ, ਦੇਖ ਸਕਦੇ ਹੋ, ਹੀ ਰੋਜ਼ ਟੂ ਬੀ ਦਾ ਲੀਡਰ ਆਫ ਦਾ ਬੈਂਡ। ਠੀਕ ਹੈ, ਅਤੇ ਉਸ ਤੋਂ ਬਾਅਦ ਦੋਸਤੋ ਕੀ ਹੁੰਦਾ ਵਾ, he composed many marches. He become the march king. He become very famous composing the Washington Post march. ਠੀਕ ਹੈ ਜੀ, ਤਾਂ ਦੋਸਤੋ ਇਸ ਤਰ੍ਹਾਂ ਜਿਹੜਾ ਹੈਗਾ ਉਹ ਬੈਂਡ ਦਾ ਲੀਡਰ ਬਣ ਗਿਆ। ਉਸਨੇ ਕਈ ਮਾਰਚ ਕੰਪੋਜ਼ ਕੀਤੇ, ਉਹ ਮਾਰਚ ਕਿੰਗ ਬਣ ਗਿਆ। ਦਾ ਵਾਸ਼ਿੰਗਟਨ ਪੋਸਟ ਮਾਰਚ ਕੰਪੋਜ਼ ਕਰਨ ਤੋਂ ਬਾਅਦ ਜਿਹੜਾ ਹੈਗਾ ਬਹੁਤ ਹੀ ਜਿਹੜਾ ਹੈਗਾ ਉਹ ਪ੍ਰਸਿੱਧ ਹੋ ਗਿਆ। ਤੇ ਹੁਣ ਦੋਸਤੋ ਅਗਲਾ ਦੇਖੋ ਕੀ, ਤੇ ਦੋਸਤੋ ਅਗਲਾ ਪ੍ਰਸ਼ਨ ਦੇਖੋ ਕੀ ਆਪਣਾ, ਜਸਟੀਫਾਈ ਦਾ ਟਾਈਟਲ ਆਫ ਦਾ ਸਟੋਰੀ ਅ ਕਮੀਲੀਅਨ। ਠੀਕ ਹੈ ਜੀ, ਤਾਂ ਦੋਸਤੋ ਇਹਦਾ ਆਨਸਰ ਦੇਖ ਲੈਂਦੇ ਆ ਦੇਖੋ ਦੋਸਤੋ, ਜਸਟੀਫਾਈ ਦਾ ਟਾਈਟਲ ਆਫ ਦਾ ਸਟੋਰੀ। ਠੀਕ ਹੈ ਜੀ, ਕਮੀਲੀਅਨ ਦਾ। ਤਾਂ ਦੋਸਤੋ ਦੇਖੋ ਕੀ ਹੈ, ਦਾ ਟਾਈਟਲ ਆਫ ਦਾ ਸਟੋਰੀ ਸ਼ੁੱਡ ਬੀ ਐਪਰੋਪਰੀਏਟ। ਠੀਕ ਹੈ ਜੀ, ਕਹਾਣੀ ਦਾ ਸਿਰਲੇਖ ਉਚਿਤ ਹੋਣਾ ਚਾਹੀਦਾ ਹੈ। ਇਟ ਸ਼ੁੱਡ ਥਰੋ ਲਾਈਟ ਔਨ ਦਾ ਮੇਨ ਇਵੈਂਟਸ ਔਨ ਆਫ ਦਾ ਸਟੋਰੀ ਐਂਡ ਦਾ ਕੈਪਚਰ ਇਟਸ ਥੀਮ। ਕਮੀਲੀਅਨ ਇਜ਼ ਦਾ ਟਾਈਟਲ ਆਫ ਦਾ ਸਟੋਰੀ। ਦ ਸੁਪਰਡੈਂਟ ਆਫ ਪੁਲਿਸ ਰਿਪਰੈਜ਼ੈਂਟ ਦਾ ਟਾਈਟਲ। ਹੀ ਚੇਂਜ ਹਿਜ਼ ਓਪੀਨੀਅਨ ਫਰੋਮ ਟਾਈਮ ਟੂ ਟਾਈਮ। ਹੀ is walking across the market secure a goldsmith bitten by a dog. He make a complaint the superintendent of police. He listen to him alternatively. ठीक है जी, ते the superintendent of police threaten to teach a lesson thus who allow their dogs to run all over the place. He even say that stray dog must be throttled. He seemed to be serious redressing the complaint of Hercule. He wants to know the name of the owner of the dog। मतलब दोस्तों ਇਹਦੇ ਵਿੱਚ ਇਹੀ ਹੈ ਕਿ ਇਸ ਨੂੰ ਕਹਾਣੀ ਦੀਆਂ ਮੁੱਖ ਘਟਨਾਵਾਂ 'ਤੇ ਪ੍ਰਕਾਸ਼ ਪਾਉਣਾ ਚਾਹੀਦਾ ਹੈ। ਠੀਕ ਹੈ ਜੀ, ਇਸ ਦੇ ਵਿਸ਼ੇ ਨੂੰ ਦਰਸਾਉਣਾ ਚਾਹੀਦਾ ਹੈ। ਕਮੀਲੀਅਨ ਇੱਕ ਜਿਹੜੀ ਹੈਗੀ ਆ, ਕਮੀਲੀਅਨ ਕਹਾਣੀ ਦਾ ਜਿਹੜਾ ਹੈਗਾ ਦੋਸਤੋ ਸਿਰਲੇਖ ਹੈ। ਪੁਲਿਸ ਸੁਪਰਡੈਂਟ ਇਸ ਸਿਰਲੇਖ ਦਾ ਦੋਸਤੋ ਪ੍ਰਤੀਨਿਧਤਵ ਕਰਦਾ ਹੈ। ਉਹ ਵੱਖ-ਵੱਖ ਸਮੇਂ ਉੱਤੇ ਦੋਸਤੋ ਆਪਣਾ ਵਿਚਾਰ ਬਦਲ ਲੈਂਦਾ ਹੈ। ਉਹ ਮਾਰਕੀਟ ਦੇ ਸਿਕਿਉਰ ਵਿੱਚ ਦੋਸਤੋ ਚੱਲਦਾ ਜਾ ਰਿਹਾ ਹੈ। ਇੱਕ ਸੁਨਾਰ ਨੂੰ ਕੁੱਤਾ ਕੱਟ ਜਿਹੜਾ ਹੈਗਾ ਦੋਸਤੋ ਕੁੱਤਾ ਕੱਟ ਲੈਂਦਾ ਹੈ। ਉਹ ਆਪਣੀ ਸ਼ਿਕਾਇਤ SP ਦੇ ਕੋਲ ਜਿਹੜਾ ਹੈਗਾ ਲੈ ਕੇ ਆਉਂਦਾ ਹੈ। ਉਹ ਉਸ ਦੀ ਗੱਲ ਨੂੰ ਧਿਆਨ ਨਾਲ ਸੁਣਦਾ ਹੈ। ਉਹ ਲੋਕਾਂ ਨੂੰ ਸਬਕ ਸਿਖਾਉਣ ਦਾ ਜਿਹੜਾ ਹੈਗਾ ਮਨ ਬਣਾ ਲੈਂਦਾ ਹੈ, ਜਿਹੜਾ ਆਪਣੇ ਕੁੱਤਿਆਂ ਨੂੰ ਇੱਥੇ ਉੱਥੇ ਆਵਾਰਾਗਰਦੀ ਕਰਨ ਦੇ ਲਈ ਛੱਡ ਦਿੰਦੇ ਹਨ। ਠੀਕ ਹੈ ਜੀ, ਅਤੇ ਫਿਰ ਉਸ ਤੋਂ ਬਾਅਦ ਦੋਸਤੋ ਉਸਨੇ ਜਿਹੜਾ ਹੈਗਾ ਵਾ ਇੱਥੋਂ ਤੱਕ ਕਹਿ ਦਿੱਤਾ ਕਿ ਅਵਾਰਾ ਕੁੱਤਿਆਂ ਦਾ ਗਲਾ ਘੁੱਟ ਕੇ ਮਾਰ ਦੇਣਾ ਚਾਹੀਦਾ ਹੈ। ਉਹ ਹਰਕਿਊਨ ਦੀ ਸ਼ਿਕਾਇਤ ਦੂਰ ਕਰਨ ਦੇ ਲਈ ਗੰਭੀਰ ਜਾਪਦਾ ਹੈ। ਉਹ ਕੁੱਤੇ ਦੇ ਮਾਲਿਕ ਦਾ ਨਾਮ ਜਾਣਨਾ ਚਾਹੁੰਦਾ ਹੈ। ਠੀਕ ਹੈ, ਤਾਂ ਸੂਨ ਹੀ ਕਮਸ ਟੂ ਨੋ ਦੈਟ ਜਨਰਲ ਜਿਗਲੋਵ ਇਜ਼ ਦਾ ਓਨਰ ਆਫ ਦਾ ਡੌਗ। ਦਿਸ ਮੇਕ ਹਿਮ ਨਰਵਸ। ਠੀਕ ਹੈ ਜੀ, ਤਾਂ ਫਿਰ ਛੇਤੀ ਹੀ ਉਸ ਨੂੰ ਪਤਾ ਲੱਗਦਾ ਹੈ ਕਿ ਜਨਰਲ ਜਿਗਲੋਵ ਇਸ ਕੁੱਤੇ ਦਾ ਮਾਲਿਕ ਹੈ। ਇਹ ਸੁਣ ਕੇ ਉਹ ਘਬਰਾ ਜਾਂਦਾ ਹੈ। ਹੀ ਸਟਾਰਟ ਸਨਬਿੰਗ ਹਰਕਿਊਨ। ਠੀਕ ਹੈ ਜੀ, ਉਹ ਹਰਕਿਊਨ ਦੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੰਦਾ ਹੈ। ਹੀ ਕੁਐਸਚਨ ਹਿਮ ਹਾਊ ਹੀ ਵਾਜ਼ ਬਿਟਨ ਬਾਏ ਬੀਕ ਡੌਗ। ਠੀਕ ਹੈ, ਬੀਕ ਲੁਕਿੰਗ ਡੌਗ। ਠੀਕ ਹੈ ਜੀ, ਤਾਂ ਉਹ ਉਸ ਨੂੰ ਪ੍ਰਸ਼ਨ ਕਰਦਾ ਹੈ ਕਿ ਉਸ ਦੇ ਵਰਗੇ ਲੰਬੇ ਚੌੜੇ ਅਤੇ ਭਾਰੀ ਭਰਕਮ ਮਨੁੱਖ ਨੂੰ ਇੱਕ ਛੋਟੇ ਕੁੱਤੇ ਨੇ ਕਿਵੇਂ ਜਿਹੜਾ ਹੈਗਾ ਕੱਟਿਆ ਹੈ। ਠੀਕ ਹੈ, ਅੱਗੇ ਲਿਖਿਆ ਦੋਸਤੋ, ਇਟ ਇਜ਼ ਡਿਸਾਈਡਡ ਟੂ ਸੈਂਡ ਦਾ ਡੌਗ ਟੂ ਦਾ ਜਰਨਲ। ਠੀਕ ਹੈ ਜੀ, ਉਹ ਫੈਸਲਾ ਕਰਦਾ ਹੈ ਕਿ ਕੁੱਤੇ ਨੂੰ ਜਰਨਲ ਕੋਲ ਭੇਜ ਜਿਹੜਾ ਹੈਗਾ ਦਿੱਤਾ ਜਾਵੇ। ਠੀਕ ਹੈ ਜੀ, ਦੈਨ ਦਾ ਜਰਨਲ ਕੁੱਕਸ ਕਮ ਔਨ ਦਾ ਸਪੋਰਟ। ਠੀਕ ਹੈ ਜੀ, ਤਾਂ ਤਦ ਜਿਹੜਾ ਹੈਗਾ ਜਰਨਲ ਦਾ ਜਿਹੜਾ ਹੈਗਾ ਦੋਸਤੋ ਕੁੱਕ ਉੱਥੇ ਆ ਜਾਂਦਾ ਹੈ। ਠੀਕ ਹੈ ਜੀ, ਅਤੇ ਹੀ ਸੇ ਦੈਟ ਦਾ ਡੌਗ ਬਿਲੋਂਗ ਦਾ ਜਰਨਲ ਬ੍ਰਦਰ। ਠੀਕ ਹੈ ਜੀ, ਤਾਂ ਜਰਨਲ ਦੇ ਬ੍ਰਦਰ ਦਾ ਇਹ ਕੁੱਤਾ ਹੈ। ਉਹ ਜਿਹੜਾ ਕੁੱਕ ਕਹਿੰਦਾ ਹੈ ਕਿ ਇਹ ਜਰਨਲ ਦੇ ਭਰਾ ਦਾ ਕੁੱਤਾ ਹੈ। ਠੀਕ ਹੈ ਜੀ, ਅਤੇ ਹੀ ਟੇਕ ਅਵੇ ਦਾ ਡੌਗ। ਠੀਕ ਹੈ ਜੀ, ਤਾਂ ਫਿਰ ਉਹ ਕੁੱਤਾ ਲੈ ਜਾਂਦਾ ਹੈ। ਠੀਕ ਹੈ ਜੀ, ਹਾਂਜੀ, ਹੀ ਟੇਕ ਅਵੇ ਦਾ ਡੌਗ। ਓਬਵੀਅਸਲੀ ਦਾ ਕੰਪਲੇਂਟ ਆਫ ਹਰਕਿਊਨ ਇਜ਼ ਫੋਰਗੋਟਨ ਬਾਏ ਦਾ ਕਮੀਲੀਅਨ ਆਫ ਦਾ ਸੁਪਰਡੈਂਟ ਆਫ ਪੁਲਿਸ। ਠੀਕ ਹੈ ਜੀ, ਤਾਂ ਉਹ ਜਿਹੜਾ ਹੈਗਾ ਦੋਸਤੋ ਸਾਫ਼ ਹੈ ਕਿ ਹਰਕਿਊਨ ਦੀ ਸ਼ਿਕਾਇਤ ਨੂੰ ਕਮੀਲੀਅਨ ਦੇ ਹੱਥ ਨਜ਼ਰਅੰਦਾਜ਼ ਜਿਹੜਾ ਹੈਗਾ ਦੋਸਤੋ ਕਰ ਦਿੱਤਾ
ਜਾਂਦਾ ਹੈ। ਤਾਂ ਇਹ ਇਸ ਦਾ ਉੱਤਰ ਹੋ ਗਿਆ ਦੋਸਤੋ। ਹੁਣ ਆਪਣਾ ਅਗਲਾ ਪ੍ਰਸ਼ਨ ਕੀ ਹੈ? ਅਗਲਾ ਪ੍ਰਸ਼ਨ ਹੈ ਦੋਸਤੋ ਆਪਣਾ ਜਸਟੀਫਾਈ ਦਾ ਟਾਈਟਲ, ਸੌਰੀ ਇਹ ਹੋ ਗਿਆ ਗਿਵ ਅ ਬਰੀਫ ਕਰੈਕਟਰ ਸਕੈਚ ਆਫ ਚੰਦੂ। ਠੀਕ ਹੈ ਜੀ। ਤਾਂ ਦੋਸਤੋ ਹੁਣ ਇਹ ਵਾਲਾ ਦੇਖ ਲੈਂਦੇ ਹਾਂ, ਚੰਦੂ ਦਾ ਜਿਹੜਾ ਹੈਗਾ ਕਰੈਕਟਰ ਸਕੈਚ ਆ। ਠੀਕ ਹੈ ਜੀ। ਤਾਂ ਦੇਖੋ ਦੋਸਤੋ ਇਹਦੇ ਵਿੱਚ ਹਾਂਜੀ, ਤਾਂ ਇਹਦਾ ਆਨਸਰ ਆ ਰਿਹਾ, ਗਿਵ ਅ ਬਰੀਫ ਕਰੈਕਟਰ ਸਕੈਚ ਆਫ ਚੰਦੂ। ਠੀਕ ਹੈ ਜੀ। ਦੇਖੋ ਦੋਸਤੋ ਚੰਦੂ ਇਜ਼ ਅ ਬਾਰਬਰ ਬॉय ਆਫ ਦਾ ਨਰੇਟਰ ਵਿਲੇਜ। ਠੀਕ ਹੈ ਜੀ। ਯਾਨੀ ਕਿ ਚੰਦੂ ਦੋਸਤੋ ਜਿਹੜਾ ਹੈਗਾ ਕਹਾਣੀਕਾਰ ਦੇ ਦੋਸਤੋ ਜਿਹੜਾ ਹੈਗਾ ਵਾ ਪਿੰਡ ਦਾ ਨਾਈ ਦਾ ਲੜਕਾ ਹੈ। ਠੀਕ ਹੈ ਜੀ। ਤੇ ਅੱਗੇ ਲਿਖਿਆ ਦੋਸਤੋ ਹੀ ਇਜ਼ ਦਾ ਮੇਨ ਕਰੈਕਟਰ ਆਫ ਦਾ ਸਟੋਰੀ। ਠੀਕ ਹੈ ਜੀ। ਉਹ ਦੋਸਤੋ ਕਹਾਣੀ ਦਾ ਮੁੱਖ ਪਾਤਰ ਹੈ। ਠੀਕ ਹੈ। ਹੀ ऑर्गेनाइज बार्बर इनटू यूनियन, ही स्टॉप गोइंग टू पीपल होम्स टू गिव them haircut or shave beards, he refuse to dance the tune of the upper caste people। ਠੀਕ ਹੈ ਜੀ। ਤਾਂ ਉਹ ਦੋਸਤੋ ਜਿਹੜਾ ਹੈਗਾ ਵਾ ਵਰਣਨਕਰਤਾ ਦਾ ਜਿਹੜਾ ਹੈਗਾ ਦੋਸਤੋ ਕਹਾਣੀਕਾਰ ਦਾ ਪੱਕਾ ਮਿੱਤਰ ਹੈ। ਠੀਕ ਹੈ ਜੀ। ਕਹਾਣੀਕਾਰ ਉਸ ਨੂੰ ਜਿਹੜਾ ਹੈਗਾ ਆਧੁਨਿਕ ਭਾਰਤ ਦੇ ਨਿਰਮਾਤਾ ਵਿੱਚੋਂ ਜਿਹੜਾ ਹੈਗਾ ਦੋਸਤੋ ਇੱਕ ਸਮਝਦਾ ਹੈ। ਉਹ ਨਾਈਆਂ ਦੇ ਯੂਨੀਅਨ ਦਾ ਆਯੋਜਨ ਕਰਦਾ ਹੈ। ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੋਸਤੋ ਉਹਨਾਂ ਦੇ ਜਿਹੜੇ ਹੈਗੇ ਆ ਦੋਸਤੋ ਕੀ ਕਰਦਾ ਵਾ, ਉਹ ਉਹਨਾਂ ਦੇ ਲਈ ਦੋਸਤੋ ਜਿਹੜਾ ਹੈਗਾ ਨਾਈ ਦਾ ਕੰਮ ਕਰਨ ਦੇ ਜਿਹੜਾ ਹੈਗਾ ਨਾ ਕਰ ਦਿੰਦਾ ਹੈ। ਉਹ ਉੱਚ ਜਾਤੀ ਦੇ ਲੋਕਾਂ ਨੂੰ ਉਹ ਮਤਲਬ ਉੱਚ ਜਾਤੀ ਦੇ ਲੋਕਾਂ ਦੇ ਇਸ਼ਾਰਿਆਂ ਉੱਤੇ ਦੋਸਤੋ ਨੱਚਣ ਤੋਂ ਜਿਹੜਾ ਹੈਗਾ ਮਨਾ ਕਰਦਾ ਹੈ। ਠੀਕ ਹੈ। ਅੱਗੇ ਹੈ ਦੋਸਤੋ ਚੰਦੂ ਨਰੇਟਰ ਸੀਨੀਅਰ। ਠੀਕ ਹੈ ਜੀ। ਚੰਦੂ ਇਜ਼ ਦਾ ਨਰੇਟਰ ਸੀਨੀਅਰ, ਮਤਲਬ ਦੋਸਤੋ ਚੰਦੂ ਜਿਹੜਾ ਹੈਗਾ ਦੋਸਤੋ ਕੀ ਆ, ਕਹਾਣੀਕਾਰ ਤੋਂ ਵੱਡਾ ਹੈ। ਠੀਕ ਹੈ ਜੀ। ਤੇ ਹੀ ਟੇਕਸ ਲਿਡ ਔਨ ਆਲ ਮੈਟਰਸ। ਠੀਕ ਹੈ ਜੀ। ਮਤਲਬ ਦੋਸਤੋ ਉਹ ਸਾਰੇ ਮਾਮਲਿਆਂ ਵਿੱਚ ਅਗਵਾਈ ਕਰਦਾ ਹੈ। ਠੀਕ ਹੈ ਜੀ। ਹੀ ਇਜ਼ ਵੈਰੀ ਫਾਊਂਡ ਆਫ ਹਿਜ਼ ਬॉयਸਿਸ ਮਿਸਚੀਫ। ਠੀਕ ਹੈ ਜੀ। ਉਹ ਦੋਸਤੋ ਜਿਹੜਾ ਹੈਗਾ ਲੜਕਣਪਨ ਵਾਲੀਆਂ ਸ਼ਰਾਰਤਾਂ ਕਰਦਾ ਹੈ। ਠੀਕ ਹੈ ਜੀ। ਤੇ ਹੀ ਲਾਈਕ ਕੈਚਿੰਗ ਵਾਸਪਸ। ਠੀਕ ਹੈ ਜੀ। ਤੇ ਉਹ ਦੋਸਤੋ ਧਮੂੜੀਆਂ ਨੂੰ ਫੜਨਾ ਪਸੰਦ ਕਰਦਾ ਹੈ। ਦੈਨ ਹੀ ਟੇਕ ਆਊਟ ਦਾ ਪੋਇਜ਼ਨ ਫਰੋਮ ਦੇਅਰ ਟੇਲਸ, ਹੀ ਮੇਕਸ ਦੈਮ ਫਲਾਈ ਬਾਏ ਟਾਈਂਗ ਦੇਅਰ ਲੈਗਸ ਵਿਦ ਅ ਥ੍ਰੈਡ। ਠੀਕ ਹੈ ਜੀ। ਤਾਂ ਦੋਸਤੋ ਮਤਲਬ ਕੀ ਹੈ ਇਹਦਾ, ਫਿਰ ਉਹ ਦੋਸਤੋ ਉਹਨਾਂ ਦਾ ਜਿਹੜਾ ਹੈਗਾ ਜ਼ਹਿਰ ਨਿਕਾਲਦਾ ਹੈ ਅਤੇ ਉਹਨਾਂ ਦੀਆਂ ਟੰਗਾਂ ਨੂੰ ਧਾਗੇ ਨਾਲ ਬੰਨ੍ਹ ਕੇ ਉਹਨਾਂ ਨੂੰ ਉਛਾਲਦਾ ਹੈ। ਠੀਕ ਹੈ। ਤੇ ਅੱਗੇ ਲਿਖਿਆ ਦੋਸਤੋ ਦਾ ਨਰੇਟਰ ਕੰਸੀਡਰ ਹਿਮ embodiment of perfection, he is an expert at making kite of various design despite he skill in other matter, he is a duffer in learning। ਠੀਕ ਹੈ ਜੀ। ਤਾਂ ਵਰਣਨ ਕਰ ਜਿਹੜਾ ਆਪਣਾ ਦੋਸਤੋ ਕੀ ਹੈ ਆਪਣਾ ਜਿਹੜਾ ਦੋਸਤੋ ਉਹ ਆ ਨਾ ਨਰੇਟਰ ਜਿਹੜਾ ਹੈਗਾ ਕਹਾਣੀਕਾਰ ਦੋਸਤੋ ਚੰਦੂ ਨੂੰ ਜਿਹੜਾ ਹੈਗਾ ਪੂਰਨਤਾ ਦਾ ਜਿਹੜਾ ਹੈਗਾ ਸਾਕਾਰ ਜਿਹੜਾ ਹੈਗਾ ਸਮਝਦਾ ਹੈ। ਉਹ ਕਈ ਜਿਹੜਾ ਹੈਗਾ ਡਿਜ਼ਾਈਨ ਵਾਲੇ ਪਤੰਗ ਬਣਾਉਣ ਵਿੱਚ ਮਾਹਿਰ ਹੈ। ਦੂਸਰੇ ਮਾਮਲਿਆਂ ਵਿੱਚ ਪ੍ਰਵੀਨਤਾ ਦੇ ਬਾਵਜੂਦ ਉਹ ਦੋਸਤੋ ਪੜ੍ਹਾਈ ਵਿੱਚ ਨਿਕੰਮਾ ਹੈ। ਕੌਣ? ਚੰਦੂ। ਅੱਗੇ ਦੋਸਤੋ ਹੀ ਇਜ਼ ਅ ਮੈਂਬਰ ਆਫ ਲੋ ਕਾਸਟ। ਠੀਕ ਹੈ ਜੀ। ਤਾਂ ਉਹ ਨਿਚਲੀ ਜਾਤੀ ਦਾ ਦੋਸਤੋ ਸੰਬੰਧਿਤ ਹੈ ਆਪਣਾ ਚੰਦੂ। ਠੀਕ ਹੈ ਜੀ। ਅਪਰ ਕਾਸਟ ਪੀਪਲ ਆਫਨ ਅਬਿਊਜ਼ ਹਿਮ ਐਂਡ ਇਨਸਲਟਡ ਹਿਮ, ਦੇ ਡਿਡ ਨਾਟ ਲਾਈਕ ਦ ਨਰੇਟਰ ਮਿਕਸਡ ਵਿਦ ਹਿਮ। ਚੰਦੂ ਇਜ਼ ਸੈਲਫ ਰਿਸਪੈਕਟਿੰਗ, ਹੀ ਡਿਡ ਨਾਟ ਲਾਈਕ ਟੂ ਬੀ ਇਨਸਲਟਡ ਬਾਈ ਦ ਅਪਰ ਕਾਸਟ ਪੀਪਲ। ਠੀਕ ਹੈ ਜੀ। ਤਾਂ ਦੋਸਤੋ ਕੀ ਹੈ, ਹਾਂਜੀ ਉਹ ਜਿਹੜਾ ਹੈਗਾ ਦੋਸਤੋ ਉੱਚ ਜਾਤੀ ਦੇ ਲੋਕਾਂ ਜਿਹੜੇ ਹੈਗੇ ਦੋਸਤੋ ਅਕਸਰ ਉਸ ਨੂੰ ਜਿਹੜਾ ਹੈਗਾ ਗਾਲਾਂ ਕੱਢ ਦਿੰਦੇ ਸੀ। ਠੀਕ ਹੈ ਜੀ। ਅਪਮਾਨਿਤ ਕਰਦੇ ਸਨ ਉੱਚ ਜਾਤੀ ਦੇ ਲੋਕ। ਉਹ ਨਹੀਂ ਚਾਹੁੰਦੇ ਸੀ ਕਿ ਜਿਹੜਾ ਹੈਗਾ ਕਹਾਣੀਕਾਰ ਉਸ ਨਾਲ ਜਿਹੜਾ ਹੈਗਾ ਮੇਲ ਜੋਲ ਰੱਖੇ। ਠੀਕ ਹੈ। ਚੰਦੂ ਦੋਸਤੋ ਜਿਹੜਾ ਹੈਗਾ ਸਵੈ ਅਭਿਮਾਨੀ ਹੈ। ਠੀਕ ਹੈ। ਤੇ ਹੀ ਡਿਸਾਈਡਡ ਟੂ ਟੀਚ ਦੈਮ ਅ ਲੈਸਨ, ਹੀ ਬਾਊਟ ਅ ਸਾਈਕਲ ਐਂਡ ਸਟਾਰਟਡ ਸ਼ੇਵਿੰਗ ਪੀਪਲ ਇਨ ਦਾ ਟਾਊਨ। ਠੀਕ ਹੈ ਜੀ। ਤਾਂ ਦੋਸਤੋ ਚੰਦੂ ਜਿਹੜਾ ਹੈਗਾ ਵਾ ਉਹ ਨਹੀਂ ਚਾਹੁੰਦਾ ਸੀਗਾ ਕਿ ਉੱਚ ਜਾਤੀ ਦੇ ਲੋਕ ਉਸ ਦਾ ਅਪਮਾਨ ਕਰਨ। ਠੀਕ ਹੈ ਜੀ। ਉਸਨੇ ਜਿਹੜਾ ਹੈਗਾ ਉਸ ਨੂੰ ਸਬਕ ਸਿਖਾਉਣ ਲਈ ਉਹਨਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ। ਉਸਨੇ ਜਿਹੜਾ ਇੱਕ ਸਾਈਕਲ ਖਰੀਦ ਲਿਆ ਅਤੇ ਨਗਰ ਦੇ ਲੋਕਾਂ ਦੀ ਹਜਾਮਤ ਜਿਹੜੀ ਹੈਗੀ ਕਰਨੀ ਸ਼ੁਰੂ ਕਰ ਦਿੱਤੀ। ਠੀਕ ਹੈ ਜੀ। ਉਸਨੇ ਜਿਹੜੀ ਹੈਗੀ ਨਾਈ ਦੀ ਦੁਕਾਨ ਖੋਲ੍ਹ ਲਈ। ਠੀਕ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ ਹੀ ਸੈਟ ਅਪ ਅ ਬਾਰਬਰ ਸ਼ੌਪ। ਠੀਕ ਹੈ। ਤੇ ਅੱਗੇ ਦੋਸਤੋ ਲਿਖਿਆ ਕਿ ਹੀ ਆਰਗੇਨਾਈਜ਼ਡ ਸਮ ਬਾਰਬਰ ਇਨ ਦਾ ਵਿਲੇਜ ਇਨਟੂ ਇੰਡੀਅਨ, ਦੇ ਸਟਾਪ ਗੋਇੰਗ ਟੂ ਪੀਪਲ ਹੋਮ for hair cutting and shaving, they forced to the people come to their shops, we admire Chandu for his skill enterprise। ਠੀਕ ਹੈ ਜੀ। ਮਤਲਬ ਦੋਸਤੋ ਉਸਨੇ ਜਿਹੜੇ ਹੈਗੇ ਨਾਈ ਦੀ ਦੁਕਾਨ ਖੋਲ੍ਹ ਲਈ। ਉਸਨੇ ਪਿੰਡ ਦੇ ਨਾਈਆਂ ਦਾ ਇੱਕ ਯੂਨੀਅਨ ਸਥਾਪਿਤ ਜਿਹੜਾ ਹੈਗਾ ਕਰ ਲਿਆ। ਨਾਈਆਂ ਨੇ ਦੋਸਤੋ ਲੋਕਾਂ ਦੇ ਘਰ ਵਿੱਚ ਹਜਾਮਤ ਅਤੇ ਸ਼ੇਵ ਆਦਿ ਜਿਹੜਾ ਹੈਗਾ ਜਾਣ ਲਈ ਜਿਹੜਾ ਹੈਗਾ ਬੰਦ ਕਰ ਦਿੱਤਾ। ਉਹਨਾਂ ਨੇ ਲੋਕਾਂ ਨੂੰ ਉਹਨਾਂ ਦੀਆਂ ਦੁਕਾਨਾਂ ਉੱਤੇ ਆਉਣ ਲਈ ਮਜਬੂਰ ਕੀਤਾ। ਤੇ ਅਸੀਂ ਚੰਦੂ ਦੀ ਜਿਹੜੀ ਹੈਗੀ ਹੈ ਦੋਸਤੋ ਉਦਮਸ਼ੀਲ ਯੋਗਤਾ ਲਈ ਉਸਦੀ ਪ੍ਰਸ਼ੰਸਾ ਜਿਹੜੀ ਹੈਗੀ ਆ ਕਰਦੇ ਹਾਂ। ਤਾਂ ਦੋਸਤੋ ਬਸ ਇਹਦਾ ਆਨਸਰ ਦੋਸਤੋ ਇੱਥੇ ਹੀ ਹੈ। ਇਸ ਤੋਂ ਬਾਅਦ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਹੋਰ ਕੋਈ ਪ੍ਰਸ਼ਨ ਨਹੀਂ ਹੈਗਾ, ਸਾਰੇ ਹੀ ਪ੍ਰਸ਼ਨ ਖਤਮ ਹੋ ਗਏ। 13ਵਾਂ ਪ੍ਰਸ਼ਨ ਦੋਸਤੋ ਗੁੱਡ ਹੈਂਡ ਰਾਈਟਿੰਗ ਦਾ ਵਾ। ਅਗਰ ਤੁਹਾਡੇ ਗੁੱਡ ਹੈਂਡ ਰਾਈਟਿੰਗ ਹੋਏਗੀ, ਵਧੀਆ ਰਾਈਟਿੰਗ ਹੋਏਗੀ ਤਾਂ ਤੁਹਾਨੂੰ 5 ਮਾਰਕਸ ਮਿਲ ਜਾਣਗੇ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਦੋਸਤੋ ਦੇਖ ਸਕਦੇ ਹੋ ਕਿ ਹੋਰ ਤੁਹਾਡਾ ਕੁਝ ਵੀ ਨਹੀਂ ਬਚਿਆ। ਪੂਰਾ ਦਾ ਪੂਰਾ ਪੇਪਰ ਅਸੀਂ ਇਹ ਜਿਹੜਾ ਹੈਗਾ ਸੋਲਵ ਕਰ ਲਿਆ, ਜੋ ਕਿ ਦੋਸਤੋ ਕਲਾਸ 12ਵੀਂ ਦਾ ਦੋਸਤੋ ਸਾਡੇ ਕੋਲ ਇੱਕ ਪੇਪਰ ਪਹੁੰਚਿਆ ਸੀਗਾ। ਪੰਜਾਬ ਬੋਰਡ ਨੇ ਆਪਣੀ ਸਾਈਟ 'ਤੇ ਵੀ ਜਾਰੀ ਕੀਤਾ ਹੋਇਆ ਇਹ ਤੁਸੀਂ ਦੇਖ ਲਓ। ਤਾਂ ਦੋਸਤੋ ਤੁਸੀਂ ਸਾਈਟ 'ਤੇ ਪੰਜਾਬ ਬੋਰਡ ਦੀ ਸਾਈਟ 'ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਇਹ ਵਾਲਾ ਪੇਪਰ ਜਿਹੜਾ ਹੈਗਾ ਪੰਜਾਬ ਬੋਰਡ ਨੇ ਆਪਣੀ ਸਾਈਟ 'ਤੇ ਵੀ ਜਾਰੀ ਕੀਤਾ ਹੋਇਆ ਹੈ। ਅਸੀਂ ਜਿਹੜਾ ਹੈਗਾ ਇਹ ਪੇਪਰ ਨੂੰ ਵੈਰੀਫਾਈ ਕਰ ਲਿਆ ਹੈ। ਠੀਕ ਹੈ ਜੀ। ਸੇਮ ਇਹੀ ਪੇਪਰ ਆ, ਵੈਰੀ ਇੰਪੋਰਟੈਂਟ ਇਹਦੇ ਵਿੱਚ ਪ੍ਰਸ਼ਨ ਉੱਤਰ ਹੈਗੇ ਹਨ ਦੋਸਤੋ।
ਬਾਕੀ ਦੋਸਤੋ ਮੈਂ ਸ਼ਾਂਤੀ ਗੈਸ ਪੇਪਰ ਵੀ ਅਪਲੋਡ ਕਰ ਦੂੰਗਾ, ਠੀਕ ਹੈ ਜੀ, ਇੱਕ ਤੋਂ ਦੁਬਾਰਾ ਤੋਂ, ਠੀਕ ਹੈ ਜੀ, ਤੁਸੀਂ ਉਸ ਤੋਂ ਰਿਵੀਜ਼ਨ ਕਰ ਲਿਓ। ਉਸ ਦੇ ਵਿੱਚ ਵੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੁੰਦੇ ਹਨ, ਕਿਉਂਕਿ ਦੋਸਤੋ ਤੁਹਾਡਾ ਪੇਪਰ ਜਿਹੜਾ ਹੈਗਾ ਲੀਕ ਹੋ ਗਿਆ ਸੀਗਾ, ਇਸ ਲਈ ਦੋਸਤੋ ਦੁਬਾਰਾ ਤੋਂ ਜਿਹੜਾ ਹੈਗਾ ਕਰਵਾਇਆ ਜਾ ਰਿਹਾ ਵਾ। ਪਹਿਲਾ ਵਾਲਾ ਜਿਹੜਾ ਸੀ ਉਹ ਕੈਂਸਲ ਹੋ ਗਿਆ ਸੀਗਾ ਤੇ ਹੁਣ ਦੋਸਤੋ 24 ਮਾਰਚ ਨੂੰ ਦੁਬਾਰਾ ਹੋਏਗਾ ਤੁਹਾਡਾ ਪੇਪਰ, ਇਸ ਲਈ ਦੋਸਤੋ ਤੁਸੀਂ ਆਪਣੀ ਚੰਗੀ ਤਰ੍ਹਾਂ ਤਿਆਰੀ ਕਰ ਲਿਓ। ਬਾਕੀ ਅਗਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ, ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ।